ਨਮਸਕਾਰ ਦੋਸਤੋ। ਸਭ ਤੋਂ ਪਹਿਲਾਂ ਤਾਂ ਇਸ ਇਲੈਕਸ਼ਨ ਪ੍ਰੋਸੈਸ ਦੇ ਲਈ ਸ਼ੁਰੂ ਕੀਤਾ ਗਿਆ ਚੈਨਲ ਇਲੈਕਸ਼ਨਸ ਫੰਡਾਜ਼ ਦੀ ਹੌਸਲਾ ਅਫਜ਼ਾਈ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਸਾਰੇ ਮਿੱਤਰਾਂ ਨੇ ਸਾਡੀ ਇਸ ਪ੍ਰਕਿਰਿਆ, ਸਾਡੀ ਇਸ ਉਮੀਦ ਦੀ ਬਿਲਕੁਲ ਸਹੀ ਤਾਰੀਫ ਕਰਦੇ ਹੋਏ ਸਾਡੀ ਹੌਸਲਾ ਅਫਜ਼ਾਈ ਕੀਤੀ। ਜਿਵੇਂ ਕਿ ਅਸੀਂ ਪਹਿਲੀ ਵੀਡੀਓ ਦੇ ਵਿੱਚ ਹੀ ਦੱਸਿਆ ਤੁਹਾਨੂੰ ਕਿ ਅਸੀਂ ਕੋਸ਼ਿਸ਼ ਕਰਾਂਗੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜੋ ਵੀ ਕੰਮ ਕਿਸੇ ਵੀ ਪਾਰਟੀਆਂ ਦੁਆਰਾ, ਪੋਲਿੰਗ ਪਾਰਟੀਆਂ ਦੁਆਰਾ, ਪ੍ਰਸ਼ਾਸਨ ਦੁਆਰਾ ਔਰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਸਹੀ ਜਾਣਕਾਰੀ ਦਿੰਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਰੇ ਪ੍ਰਕਿਰਿਆ ਸਾਂਝੀ ਕਰੀਏ। ਅਸੀਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਵੀਪ ਦੀ ਪ੍ਰਕਿਰਿਆ ਬਾਰੇ ਗੱਲ ਕੀਤੀ ਸੀ ਤੇ ਵਾਅਦਾ ਕੀਤਾ ਸੀ ਅਗਲੀ ਵੀਡੀਓ ਦੇ ਵਿੱਚ ਅਸੀਂ ਆਨਲਾਈਨ ਵੋਟ ਕਿਵੇਂ ਅਪਲਾਈ ਕੀਤੀ ਜਾ ਸਕਦੀ ਹੈ ਇਹ ਵੀ ਦੱਸਾਂਗੇ। ਲੇਕਿਨ ਹੁਣ ਵੋਟਾਂ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ। ਅਸੀਂ ਸਿਰਫ ਇੰਨਾ ਹੀ ਕਹਾਂਗੇ ਕਿ ਹਲੇ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਅਪੀਲ ਕੀਤੀ ਹੈ ਕਿ ਜਿਨ੍ਹਾਂ ਬੱਚਿਆਂ ਦੀ ਉਮਰ 1 ਜਨਵਰੀ 2022 ਤੱਕ 18 ਸਾਲ ਦੀ ਪੂਰੀ ਹੋਣ ਜਾ ਰਹੀ ਹੈ, ਦੁਬਾਰਾ ਜਿਨ੍ਹਾਂ ਬੱਚਿਆਂ ਦੀ ਉਮਰ 1 ਜਨਵਰੀ 2022 ਤੱਕ 18 ਸਾਲ ਦੀ ਪੂਰਨ ਹੋਣ ਜਾ ਰਹੀ ਹੈ, ਉਹ ਬੱਚੇ ਵੀ 31 ਜਨਵਰੀ ਤੱਕ ਜੇਕਰ ਆਪਣੀ ਵੋਟ ਅਪਲਾਈ ਕਰਦੇ ਹਨ ਤਾਂ ਉਹ ਇਸ ਵਾਰ ਦੀ ਵੋਟ ਦੇ ਵਿੱਚ, ਇਸ ਵਾਰ ਦੀ ਪੋਲਿੰਗ ਦੇ ਵਿੱਚ, ਪੰਜਾਬ ਵਿਧਾਨ ਸਭਾ ਪੋਲਿੰਗ ਦੇ ਲਈ 2022 ਦੇ ਲਈ ਜੋ 20 ਫਰਵਰੀ ਨੂੰ ਹੋਣ ਜਾ ਰਹੀ ਹੈ ਉਸ ਵਿੱਚ ਆਪਣੀ ਵੋਟ ਪਾ ਸਕਦੇ ਹਨ। ਲੇਕਿਨ ਉਹਨਾਂ ਨੂੰ 31 ਜਨਵਰੀ ਤੱਕ ਵੋਟ ਅਪਲਾਈ 6 ਨੰਬਰ ਫਾਰਮ ਆਨਲਾਈਨ ਅਪਲਾਈ ਕਰਨ ਵੋਟਰ ਹੈਲਪਲਾਈਨ ਐਪ ਦੇ ਰਾਹੀਂ। ਸੋ ਅਗਲੀ ਅਸੀਂ ਪ੍ਰੋਸੈਸ ਦੇ ਵਿੱਚ ਅਗਲੇ ਇਸ ਪ੍ਰਕਿਰਿਆ ਦੇ ਦੌਰਾਨ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹੁਣ ਕੰਮ ਸ਼ੁਰੂ ਹੋ ਗਿਆ ਪੋਲਿੰਗ ਪਾਰਟੀਆਂ ਦੀ ਟ੍ਰੇਨਿੰਗ ਦਾ। ਅਸੀਂ ਆਨਲਾਈਨ ਟ੍ਰੇਨਿੰਗ ਲਗਾਈ ਹੈ ਪੋਲਿੰਗ ਪਾਰਟੀਆਂ, ਉਹਨਾਂ ਦੇ PRO, APRO, ਪੋਲਿੰਗ ਪਰਸਨਸ, ਉਹਨਾਂ ਦੀਆਂ ਡਿਊਟੀਆਂ ਕਿਵੇਂ ਹੋਣਗੀਆਂ, ਉਹ ਵਧੀਆ ਤਰੀਕੇ ਦੇ ਨਾਲ ਪੋਲ ਡੇ ਤੋਂ ਇੱਕ ਦਿਨ ਪਹਿਲਾਂ ਸਮਾਨ ਲੈ ਕੇ ਪੋਲ ਡੇ ਵਾਲੇ ਦਿਨ ਆਪਣੀ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹੋਏ ਸਾਰੀ ਪੋਲਿੰਗ ਕਰਵਾ ਕੇ ਸਮਾਨ ਵਾਪਸ ਕਰਨ ਤੱਕ ਅਸੀਂ ਸਾਰੀ ਜਾਣਕਾਰੀ ਆਨਲਾਈਨ ਟ੍ਰੇਨਿੰਗ ਦੇ ਵਿੱਚ ਅਸੀਂ ਸਾਂਝੀ ਕੀਤੀ ਹੈ। ਇਸ ਆਨਲਾਈਨ ਟ੍ਰੇਨਿੰਗ ਦੀ ਵੀਡੀਓ ਵੀ ਅਸੀਂ ਤੁਹਾਡੇ ਨਾਲ ਹੁਣ ਇਸ ਚੈਨਲ ਰਾਹੀਂ ਸਾਂਝੀ ਕਰਨ ਜਾ ਰਹੇ ਹਾਂ। ਇਸ ਸਾਰੀ ਆਨਲਾਈਨ ਟ੍ਰੇਨਿੰਗ ਪ੍ਰਕਿਰਿਆ ਦੇ ਦੌਰਾਨ, ਕਿਉਂਕਿ ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਕੁਝ ਨਵੀਆਂ ਗਾਈਡਲਾਈਨਸ ਦਿੱਤੀਆਂ ਨੇ, ਕੁਝ ਚੇਂਜਿੰਗ ਕੀਤੀਆਂ ਨੇ। ਪੋਲ ਡੇ ਵਾਲੇ ਦਿਨ ਪ੍ਰੈਜ਼ਾਈਡਿੰਗ ਆਫੀਸਰ ਦੁਆਰਾ ਕੰਟਰੋਲ ਯੂਨਿਟ ਦੀ ਸੀਲਿੰਗ ਕਰਨ ਸਮੇਂ, ਜਦੋਂ ਅਸੀਂ ਮੌਕ ਪੋਲ ਕਰਵਾ ਕੇ ਅਸਲੀ ਪੋਲਿੰਗ ਦੇ ਲਈ ਮਸ਼ੀਨਾਂ ਨੂੰ ਸੀਲ ਕਰਦੇ ਹਾਂ ਤਾਂ ਕੰਟਰੋਲ ਯੂਨਿਟ ਨੂੰ ਸੀਲ ਕਰਨ ਦੇ ਲਈ ਅੰਦਰ ਰਿਜ਼ਲਟ ਸੈਕਸ਼ਨ ਵਾਲੇ ਖਾਨੇ ਦੇ ਵਿੱਚ ਗ੍ਰੀਨ ਸੀਲ ਲਗਾਉਂਦੇ ਸੀ ਅਸੀਂ। ਉਸ ਤੋਂ ਬਾਅਦ ਬੰਦ ਕਰਕੇ ਬਾਹਰ ਅਸੀਂ ABCD ਸਟ੍ਰਿਪ ਸੀਲ ਲਗਾਉਂਦੇ ਸੀ। ਤਾਂ ਇਸ ਨਵੀਂ ਅਪਡੇਸ਼ਨ ਦੇ ਵਿੱਚ ਗ੍ਰੀਨ ਸੀਲ ਅਤੇ ABCD ਸੀਲ ਦੀ ਜਗ੍ਹਾ ਇਲੈਕਸ਼ਨ ਕਮਿਸ਼ਨ ਨੇ ਇੱਕੋ ਹੀ ਸੀਲ, ਜਿਸ ਨੂੰ ਗ੍ਰੀਨ ਸੀਲ AB ਸਟicker ਦੇ ਨਾਲ ਬਣਾਇਆ ਹੈ, ਇਹ ਲਾਂਚ ਕੀਤਾ ਹੈ। ਅਸੀਂ ਪਹਿਲੀ ਟ੍ਰੇਨਿੰਗ ਦੇ ਵਿੱਚ ਜੋ ਤੁਹਾਡੀ ਵੀਡੀਓ ਅਸੀਂ ਸਾਂਝੀ ਕਰ ਰਹੇ ਹਾਂ ਉਸ ਦੇ ਵਿੱਚ, ਕਿਉਂਕਿ ਕਈ ROs ਦੇ ਮੈਕਸਿਮਮ ROs ਦੇ ਕੋਲ ਇਹ ਇਨਸਟਰਕਸ਼ਨਸ ਨਹੀਂ ਸੀ ਕਿ ਸਮਾਨ ਨਵਾਂ ਆ ਰਿਹਾ ਹੈ ਜਾਂ ਪੁਰਾਣਾ ਆ ਰਿਹਾ ਹੈ। ਅਸੀਂ ਪੁਰਾਣੀ ਪ੍ਰਕਿਰਿਆ ਦੇ ਅਨੁਸਾਰ ਹੀ ਕੰਟਰੋਲ ਯੂਨਿਟ ਨੂੰ ਗ੍ਰੀਨ ਸੀਲ ਅਤੇ ABCD ਸੀਲ ਦੇ ਨਾਲ ਅਸੀਂ ਸੀਲ ਕਰਨਾ ਸਿਖਾਇਆ ਹੈ। ਲੇਕਿਨ ਹੁਣ ਸਾਨੂੰ ਪਤਾ ਲੱਗਿਆ ਹੈ ਵੀ ਇਹ ਨਵੀਂ ਜਿਹੜੀ ਸੀਲ ਹੈ AB ਸਟicker ਵਾਲੀ ਸੀਲ, ਗ੍ਰੀਨ ਸੀਲ ਜਿਹੜੀ ਕੰਟਰੋਲ ਯੂਨਿਟ ਨੂੰ ਸੀਲ ਕਰਦੀ ਹੈ, ਅੰਦਰ ਰਿਜ਼ਲਟ ਸੈਕਸ਼ਨ ਨੂੰ ਇੱਕੋ ਹੀ ਸੀਲ ਲੱਗੇਗੀ। ਇਸ ਸੀਲ ਨੂੰ ਲਗਾਉਣ ਦੀ ਪ੍ਰਕਿਰਿਆ ਵੀ ਅਸੀਂ ਨਵੀਂ ਅਪਡੇਟਡ ਵੀਡੀਓ ਬਣਾ ਕੇ ਉਹ ਵੀਡੀਓ ਨੂੰ ਤੁਹਾਡੀ ਡਿਸਕ੍ਰਿਪਸ਼ਨ ਦੇ ਵਿੱਚ PDF ਫਾਈਲ ਸਾਂਝੀ ਕਰਨ ਜਾ ਰਹੇ ਹਾਂ। ਤਾਂ ਉਸ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਅਪਡੇਟਡ PDF ਫਾਈਲ ਦੇ ਵਿੱਚੋਂ ਤੁਸੀਂ ਇਸ ਪ੍ਰਕਿਰਿਆ ਨੂੰ ਵੀ ਬੜੇ ਚੰਗੇ ਤਰੀਕੇ ਦੇ ਨਾਲ ਸਮਝ ਸਕਦੇ ਹੋ। ਤਾਂ ਇੱਕ ਵਾਰੀ ਫੇਰ ਮੇਰੀ ਬੇਨਤੀ ਹੈ ਸਾਡੇ ਇਸ ਇਲੈਕਸ਼ਨ ਫੰਡਾਜ਼ ਟੀਮ ਦੁਆਰਾ ਕਿ ਸਾਡੇ ਇਸ YouTube ਚੈਨਲ ਦੀ ਹੌਸਲਾ ਅਫਜ਼ਾਈ ਕਰਦੇ ਰਹੋ ਤਾਂ ਕਿ ਅਸੀਂ ਹੋਰ ਵੱਧ ਚੜ੍ਹ ਕੇ ਇਲੈਕਸ਼ਨ ਪ੍ਰੋਸੀਜਰ ਦੇ ਨਾਲ ਸੰਬੰਧਿਤ ਸਾਰੀਆਂ ਗਤੀਵਿਧੀਆਂ, ਸਾਰੀਆਂ ਜਾਣਕਾਰੀਆਂ ਇਲੈਕਸ਼ਨ ਕਮਿਸ਼ਨ ਦੁਆਰਾ ਜਾਰੀ ਹਦਾਇਤਾਂ ਦੇ ਅਨੁਸਾਰ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ। ਜਲਦੀ ਮਿਲਾਂਗੇ। ਅਗਲੀ ਪ੍ਰਕਿਰਿਆ ਜਿਹੜੀ ਸਾਡੀ ਅਗਲੀ ਆਨਲਾਈਨ ਟ੍ਰੇਨਿੰਗ ਵੀ ਹੋਊਗੀ ਔਰ ਤੁਹਾਡੇ ਨਾਲ ਅਸੀਂ ਇਲੈਕਸ਼ਨ ਫੰਡਾਜ਼ ਦੇ ਵਿੱਚ ਅਸੀਂ ਸਾਂਝੀ ਕਰਾਂਗੇ। ਉਹ ਪ੍ਰਕਿਰਿਆ ਹੋਊਗੀ ਅਸਲੀ ਚੋਣ ਪ੍ਰਕਿਰਿਆ ਦੇ ਲਈ ਸੈਕਟਰ ਆਫੀਸਰ ਸਾਹਿਬਾਨ ਵੱਲੋਂ, ਹਰ RO ਸਾਹਿਬਾਨ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ
ਅਸਲੀ ਮਸ਼ੀਨਾਂ EVMs ਦੀ ਕਮਿਸ਼ਨਿੰਗ ਦੇ ਲਈ, ਜਦੋਂ ਅਸੀਂ ਅਸਲੀ ਪੋਲਿੰਗ ਦੇ ਲਈ ਮਸ਼ੀਨਾਂ ਦੀ ਤਿਆਰੀ ਕਰਦੇ ਹਾਂ, ਇਲੈਕਸ਼ਨ ਕਮਿਸ਼ਨ ਦੀ ਬੋਲੀ ਵਿੱਚ ਉਸ ਨੂੰ ਕਮਿਸ਼ਨਿੰਗਸ ਆਫ EVMs ਬੋਲਦੇ ਨੇ। ਤਾਂ ਅਸੀਂ ਕਮਿਸ਼ਨਿੰਗ ਆਫ EVM ਦੀ ਅਗਲੀ ਆਨਲਾਈਨ ਟ੍ਰੇਨਿੰਗ ਦੀ ਵੀਡੀਓ ਵੀ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ। ਇਸ ਸਾਰੀ ਹੌਸਲਾ ਅਫਜ਼ਾਈ ਦੇ ਲਈ ਧੰਨਵਾਦ। ਦੇਖਦੇ ਰਹੋ ਸਾਡਾ ਚੈਨਲ, ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ। ਥੈਂਕ ਯੂ ਵੈਰੀ ਮਚ। ਜੈ ਹਿੰਦ। ਸੋ ਆਪਾਂ ਅੱਜ ਦੀ ਇਹ ਟ੍ਰੇਨਿੰਗ ਸ਼ੁਰੂ ਕਰਦੇ ਹੋਏ ਇਸ ਸਾਰੇ ਪ੍ਰੋਸੈਸ ਨੂੰ ਅਸੀਂ ਅਲੱਗ-ਅਲੱਗ ਫੇਜ਼ ਦੇ ਵਿੱਚ ਵੰਡਿਆ। ਬਿਫੋਰ ਦਾ ਪੋਲਿੰਗ, ਡਿਊਰਿੰਗ ਦਾ ਪੋਲ, ਆਫਟਰ ਕੰਪਲੀਟਿੰਗ ਦਾ ਪੋਲ। ਮਤਲਬ ਪੋਲ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਤੋਂ ਅਸੀਂ ਲਵਾਂਗੇ ਪ੍ਰੋਸੈਸ ਇਹ, ਔਰ ਪੋਲ ਵਾਲੇ ਦਿਨ ਔਰ ਪੋਲ ਕਰਾਉਣ ਤੋਂ ਬਾਅਦ ਇਹ ਕੀ ਡਿਊਟੀਆਂ ਹੋਣਗੀਆਂ ਸਾਡੇ ਪੋਲਿੰਗ ਸਟਾਫ ਦੀਆਂ, ਅਸੀਂ ਉਹ ਗੱਲ ਕਰਾਂਗੇ। ਜਿਵੇਂ ਅਸੀਂ ਫਸਟ ਕਹਿੰਦੇ ਹਾਂ ਕਿ ਪੋਲਿੰਗ ਸਟਾਫ ਨੂੰ ਅਟੈਂਡ ਆਲ ਦਾ ਟ੍ਰੇਨਿੰਗ ਸੈਸ਼ਨ, ਜਿੰਨੇ ਵੀ ਉਹਨਾਂ ਦੇ ਟ੍ਰੇਨਿੰਗ ਸੈਸ਼ਨ ਲੱਗਣਗੇ ਉਹਨਾਂ ਨੂੰ ਟ੍ਰੇਨਿੰਗ ਲੈਣਗੇ। ਗੈਟ yourself acquainted about election procedure, ਸਾਰਾ ਪ੍ਰੋਸੀਜਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਅਪਲਾਈ ਫॉर ਪੋਸਟਲ ਬੈਲਟ ਪੇਪਰ EDC। ਜਿਹੜਾ ਸਟਾਫ ਪੋਲਿੰਗ ਪਾਰਟੀਆਂ ਨੇ ਉਹ ਦੋ ਤਰੀਕੇ ਦੇ ਨਾਲ ਉਹ ਆਪਣੀ ਵੋਟ ਵੀ ਪਾ ਸਕਦੀਆਂ ਨੇ, ਜਾਂ ਤਾਂ ਬੈਲਟ ਪੇਪਰ ਰਾਹੀਂ ਜਾਂ EDC ਰਾਹੀਂ। ਜਿਨ੍ਹਾਂ ਦੀ ਸੇਮ AC ਦੇ ਵਿੱਚ ਵੋਟ ਬਣੀ ਹੋਈ ਹੈ, ਸੇਮ ਅਸੈਂਬਲੀ ਦੇ ਵਿੱਚ, ਉਹ ਆਪਣੀ EDC ਦੇ ਰਾਹੀਂ ਵੋਟ ਅਪਲਾਈ ਕਰਨਗੇ ਪਹਿਲਾਂ। ਔਰ ਜਿਨ੍ਹਾਂ ਦੀ ਅਸੈਂਬਲੀ ਚੇਂਜ ਹੁੰਦੀ ਹੈ ਤਾਂ ਉਹ ਆਪਣੇ AC ਦੇ ਵਿੱਚ ਵੋਟ ਪਾਉਣ ਦੇ ਲਈ ਬੈਲਟ ਪੇਪਰ ਰਾਹੀਂ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਨੇ। ਕਾਸਟ ਪੋਸਟ ਬੈਲਟ ਐਟ ਫੈਸਿਲਿਟੇਸ਼ਨ ਸੈਂਟਰ। ਹਰ AC ਦੇ ਵਿੱਚ ਪੋਸਟਲ ਬੈਲਟ ਦੇ ਲਈ ਇੱਕ ਸੁਵਿਧਾ ਹੋਊਗੀ। ਜੋ ਵੀ ਡਿਊਟੀ ਤੇ ਪੋਲ ਸਟਾਫ ਹੈ ਆਪਣਾ ਪੋਸਟਲ ਬੈਲਟ ਪੇਪਰ ਹੈ ਜਿਹੜਾ ਥਰੂ ਪੋਸਟ ਵੀ ਔਰ ਥਰੂ ਆਪਣੇ SDM ਆਫਿਸ ਦੇ ਵਿੱਚ ਵੀ ਜਾ ਕੇ ਕਾਸਟ ਕਰ ਸਕਦਾ ਹੈ, ਦੇ ਸਕਦਾ ਹੈ। ਰਿਪੋਰਟ ਟੂ ਦਾ ਰਿਟਰਨਿੰਗ ਆਫਿਸਰ 1 day ਬਿਫੋਰ ਦਾ ਪੋਲ ਡੇ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਸਾਡਾ ਪੋਲਿੰਗ ਸਟਾਫ ਪੋਲ ਤੋਂ ਇੱਕ ਦਿਨ ਪਹਿਲਾਂ ਸਾਡੇ ਕੋਲ ਆਉਂਦਾ ਹੈ, ਰਿਸੀਵ ਦਾ ਅਪਾਇੰਟਮੈਂਟ ਆਰਡਰ ਅਬਾਊਟ ਪੋਲਿੰਗ ਸਟੇਸ਼ਨ ਫਰੋਮ ਦਾ ਰਿਟਰਨਿੰਗ ਆਫਿਸਰ। ਉੱਥੇ ਜਾ ਕੇ ਪਤਾ ਲੱਗਦਾ ਕਿ ਉਸ ਪੋਲ ਸਟਾਫ ਦੀ ਕਿਹੜੇ ਪੋਲਿੰਗ ਸਟੇਸ਼ਨ ਔਰ ਕਿਹੜੇ ਪੋਲਿੰਗ ਬੂਥ ਤੇ ਡਿਊਟੀ ਲੱਗੀ ਹੈ। ਰੀਡ ਕੇਅਰਫੁਲੀ ਦਾ ਅਪਾਇੰਟਮੈਂਟ ਆਰਡਰ, ਆਈਡੈਂਟੀਟੀ ਦਾ ਨੇਮ ਐਂਡ ਨੰਬਰ ਆਫ ਦਾ ਪੋਲਿੰਗ ਸਟੇਸ਼ਨ। ਕਿਉਂਕਿ ਮੋਸਟਲੀ ਸਾਡਾ ਆਪਣੇ AC ਤੋਂ ਹਟ ਕੇ ਡਿਊਟੀ ਲੱਗੀ ਹੁੰਦੀ ਹੈ, ਇਸ ਲਈ ਬੜੇ ਧਿਆਨ ਦੇ ਨਾਲ ਸਾਡੀ ਡਿਊਟੀ ਕਿੱਥੇ ਲੱਗੀ ਹੈ, ਕਿਹੜੇ ਪੋਲਿੰਗ ਸਟੇਸ਼ਨ ਤੇ ਕਿਹੜੇ ਬੂਥ ਤੇ ਲੱਗੀ ਹੈ, ਕਿਉਂਕਿ ਇੱਕ ਪੋਲਿੰਗ ਸਟੇਸ਼ਨ ਤੇ ਇੱਕ ਤੋਂ ਜ਼ਿਆਦਾ ਬੂਥ ਵੀ ਹੋ ਸਕਦੇ ਨੇ। ਕੰਟੈਕਟ ਦਾ ਪੋਲਿੰਗ ਪਾਰਟੀ, ਦੈਟ ਇਜ਼ ਇਹ ਅਸੀਂ ਗੱਲ ਕਰ ਰਹੇ ਹਾਂ PRO ਦੇ ਲਈ, ਕਿ ਆਪਣੇ APRO ਦੇ ਨਾਲ, ਆਪਣੇ ਪੋਲਿੰਗ ਆਫਿਸਰਸ ਦੇ ਨਾਲ ਕੰਟੈਕਟ ਕਰੇ, ਕਿਉਂਕਿ ਉਹਨੂੰ ਲਿਸਟ ਦੇ ਵਿੱਚ ਪਤਾ ਹੋਊ ਕਿ ਆਪਣੀ ਪਾਰਟੀ ਸਾਰੀ ਕਿਹੜੀ ਹੈ। ਮੀਟ ਯੂਅਰ ਪੋਲਿੰਗ ਟੀਮ, ਸਾਰੀ ਪੋਲਿੰਗ ਟੀਮ ਦੇ ਨਾਲ ਸੰਪਰਕ ਕਰੇ ਔਰ ਇਕੱਠੇ ਹੋ ਕੇ ਇੱਕ ਚੀਜ਼ ਜ਼ਰੂਰ ਮਤਲਬ ਨਾਲ ਪਤਾ ਕਰੇ, ਫਾਈਂਡ ਆਊਟ ਵੈਦਰ CPMF ਸੈਂਟਰਲ ਪੈਰਾਮਿਲਟਰੀ ਫੋਰਸਿਸ ਮਾਈਕਰੋ ਆਬਜ਼ਰਵਰਸ ਵੀਡੀਓ ਕੈਮਰਾ ਫੋਟੋਗ੍ਰਾਫਰ ਹੈਜ਼ ਬੀਨ ਡਿਪਲੋਇਡ ਐਟ ਦਾ ਪੋਲਿੰਗ ਸਟੇਸ਼ਨ। ਤੁਹਾਡਾ ਪੋਲਿੰਗ ਬੂਥ ਹੈ ਜਿਹੜਾ ਸੈਂਸਿਟਿਵ ਤਾਂ ਨਹੀਂ ਹੈਗਾ, ਉੱਥੇ ਜਿਹੜੇ ਵੀ ਸਿਕਿਉਰਿਟੀ ਪਰਸੋਨਲਸ ਲੱਗੇ ਹੋਏ ਨੇ ਕਿਸ ਤਰ੍ਹਾਂ ਦੇ ਲੱਗੇ ਹੋਏ ਨੇ, ਉਹਦੇ ਵੀਡੀਓਗ੍ਰਾਫੀ ਹੋਏਗੀ, ਮਾਈਕਰੋ ਆਬਜ਼ਰਵਰ ਹੋਏਗਾ। ਇਹ ਚੀਜ਼ਾਂ ਤੁਹਾਡੀ ਨੌਲੇਜ 'ਚ ਵੀ ਹੋਣੀਆਂ ਜ਼ਰੂਰੀ ਨੇ। ਆਪਣਾ ਸਾਰਾ ਪੋਲਿੰਗ ਮਟੀਰੀਅਲਸ ਉੱਥੋਂ ਸਮਾਨ ਲਓ। ਇਹ ਸਾਰੀ ਗੱਲ ਆਪਾਂ ਕਰ ਰਹੇ ਹਾਂ ਆਪਣੇ ਪੋਲਿੰਗ ਸਟਾਫ ਦੇ ਲਈ, ਜਿਹੜੀ ਚੀਜ਼ ਅਸੀਂ ਰਿਹਰਸਲ ਦੇ ਵਿੱਚ ਦੱਸਾਂਗੇ। ਅਟੈਂਡ ਆਲ ਰਿਹਰਸਲਸ ਐਂਡ ਟ੍ਰੇਨਿੰਗ ਕਲਾਸਿਸ, ਇਹੀ ਚੀਜ਼ ਅਸੀਂ ਹੁਣ ਦੱਸੀ ਹੈ। ਪ੍ਰੈਕਟੀਕਲ ਟ੍ਰੇਨਿੰਗ ਔਨ EVMs ਐਂਡ VVPATs। ਇਹ ਟ੍ਰੇਨਿੰਗਸ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ EVMs ਦੇ ਉੱਤੇ ਹੈਂਡਸ ਔਨ ਬੰਦਾ ਆਪਣੇ ਆਪ ਟ੍ਰੇਨਿੰਗ ਲਵੇ। ਜਿੰਨੇ ਤੱਕ ਤੁਹਾਨੂੰ EVMs ਨੂੰ ਆਪਰੇਟ ਕਰਨਾ ਨਹੀਂ ਆਉਂਦਾ, ਤੁਹਾਨੂੰ ਮੁਸ਼ਕਿਲ ਹੋਏਗੀ ਪੋਲ ਡੇ ਵਾਲੇ ਦਿਨ। ਸੋ ਪਲੀਜ਼ ਟ੍ਰੇਨਿੰਗ ਦੇ ਵਿੱਚ ਸਾਰੇ ਹੀ ਪੋਲਿੰਗ ਸਟਾਫ, ਖਾਸ ਕਰਕੇ ਪ੍ਰੈਜ਼ਾਈਡਿੰਗ ਆਫਿਸਰ ਔਰ APRO, ਦੋਨਾਂ ਨੂੰ EVMs ਤੇ ਹੈਂਡਸ ਔਨ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਕਲੈਰੀਫਿਕੇਸ਼ਨ ਆਫ ਡਾਊਟਸ, ਕੋਈ ਵੀ ਚੀਜ਼ ਨਹੀਂ ਪਤਾ ਲੱਗਦੀ, ਆਪਰੇਟ ਕਰਨ ਦੀ ਨਹੀਂ ਪਤਾ ਲੱਗਦੀ, ਤਾਂ ਅਸੀਂ ਹਰ ਇੱਕ AC ਦੇ ਵਿੱਚ ਇੱਕ ਹੈਲਪ ਡੈਸਕ ਵੀ ਹੋਊਗਾ, EVMs ਦੀ ਹੈਂਡਸ ਔਨ ਟ੍ਰੇਨਿੰਗ ਵੀ ਹੋਊਗੀ। ਆਪਣੇ ਸਾਰੇ ਡਾਊਟਸ ਕਲੀਅਰ ਕਰਨੇ ਨੇ। ਸਾਰਾ ਸਮਾਨ ਲੈ ਕੇ ਅਰਾਈਵਲ ਐਟ ਦਾ ਡਿਸਟ੍ਰੀਬਿਊਸ਼ਨ ਸੈਂਟਰ
ਇਹ ਅਸੀਂ ਦੇਖਦੇ ਹਾਂ, ਚੈੱਕ ਪੋਸਟ ਕਰੀ ਹੈ, ਆਇਡੈਂਟੀ ਕਰ ਲਈ, ਅਸੀਂ ਆਪਣੀ ਆਇਡੈਂਟੀਟੀ ਕਰ ਲਈ, ਫੈਮਿਲਰਾਈਜੇਸ਼ਨ ਹੋ ਗਿਆ ਪੋਲਿੰਗ ਟੀਮ ਦੇ ਨਾਲ। ਅਸੀਂ ਆਪਣੇ ਪੋਲਿੰਗ ਸਟੇਸ਼ਨ ਨੂੰ ਆਲੇ ਦੁਆਲੇ ਤੋਂ ਵੀ ਚੈੱਕ ਕਰਨਾ ਹੈ। ਕਲੈਕਸ਼ਨ ਆਫ ਪੋਲਿੰਗ ਮਟੀਰੀਅਲਸ, ਇਹ ਹੈਡਿੰਗਸ ਦੇ ਅਧੀਨ ਹੁਣ ਅਸੀਂ ਅੱਗੇ ਦੇਖਾਂਗੇ। ਸਾਡੀ ਪੋਲਿੰਗ ਪਾਰਟੀ ਹੈ ਜਿਹੜੀ ਸਾਰੇ ਮਟੀਰੀਅਲ ਨੂੰ ਪਹਿਲਾਂ ਕਿਵੇਂ ਚੈੱਕ ਕਰੂਗੀ, ਜਿਹੜਾ ਵੀ ਆਪਾਂ ਨੂੰ ਪੋਲਿੰਗ ਮਟੀਰੀਅਲ ਮਿਲਿਆ। ਮੋਸਟ ਇੰਪੋਰਟੈਂਟ ਆਈਟਮਸ ਆ, ਸਭ ਤੋਂ ਮਹੱਤਵਪੂਰਨ ਚੀਜ਼ਾਂ ਹੁੰਦੀਆਂ EVMs, ਬੈਲਟ ਯੂਨਿਟ, ਕੰਟਰੋਲ ਯੂਨਿਟਸ ਐਂਡ VVPAT। ਹੁਣ ਅਸੀਂ ਮਟੀਰੀਅਲ ਚੈੱਕ ਕਿਵੇਂ ਕਰ ਰਹੇ ਹਾਂ। EVMs ਚੈੱਕ ਕਰ ਲਿਆ, ਟੈਂਡਰ ਬੈਲਟ ਪੇਪਰ ਚੈੱਕ ਕਰ ਲਏ, ਰਜਿਸਟਰ ਫॉर ਵੋਟਰਸ 17 ਇਹ ਚੈੱਕ ਕਰ ਲਿਆ, ਮਾਰਕਡ ਕਾਪੀ ਐਂਡ ਵਰਕਿੰਗ ਕਾਪੀਜ਼ ਆਫ ਇਲੈਕਟੋਰਲ ਰੋਲ। ਇਹ ਸਾਰੇ ਸਮਾਨ ਦੇ ਬਾਰੇ ਤਕਰੀਬਨ ਤੁਸੀਂ ਜਾਣਦੇ ਹੋ, ਮੈਂ ਤਾਂ ਤੁਹਾਨੂੰ ਫਟਾਫਟ ਇਹ ਚੀਜ਼ਾਂ ਦੱਸ ਰਿਹਾ ਤਾਂ ਕਿ ਕੰਮ ਦੀ ਗੱਲ ਤੇ ਆਪਾਂ ਜ਼ੋਰ ਦੇਵਾਂਗੇ। ASD ਐਬਸੈਂਟ ਸ਼ਿਫਟਡ ਡੈਡ, EDC ਇਲੈਕਸ਼ਨ ਡਿਊਟੀ ਸਰਟੀਫਿਕੇਟ, PWD ਪਰਸਨਸ ਵਿਦ ਡੈਫੀਸ਼ੀਐਂਸੀ, ਏਜ 80+ ਵੋਟਰਸ, ਪੋਸਟਲ ਬੈਲਟ ਐਂਡ CSV ਕਲਾਸੀਫਾਈਡ ਸਰਵਿਸ ਵੋਟਰ। ਇਹ ਸਾਰੀਆਂ ਚੀਜ਼ਾਂ ਬਾਰੇ ਕਿਉਂ ਧਿਆਨ ਰੱਖਣਾ ਹੈ, ਕਿਉਂਕਿ ਸਾਨੂੰ ਜਿਹੜੀ ਮਾਰਕੀਟ ਕਾਪੀ ਮਿਲੂਗੀ ਉਹ ਸਾਰਿਆਂ ਤੇ ਇਹੀ ਸੰਬੰਧੀ ਮੋਹਰਾਂ ਲੱਗੀਆਂ ਹੋਣਗੀਆਂ। ਕੋਈ ਵੀ ਤੁਹਾਡੇ ਹਲਕੇ ਦੇ ਵਿੱਚ, ਤੁਹਾਡੇ ਬੂਥ ਦੇ ਵਿੱਚ ਜੇ ਕੋਈ ਬੰਦਾ ਐਬਸੈਂਟ ਹੈ, ਸ਼ਿਫਟਡ ਹੈ, ਡੈਡ ਹੈ, ਅੱਛਾ ਕਈ ਇਸ ਵਾਰ ਇਲੈਕਸ਼ਨ ਕਮਿਸ਼ਨ ਨੇ PWD ਵੋਟਰਸ ਅਤੇ ਅਬਵ ਏਜ 80 ਸਾਲ ਤੋਂ ਵੱਧ ਦੇ ਵੋਟਰਸ ਵਾਸਤੇ ਅਤੇ ਕੋਵਿਡ ਪੇਸ਼ੈਂਟਸ ਵਾਸਤੇ ਇਸ ਵਾਰ ਨਵੇਂ ਪ੍ਰੋਵੀਜ਼ਨ, ਨਵੀਆਂ ਕੋਵਿਡ ਗਾਈਡਲਾਈਨਸ ਦੇ ਅਧੀਨ ਅਸੀਂ ਉਹਨਾਂ ਦੀ ਵੋਟ ਹੈ ਜਿਹੜੀ ਬਾਈ ਪੋਸਟਲ ਬੈਲਟ ਵੀ ਲਵਾਂਗੇ। ਲੇਕਿਨ ਜਿਨ੍ਹਾਂ ਨੂੰ ਪੋਸਟਲ ਬੈਲਟ ਜਾਰੀ ਹੋ ਗਿਆ ਤਾਂ ਉਹਨਾਂ ਦੀ ਬੂਥ ਦੇ ਵਿੱਚ ਵੋਟ ਆਪਣੇ ਆਪ ਸਿੱਧੇ ਨਹੀਂ ਪਏਗੀ, ਉਹਨਾਂ ਦੀ ਪੋਸਟਲ ਬੈਲਟ ਰਾਹੀਂ ਹੀ ਪਏਗੀ ਔਰ ਮਾਰਕਡ ਕਾਪੀ ਤੇ ਬਕਾਇਦਾ ਉਹ ਮਾਰਕ ਕੀਤਾ ਹੋਊਗਾ। ਇਸੇ ਤਰੀਕੇ ਦੇ ਨਾਲ CSV ਕਲਾਸੀਫਾਈਡ ਸਰਵਿਸ ਵੋਟਰ, ਜਿਹੜੇ ਸਾਡੇ ਸੈਨਿਕ ਭਰਾ, ਉਹ ਆਪਣੇ ਕਿਸੇ ਨੂੰ ਅਥੋਰਾਈਜ਼ ਕਰ ਸਕਦੇ ਹੈ, ਆਪਣੇ ਫੈਮਿਲੀ ਮੈਂਬਰ ਨੂੰ, ਆਪਣੇ ਮਿੱਤਰ ਨੂੰ, ਕਿ ਉਹਨਾਂ ਦੀ ਜਗ੍ਹਾ ਤੇ ਪ੍ਰੋਕਸੀ ਵੋਟ ਪਾ ਸਕਦਾ ਬੰਦਾ। ਇਹ ਸਾਰੀਆਂ ਦੀਆਂ ਨਿਸ਼ਾਨੀਆਂ ਮਾਰਕਡ ਕਾਪੀ ਤੇ ਮਾਰਕ ਹੋਣਗੀਆਂ। ਇਹ ਧਿਆਨ ਦੇ ਨਾਲ ਮਾਰਕਡ ਕਾਪੀ ਚੈੱਕ ਕਰਨੀ ਹੈ। ਅਕਾਊਂਟਸ ਆਫ ਵੋਟ ਰਿਕਾਰਡ 17C ਪ੍ਰੈਜ਼ਾਈਡਿੰਗ ਆਫੀਸਰਸ ਡਾਇਰੀ, ਸਾਰੀਆਂ ਸੀਲਾਂ ਤੇ ਟੈਗ ਚੈੱਕ ਕਰਨੇ ਨੇ ਕਿ ਆਪਣੇ ਕੋਲ ਸੀਲਾਂ ਸਾਰੀਆਂ ਹੈਗੀਆਂ ਨੇ, ਖਾਸ ਤੌਰ ਤੇ ਗ੍ਰੀਨ ਪੇਪਰ ਸੀਲ, ਸਟ੍ਰਿਪ ਸੀਲ, ਸਪੈਸ਼ਲ ਟੈਗ, ਐਡਰੈਸ ਟੈਗਸ। ਇਹ ਅਸੀਂ ਮਟੀਰੀਅਲ ਦੀ ਗੱਲ ਕਰ ਰਹੇ ਹਾਂ ਜਿਹੜਾ ਪੋਲਿੰਗ ਸਟਾਫ ਨੂੰ ਸਾਰਾ ਪੋਲ ਡੇ ਵਾਲੇ ਦਿਨ ਯੂਜ਼ ਕਰਨ ਦੇ ਲਈ ਮਿਲੂਗਾ। ਪੇਪਰ ਸੀਲ ਅਕਾਊਂਟ ਫਾਰਮ, ਇਹ ਫਾਰਮ ਅਸੀਂ ਹੁਣ ਸਾਰੇ ਚੈੱਕ ਕਰਨੇ ਆ ਨਾਲ ਨਾਲ। ਡਿਸਟਿੰਗੁਇਸ਼ੇਬਲ ਮਾਰਕ ਰਬਰ ਸਟੈਂਪ, ਐਰੋ ਕ੍ਰੋਸ ਮਾਰਕ ਰਬਰ ਸਟੈਂਪ, ਮੈਟਲ ਸੀਲ, ਸੀਲਿੰਗ ਵੈਕਸ, ਡੈਕਲੇਰੇਸ਼ਨ ਅੰਡਰ ਰੂਲ 49 MA ਫॉर ਟੈਸਟ ਵੋਟ। ਇਹ ਆਪਾਂ ਅੱਗੇ ਦੱਸਾਂਗੇ ਕਿ 49 MA ਦੀ ਡੈਕਲੇਰੇਸ਼ਨ ਕਿਸ ਲਈ ਹੁੰਦੀ ਹੈ, ਬੜਾ ਮਹੱਤਵਪੂਰਨ ਫਾਰਮ ਹੈ। ਇੰਡੈਲੀਬਲ ਇੰਕ, ਸਪੈਸੀਮਨ ਸਿਗਨੇਚਰ ਆਫ ਕੈਂਡੀਡੇਟ ਪੋਲਿੰਗ ਏਜੰਟਸ। ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਕੋਲ ਕੈਂਡੀਡੇਟਸ ਦੇ ਔਰ ਉਹਨਾਂ ਦੇ ਪੋਲਿੰਗ ਏਜੰਟਸ ਦੇ ਸਪੈਸੀਮਨ ਸਿਗਨੇਚਰ ਹੋਣੇ ਚਾਹੀਦੇ। ਸਟੈਚੂਰੀ ਫਾਰਮਸ, ਨਾਨ ਸਟੈਚੂਰੀ ਫਾਰਮਸ, ਅਦਰ ਰਿਕੁਆਇਰਡ ਮਟੀਰੀਅਲ ਐਜ਼ ਪਰ ਚੈੱਕ ਲਿਸਟ ਗਿਵਨ ਬਾਈ RO। ਇਹ ਸਾਰੀ ਚੈੱਕ ਲਿਸਟ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ ਦੇ ਵਿੱਚ ਵੀ ਹੁੰਦੀ ਹੈ। ਅਸੀਂ ਮਿਲਾਨ ਕਰ ਸਕਦੇ ਹਾਂ ਕਿ ਸਾਨੂੰ ਸਮਾਨ ਜਿਹੜਾ ਮਿਲਿਆ ਉਹ ਪੂਰਾ ਹੈ। ਇਹ EVMs ਜਿਨ੍ਹਾਂ ਦੇ ਰਾਹੀਂ ਅਸੀਂ ਵੋਟ ਪਵਾਉਣੀ ਹੈ। ਬੈਲਟ ਯੂਨਿਟ, ਕੰਟਰੋਲ ਯੂਨਿਟ ਔਰ VVPAT। ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੈ, ਜਦੋਂ ਮਸ਼ੀਨਾਂ ਮਿਲਦੀਆਂ ਸਾਨੂੰ, ਚੈੱਕ ਦਾ ਸੀਰੀਅਲ ਨੰਬਰ, ਐਡਰੈਸ ਟੈਗ ਐਂਡ CU, BU ਐਂਡ VVPAT। ਮਤਲਬ ਜਦੋਂ ਅਸੀਂ ਪ੍ਰਸ਼ਾਸਨ ਵੱਲੋਂ ਪਹਿਲਾਂ ਕਮਿਸ਼ਨਿੰਗ ਹੁੰਦੀ ਹੈ, ਮਸ਼ੀਨਾਂ ਦੀ ਸੈਟਿੰਗ ਕੀਤੀ ਜਾਂਦੀ ਹੈ ਹਰ ਬੂਥ ਦੇ ਲਈ, ਤਾਂ ਸੰਬੰਧਿਤ ਬੂਥ ਦੇ ਲਈ ਇੱਕ ਸੈੱਟ ਤਿਆਰ ਕੀਤਾ ਜਾਂਦਾ ਹੈ। ਉਹ ਸੈੱਟ ਬਕਾਇਦਾ ਉਹਦੇ ਨੰਬਰ, ਇੱਕ ਲਿਸਟ ਬਣਾਈ ਜਾਂਦੀ ਹੈ ਔਰ ਉਸ ਬੂਥ ਦਾ ਸੈੱਟ ਹੀ ਉਸ ਪਾਰਟੀ ਨੂੰ ਦਿੱਤਾ ਜਾਂਦਾ ਹੈ। ਤਾਂ ਉਸ ਪਾਰਟੀ ਨੇ ਪਹਿਲਾਂ ਚੈੱਕ ਕਰਨਾ ਹੈ ਕਿ ਮੈਨੂੰ ਜਿਹੜੀ CU, BU ਤੇ VVPAT ਮਿਲਿਆ, ਇਹਨਾਂ ਦਾ ਨੰਬਰ, ਸੀਰੀਅਲ ਨੰਬਰ ਮੇਰੇ ਬੂਥ ਨਾਲ ਹੀ ਸੰਬੰਧਿਤ ਹੈ ਜਾਂ ਨਹੀਂ। Check the seals put by returning officer on the candidate set section, battery section, CU, upper display section of VVPAT and the right of
and bottom latch covers of Bijou and affix pink seal paper on Siju and Bijou। ਬਹੁਤ ਜ਼ਰੂਰੀ ਹੈ ਸਾਰੀਆਂ ਮਸ਼ੀਨਾਂ ਤੇ ਅਸੀਂ ਇਹ ਚੈੱਕ ਕਰਨਾ ਕੰਟਰੋਲ ਯੂਨਿਟ ਦਾ ਬੈਟਰੀ ਸੈਕਸ਼ਨ ਸੀਲ ਹੈ, ਕੈਂਡੀਡੇਟ ਸੈੱਟ ਸੈਕਸ਼ਨ ਸੀਲ ਹੈ, ਵੀਵੀਪੈਟ ਦਾ ਉੱਪਰ ਪੇਪਰ ਰੋਲ ਵਾਲਾ ਉੱਪਰਲਾ ਸਿਸਟਮ ਇਹ ਸੀਲ ਹੈ, ਔਰ ਬੈਲਟ ਯੂਨਿਟ ਤੇ ਥੱਲੇ ਪਿੰਕ ਪੇਪਰ ਸੀਲ ਲੱਗੀ ਹੋਣੀ ਜ਼ਰੂਰੀ ਹੈ ਜਿਸ ਤੇ ਆਰਓ ਦੇ ਸਾਈਨ ਔਰ ਇੰਜੀਨੀਅਰ ਸਾਹਿਬ ਦੇ ਸਾਈਨ ਉਸ ਤੇ ਹੋਏ ਹੋਣ। Polling parties should never open the seals put by returning officer, CJU, BJU and VVPAT। ਅਸੀਂ ਸਿਰਫ ਪੋਲਿੰਗ ਪਾਰਟੀਜ਼ ਨੇ ਚੈੱਕ ਕਰਨਾ ਹੈ, ਕਿਸੇ ਵੀ ਸੀਲ ਦੇ ਨਾਲ ਛੇੜਛਾੜ ਨਹੀਂ ਕਰਨੀ। ਸਵਿਚ ਔਨ ਦਾ CJU ਐਂਡ ਪ੍ਰੈਸ ਟੋਟਲ ਬਟਨ। ਹੁਣ ਅਸੀਂ ਕੀ ਕਰਨਾ ਹੈ, ਕੰਟਰੋਲ ਯੂਨਿਟ ਦਾ ਸਿਰਫ ਟੋਟਲ ਦਾ ਬਟਨ ਦਬ ਕੇ ਦੇਖ ਲਾਂਗੇ, ਉਹ ਤੋਂ ਪਤਾ ਲੱਗ ਜੂ ਕਿ ਕਿੰਨੇ ਕੈਂਡੀਡੇਟ ਇਸ ਦੇ ਵਿੱਚ ਸੈੱਟ ਨੇ। Do not connect VVPAT with CJU while checking। ਖਾਸ ਤੌਰ ਤੇ ਖਿਆਲ ਰੱਖਣਾ ਹੈ, ਅਸੀਂ ਇਹ ਰਿਹਰਸਲ ਦੇ ਦੌਰਾਨ ਬਾਰ-ਬਾਰ ਕਹਿਣਾ ਹੈ ਕਿ ਜਦੋਂ ਵੀ ਉਹ ਚੈੱਕ ਕਰਨ ਕੰਟਰੋਲ ਯੂਨਿਟ ਤੇ ਬੈਲਟ ਯੂਨਿਟ ਨੂੰ ਆਪਸ 'ਚ ਮਿਲਾ ਕੇ ਚੈੱਕ ਕਰ ਸਕਦੇ ਨੇ। ਕਦੇ ਵੀ ਚੈਕਿੰਗ ਦੇ ਦੌਰਾਨ ਸਿੱਧਾ VVPAT ਨੂੰ ਲਗਾ ਕੇ ਬਾਰ-ਬਾਰ ਚੈੱਕ ਨਹੀਂ ਕਰਨਾ ਚਾਹੀਦਾ, ਕਿਉਂਕਿ VVPAT ਨੂੰ ਜਿੰਨੇ ਵਾਰ ਚੈੱਕ ਕਰੋਗੇ ਉਹਨੇ ਆਪਣੀਆਂ 7 ਸੈਲਫ ਅਟੈਸਟ ਸਲਿਪਸ ਕੱਢਣੀਆਂ ਨੇ। ਉਹ ਤੋਂ ਬਾਅਦ ਉਹਦੇ 'ਚ ਪੇਪਰ ਰੋਲ ਹੈ ਜਿਹੜਾ ਇੱਕ ਵਾਰੀ ਪਾ ਕੇ ਸੀਲ ਕੀਤਾ ਜਾਂਦਾ ਹੈ, ਬਾਰ-ਬਾਰ ਉਸਨੂੰ ਆਪਾਂ ਚਲਾਵਾਂਗੇ ਤਾਂ ਉਹ ਪੇਪਰ ਵੀ ਯੂਜ਼ ਹੋਏਗਾ ਤੇ ਉਹਦੇ 'ਚ ਐਰਰ ਵੀ ਆ ਸਕਦੀ ਹੈ। ਅਸੀਂ VVPAT ਨੂੰ ਨਾਲ ਚੈੱਕ ਕਰਾਂਗੇ ਸਿਰਫ ਪੋਲ ਡੇ ਵਾਲੇ ਦਿਨ, ਮੌਕ ਪੋਲ ਵਾਲੇ ਦਿਨ। ਚੈੱਕ ਦਾ EVMs ਆਰ ਵਰਕਿੰਗ ਔਰ ਨੋਟ ਬਾਈ ਚੈਕਿੰਗ ਦਾ ਟੋਟਲ ਬਟਨ ਆਫ CJU ਕਰ ਲਿਆ। ਡੂ ਨਾਟ ਕਨੈਕਟ ਚੈੱਕ VVPAT। ਇਹ ਚੈੱਕ ਪੁਆਇੰਟਸ ਨੇ ਆਪਣੇ ਜੀ। ਚੈੱਕ ਫੋਟੋ ਇਲੈਕਟੋਰਲ ਰੋਲ ਐਂਡ ਮਾਰਕਡ ਕਾਪੀ ਆਰ ਸਿਮਿਲਰ। ਇਹ ਚੀਜ਼ ਖਾਸ ਤੌਰ ਤੇ ਦੇਖਣੀ ਹੈ। ਮਾਰਕਡ ਕਾਪੀ ਦੇ ਬਾਅਦ ਦੇ ਵਿੱਚ ਜੇ ਕੋਈ ਸਪਲੀਮੈਂਟਰੀ ਲੱਗੀ ਹੋਈ ਹੈ ਲਿਸਟ, ਉਹ ਵੀ ਧਿਆਨ ਨਾਲ ਦੇਖਣੀ ਹੈ, ਕਿਉਂਕਿ ਇੱਕ ਚੀਜ਼ ਤੁਹਾਨੂੰ ਮੈਂ ਨਾਲ ਦੱਸਦਾ ਕਿ ਬੇਸ਼ੱਕ ਮਾਰਕਡ ਕਾਪੀ ਨੇ ਜਿਹੜੀਆਂ ਤਿਆਰ ਹੋ ਚੁੱਕੀਆਂ ਨੇ, ਬਟ ਇਲੈਕਸ਼ਨ ਕਮਿਸ਼ਨ ਨੇ ਇੱਕ ਵਾਰੀ ਫੇਰ ਜਿਹੜੇ ਬੱਚਿਆਂ ਦੀ ਵੋਟ ਬਣਨੀ ਰਹਿ ਗਈ 1 ਜਨਵਰੀ 2022 ਤੱਕ, ਜਿਹੜੇ ਬੱਚੇ 18 ਸਾਲ ਦੀ ਉਮਰ ਪੂਰੀ ਕਰ ਰਹੇ ਨੇ, ਉਹ 31 ਜਨਵਰੀ ਤੱਕ, ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ 2-3 ਦਿਨ ਪਹਿਲਾਂ ਅਖਬਾਰ ਦੇ ਵਿੱਚ ਵੀ ਬਹੁਤ ਵਧੀਆ ਖਬਰ ਆਈ ਹੈ ਕਿ ਉਹ ਬੱਚੇ 31 ਜਨਵਰੀ ਤੱਕ ਆਪਣੀ ਵੋਟ ਅਪਲਾਈ ਕਰ ਸਕਦੇ ਨੇ ਅਤੇ ਉਹਨਾਂ ਦੀ ਵੋਟ ਪਊਗੀ। ਹੁਣ ਅਪਲਾਈ ਬੜੀ ਵਧੀਆ ਆਪਣਾ ਵੋਟਰ ਹੈਲਪਲਾਈਨ ਤੇ ਅਪਲਾਈ ਕਰ ਸਕਦੇ ਨੇ, ਬੜੀ ਜਲਦੀ ਪ੍ਰੋਸੈਸ ਹੋ ਰਿਹਾ ਹੈ। ਚੈੱਕ ਐਨੀ ਨਿਊ ਸਪਲੀਮੈਂਟਰੀ ਲਿਸਟ ਐਡ ਪ੍ਰੋਸੀਡ ਟੂ ਦਾ ਪੋਲਿੰਗ ਸਟੇਸ਼ਨ ਅਲੋਂਗ ਵਿਦ ਪੋਲਿੰਗ ਪਾਰਟੀ। ਹੁਣ ਸਾਰਾ ਮਟੀਰੀਅਲ ਚੈੱਕ ਕਰਨ ਤੋਂ ਬਾਅਦ ਅਸੀਂ ਆਪਣੇ ਬੂਥ ਵੱਲ ਜਾਣਾ ਹੈ ਆਪਣੀ ਪਾਰਟੀ ਦੇ ਨਾਲ। ਹੁਣ ਅਸੀਂ ਬੂਥ ਤੇ ਪਹੁੰਚ ਕੇ ਕੀ ਕਰਨਾ ਹੈ, ਇਹ ਸਾਰੀ ਜਿਹੜੀ ਇਨਸਟਰਕਸ਼ਨਸ ਨੇ ਪੋਲਿੰਗ ਪਾਰਟੀ ਦੇ ਲਈ, PRO ਦੇ ਲਈ। ਟੇਕ ਏ ਰਾਊਂਡ ਐਂਡ ਨੋ ਦਾ ਪੈਰੀਫਰੀ ਆਫ 200 ਮੀਟਰ। ਆਪਣੇ ਬੂਥ ਦੇ ਆਲੇ ਦੁਆਲੇ, ਪੋਲਿੰਗ ਸਟੇਸ਼ਨ ਦੇ ਆਲੇ ਦੁਆਲੇ ਦੇਖੋ 200 ਮੀਟਰ ਦੇ ਰਾਊਂਡ ਦੇ ਵਿੱਚ ਕੋਈ ਕਿਸੇ ਦਾ ਟੈਂਟ ਨਾ ਲੱਗਿਆ ਹੋਵੇ, ਫਰਨੀਚਰ ਆਪਣਾ ਫਰਨੀਚਰ ਠੀਕ ਹੋਵੇ, ਜਿੱਥੇ ਅਸੀਂ ਬੂਥ ਬਣਾਇਆ ਉੱਥੇ ਸਾਰੀਆਂ ਸਹੂਲਤਾਂ ਹੋਣ, ਲਾਈਟ, ਫੈਨਸ, ਫਰਨੀਚਰ, ਸੈਟਿੰਗ ਅਪ ਆਫ ਵੋਟਿੰਗ ਕੰਪਾਰਟਮੈਂਟ ਵਿਦ ਇਨਸ਼ੋਰ ਸੀਕ੍ਰੇਸੀ ਆਫ ਵੋਟਿੰਗ। ਆਪਣਾ ਇੱਕ ਦਿਨ ਪਹਿਲਾਂ ਹੀ ਆਪਣਾ ਵੋਟਿੰਗ ਕੰਪਾਰਟਮੈਂਟ ਸੈੱਟ ਕਰ ਲਓ। ਫੋਟੋ, ਸਲੋਗਨ ਐਟਸਟਰਾ ਸ਼ੁੱਡ ਬੀ ਕਵਰਡ, ਰਿਮੂਵਡ। ਪੋਲਿੰਗ ਸਟੇਸ਼ਨ ਤੇ ਤੁਹਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਬੈਨਰ ਜਾਂ ਪੋਸਟਰ ਨਹੀਂ ਲੱਗਿਆ ਹੋਣਾ ਚਾਹੀਦਾ, ਹੈਗਾ ਤਾਂ ਉਸਨੂੰ ਰਿਮੂਵ ਕਰਵਾ ਦਿਓ। ਆਪਣੇ ਪੋਲਿੰਗ ਬੂਥ ਦੇ ਬਾਹਰ ਡਮੀ EVMs ਦਾ ਇੱਕ ਪੋਸਟਰ ਜ਼ਰੂਰ ਲਗਵਾਓ ਤਾਂ ਕਿ ਜਿਹੜੇ ਬੱਚੇ ਜਾਂ ਜਿਹੜੇ ਬਜ਼ੁਰਗ ਵੋਟ ਪਾਉਣ ਆਉਂਦੇ ਨੇ ਉਹਨਾਂ ਨੂੰ ਬਾਹਰ ਉਸ ਮਸ਼ੀਨ ਦੀ ਜਾਣਕਾਰੀ ਪਤਾ ਲੱਗ ਸਕੇ। ਇਹ ਇੱਕ ਲੇਆਊਟ ਹੈ ਵੀ ਕਿਵੇਂ ਆਪਣਾ ਪੋਲਿੰਗ ਸਟਾਫ ਕੰਮ ਕਰ ਸਕਦਾ ਹੈ ਪੋਲਿੰਗ ਬੂਥ ਦੇ ਵਿੱਚ। ਇਹ ਆਪਾਂ ਦੇਖਾਂਗੇ ਵੀ ਅੱਗੇ, ਆਪਾਂ ਹੈਡਿੰਗਸ ਦੇ ਥਰੂ ਦੇਖਾਂਗੇ ਕਿ ਅੱਗੇ ਆਪਾਂ ਜਾਣਕਾਰੀ ਕਿਵੇਂ ਸ਼ੇਅਰ ਕਰਾਂਗੇ। ਅਸਾਈਨਮੈਂਟ ਆਫ ਡਿਊਟੀਜ਼, ਅਪਾਇੰਟਮੈਂਟ ਆਫ ਇਲੈਕਸ਼ਨ ਏਜੰਟਸ, ਪ੍ਰੈਪਰੇਸ਼ਨ ਆਫ EVMs, ਮੌਕ ਪੋਲ ਐਂਡ ਸੀਲਿੰਗ ਆਫ EVMs। ਹੁਣ ਧਿਆਨ ਨਾਲ ਅਸੀਂ ਜਿਹੜੀ ਜਾਣਕਾਰੀ ਦਵਾਂਗੇ, ਪੋਲਿੰਗ ਆਫਿਸਰਸ ਦਾ ਕੰਮ ਅਲੱਗ-ਅਲੱਗ ਤਰੀਕੇ ਦੇ ਨਾਲ ਕਿਵੇਂ ਹੋ ਸਕਦਾ ਹੈ। ਫਸਟ ਪੋਲਿੰਗ ਆਫਿਸਰ ਹੈ ਜਿਹੜਾ, ਉਹਦੀ ਡਿਊਟੀਜ਼ ਕੀ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਤਾਂ ਉਸਨੇ ਮਾਰਕਡ ਕਾਪੀ ਆ ਉਹਦੇ ਕੋਲੇ, ਆਈਡੈਂਟੀਫਾਈਂਗ ਦਾ ਵੋਟਰ। ਉਹਨੇ ਨਾਮ ਲੈ ਕੇ, ਮੇਰਾ ਨਾਮ ਪੰਕਜ ਡੋਗਰਾ, ਉਹਨੇ ਕਹਿਣਾ ਪੰਕਜ ਡੋਗਰਾ। ਵੋਟਰ ਲਿਸਟ ਦੇ ਵਿੱਚ ਜੋ ਵੀ ਸੀਰੀਅਲ ਨੰਬਰ ਹੈ ਉਸਨੇ ਬੋਲਣਾ ਹੈ।
ਇੰਚਾਰਜ ਆਫ ਦਾ ਮਾਰਕੀਟ ਕਾਪੀ ਦਾ ਉਹ ਇਲੈਕਟੋਰਲ ਰੋਲ। ਟੂ ਰੀਡ ਆਊਟ ਲਾਊਡਲੀ ਮਤਲਬ ਉਹਨੇ ਇੰਨੀ ਕੁ ਆਵਾਜ਼ ਦੇ ਵਿੱਚ ਬੋਲਣਾ ਕਿ ਉਹਦੇ ਨਾਲ ਬੈਠੇ ਪਿੱਛੇ ਬੈਠੇ ਜਿਹੜੇ ਪੋਲਿੰਗ ਏਜੰਟਸ ਹੈ ਉਸ ਦਾ ਨਾਮ ਸੁਣ ਸਕਣ ਤੇ ਸੀਰੀਅਲ ਨੰਬਰ ਸੁਣ ਸਕਣ। ਮਾਰਕ ਦਾ ਵੋਟਰ ਸੀਰੀਅਲ ਨੰਬਰ। ਐਂਟਰੀ ਇਨ ਮਾਰਕੀਟ ਕਾਪੀ ਸ਼ੁੱਡ ਬੀ ਅੰਡਰਲਾਈਨ। ਇੱਕ ਚੀਜ਼ ਖਾਸ ਖਿਆਲ ਰੱਖਣਾ ਹੈ, ਫਸਟ ਪੋਲਿੰਗ ਆਫੀਸਰ ਦੀ ਡਿਊਟੀਜ਼ ਬਾਰੇ ਆਪਾਂ ਗੱਲ ਕਰ ਰਹੇ ਹਾਂ। ਉਹਨੇ ਬੋਲਣਾ ਹੈ ਤੇ ਅੰਡਰਲਾਈਨ ਕਰਨਾ ਹੈ ਜਿਸ ਦੀ ਵੀ ਵੋਟ ਉਸ ਕੋਲ ਪਹੁੰਚ ਗਈ। ਨਾਲ ਕੀ ਰੱਖਣਾ ਹੈ ਧਿਆਨ, ਟਿਕ ਵੀ ਕਰਨਾ ਹੈ ਜੇਕਰ ਇਨ ਕੇਸ ਆਫ ਫੀਮੇਲ ਵੋਟਰ। ਅੰਡਰਲਾਈਨ ਤਾਂ ਸਾਰਿਆਂ ਨੂੰ ਕਰਨਾ ਹੈ, ਟਿਕ ਕੱਲਾ ਫੀਮੇਲ ਵੋਟਰ ਨੂੰ ਕਰਨਾ ਹੈ। ਇਹ ਦੋਨੇ ਚੀਜ਼ਾਂ ਨਾਲ ਹੋਰ ਨਾਲ ਕੀ ਕਰਨਾ ਉਸਨੇ, ਮੇਕ ਏ ਲਿਸਟ ਆਫ ਮੇਲ ਐਂਡ ਫੀਮੇਲ ਵੋਟਰਸ। ਉਸਨੂੰ ਆਪਾਂ ਟ੍ਰੇਨਿੰਗ ਦੇ ਦੌਰਾਨ ਕਹਿ ਸਕਦੇ ਹਾਂ ਫਸਟ ਪੋਲਿੰਗ ਆਫੀਸਰ ਹੈ ਜਿਹੜਾ A4 ਸਾਈਜ਼ ਦਾ ਇੱਕ ਕਾਗਜ਼ ਨਾਲ ਰੱਖੇਗਾ, ਵਿਚਾਲੇ ਲਾਈਨ ਮਾਰ ਕੇ ਆਲੇ ਦੁਆਲੇ ਮੇਲ ਐਂਡ ਫੀਮੇਲ ਦੋਨੇ ਸਾਈਡ ਰੱਖ ਸਕਦਾ ਹੈ ਤੇ ਸ਼ੁਰੂ ਦੇ ਵਿੱਚ ਹੀ ਗਿਣਤੀ 1 ਤੋਂ 200 ਤੱਕ ਦੋਨਾਂ ਦੀ ਗਿਣ ਕੇ ਰੱਖ ਸਕਦਾ ਹੈ। ਜਿਵੇਂ ਜਿਵੇਂ ਵੋਟਰ ਆਈ ਜਾਣਗੇ ਉਹ ਗਿਣਤੀ ਨੂੰ ਕ੍ਰੋਸ ਨਾਲ ਕਰ ਸਕੇ, ਤਾਂ ਕਿ ਕਿਸੇ ਵੀ ਟਾਈਮ ਜਦੋਂ ਵਿੱਚ ਦੀ 2-2 ਘੰਟੇ ਦੀ ਰਿਪੋਰਟ ਵੀ ਦੇਣੀ ਹੁੰਦੀ ਹੈ ਸੈਕਟਰ ਆਫੀਸਰ ਸਾਹਿਬਾਨ ਨੂੰ, ਤਾਂ ਉਸ ਨੂੰ ਐਟ ਏ ਸਪੌਟ ਉਸੇ ਟਾਈਮ ਪਤਾ ਲੱਗ ਸਕਦਾ ਹੈ ਕਿ ਉਹਦੇ ਕੋਲ ਕਿੰਨੇ ਮੇਲ ਕਿੰਨੇ ਫੀਮੇਲ ਪੋਲ ਹੋ ਚੁੱਕੇ ਨੇ। ਮੇਕ ਦਾ ਲਿਸਟ ਆਫ ਫਸਟ ਟਾਈਮ ਵੋਟਰਸ। ਇੱਕ ਅਲੱਗ ਤੋਂ ਆਪਾਂ ਲਿਸਟ ਮੇਨਟੇਨ ਕਰਾਂਗੇ ਜਿਹੜੇ ਬੱਚੇ 18 ਸਾਲ ਦੇ ਪੂਰੇ ਹੋ ਕੇ ਪਹਿਲੀ ਵਾਰ ਵੋਟ ਪਾਉਣ ਆ ਰਹੇ ਨੇ। ਇੰਚਾਰਜ ਆਫ ਇੰਡੈਲੀਬਲ ਲਿੰਕ, ਉਸੇ ਨੇ ਸ਼ਿਆਈ ਲਗਾਣੀ ਹੈ। ਇੰਸਪੈਕਟ ਵੋਟਰਸ ਲੈਫਟ ਫੋਰ ਫਿੰਗਰ, ਜਿਹੜੀ ਵੋਟ ਪਾਉਣ ਦੇ ਲਈ ਜ਼ਰੂਰੀ ਇੰਡੈਲੀਬਲ ਇੰਕ ਲਗਾਣੀ ਹੈ ਖੱਬੇ ਹੱਥ ਦੀ ਪਹਿਲੀ ਉਂਗਲ ਤੇ। ਪੁੱਟ ਏ ਲੌਂਗ ਮਾਰਕ ਵਿਦ ਇੰਡੈਲੀਬਲ ਇੰਕ ਔਨ ਨੇਲ ਟੂ ਫਿੰਗਰ, ਮਾਸ ਤੇ ਨਹੁੰ ਦੇ ਵਿਚਾਲੇ ਦੀ ਨਿਸ਼ਾਨੀ ਲਗਾਊਗਾ। ਮੇਕ ਏ ਲਿਸਟ ਆਫ ਅਬਵ 90 ਏਜ ਗਰੁੱਪ ਵੋਟਰਸ। ਇਲੈਕਸ਼ਨ ਕਮਿਸ਼ਨ ਇਹ ਵੀ ਪੁੱਛ ਸਕਦੇ ਨੇ ਕਿ 90 ਸਾਲ ਤੋਂ ਉੱਪਰ ਦੇ ਕਿੰਨੇ ਬਜ਼ੁਰਗ ਜਾਂ ਕਿੰਨੇ ਵੋਟਰ ਆਏ। ਫਸਟ ਪੋਲਿੰਗ ਆਫੀਸਰ, ਇਹ ਆਪਾਂ ਦੇਖੀਏ ਹੁਣ ਇਹ ਚੈੱਕ ਲਿਸਟ ਆ ਗਈ ਸਾਡੀ। ਇੰਚਾਰਜ ਆਫ ਇੰਡੈਲੀਬਲ ਇੰਕ, ਇਸ ਤਰ੍ਹਾਂ ਦੇ ਨਾਲ ਉਸਨੇ ਸ਼ਿਆਈ ਲਗਾਣੀ ਹੈ। from the upper tip of the nail to the bottom of the first joint. In charge of marked copy, verification of identity of electors, ਇਹ ਸਾਰਾ ਫਸਟ ਜਿਹੜਾ ਪੋਲਿੰਗ ਆਫੀਸਰ ਕਰ ਰਿਹਾ ਹੈ। ਰੀਡ ਆਊਟ ਸੀਰੀਅਲ ਨੰਬਰ ਐਂਡ ਨੇਮ। ਹੋਰ ਕੀ ਕੰਮ ਕਰਿਆ ਉਹਨੇ, ਮੇਕ ਰਿਕਾਰਡ ਆਫ ਮੇਲ ਐਂਡ ਫੀਮੇਲ ਵੋਟਰਸ, ਮੇਕ ਰਿਕਾਰਡ ਆਫ ਫਸਟ ਟਾਈਮ ਵੋਟਰਸ, ਇੰਚਾਰਜ ਆਫ ਇੰਡੈਲੀਬਲ ਇੰਕ। ਫਸਟ ਜਿਹੜਾ ਪੋਲਿੰਗ ਆਫੀਸਰ ਹੈ ਇਸ ਤਰੀਕੇ ਦੇ ਨਾਲ ਰਿਕਾਰਡ ਰੱਖੇਗਾ ਮਾਰਕਡ ਕਾਪੀ ਤੇ, ਅੰਡਰਲਾਈਨ ਜਾਂ ਕ੍ਰੋਸ ਕਰਦੇ ਹੋਏ, ਲੇਕਿਨ ਜੋ ਫੀਮੇਲ ਵੋਟਰ ਹੈ ਉਹਨੂੰ ਟਿਕ ਵੀ ਕਰੇਗਾ। ਐਪਿਕ ਦੇ ਵਿੱਚ ਛੋਟੀ ਮੋਟੀ ਗਲਤੀ ਹੋ ਸਕਦੀ ਹੈ, ਉਸ ਨੂੰ ਅਸੀਂ ਇਗਨੋਰ ਕਰਾਂਗੇ ਕਿਉਂਕਿ 100% ਜਿਹੜੇ ਐਪਿਕ ਤਿਆਰ ਨੇ ਵਿਦ ਫੋਟੋ, ਇਸ ਲਈ ਅਸੀਂ ਛੋਟੀ ਮੋਟੀ ਕੋਈ ਮਿਸਟੇਕ, ਜਦੋਂ ਫੋਟੋ ਲੱਗੀ ਹੋਈ ਹੈ ਕਿਸੇ ਦਾ ਮਨਜੀਤ ਆਈ ਨਾਲ ਜਾਂ ਡਬਲ ਈ ਨਾਲ ਪਿਆ ਹੋਇਆ, ਨੈਵਰ ਮਾਈਂਡ। ਹੁਣ ਅਸੀਂ ਗੱਲ ਕਰਦੇ ਹਾਂ ਸੈਕੰਡ ਪੋਲਿੰਗ ਆਫੀਸਰ ਦੀ। ਇੰਚਾਰਜ ਆਫ ਰਜਿਸਟਰ ਆਫ ਵੋਟਰਸ 17A, ਇੱਕ ਵੋਟਰ ਰਜਿਸਟਰ ਮਿਲਿਆ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਐਂਟਰੀਜ਼ ਪਾਉਂਦੇ ਹਾਂ, ਉਹਦਾ ਇੰਚਾਰਜ ਸੈਕੰਡ ਪੋਲਿੰਗ ਆਫੀਸਰ ਹੋਏਗਾ। ਇੰਸਪੈਕਟ ਵੋਟਰਸ ਲੈਫਟ ਫੋਰ ਫਿੰਗਰ, ਫਟਾਫਟ ਕਹੇਗਾ ਵੋਟਰਸ ਨੂੰ ਕਿ ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲ ਦਿਖਾਓ ਜੀ, ਸ਼ਿਆਈ ਲੱਗੀ ਹੋਈ ਹੈ, ਠੀਕ ਹੈ, ਨਹੀਂ ਲੱਗੀ ਤਾਂ ਲਗਵਾ ਕੇ ਆਓ ਜੀ। ਐਂਟਰ ਸੀਰੀਅਲ ਨੰਬਰ ਆਫ ਇਲੈਕਟਰਸ ਐਜ਼ ਇਨ ਮਾਰਕਡ ਕਾਪੀ, ਮਾਰਕਡ ਕਾਪੀ ਚੋਂ ਜਿਵੇਂ ਜਿਵੇਂ ਬੰਦਾ ਬੋਲ ਕੇ ਅੱਗੇ ਭੇਜ ਰਿਹਾ ਉਸੇ ਸੀਰੀਅਲ ਦੇ ਵਿੱਚ ਉਸਨੇ ਆਪਣੇ ਰਜਿਸਟਰ ਦੇ ਵਿੱਚ ਉਹਨਾਂ ਦੀ ਐਂਟਰੀ ਪਾਣੀ ਹੈ। ਕਿਹੜੀ, ਜਿਹੜਾ ਨੰਬਰ ਉਹਨਾਂ ਨੇ ਬੋਲਿਆ ਮਾਰਕਡ ਕਾਪੀ ਦਾ, ਮੰਨ ਲਓ ਪੰਕਜ ਡੋਗਰਾ 335 ਨੰਬਰ ਬੋਲਿਆ ਤਾਂ ਉਹਨਾਂ ਨੇ 17A ਦੇ ਵਿੱਚ 335 ਨੰਬਰ ਉਸਨੇ ਵੋਟਰ ਦਾ ਸੀਰੀਅਲ ਨੰਬਰ ਪਾਣਾ ਹੈ। Obtain signature, thumb, left hand impression of the voter on the register 17A before he is allowed to vote. Signature in full including surname. Signature ਉਹਨੇ ਕਰਵਾਣੇ ਹੈ ਜਾਂ ਅੰਗੂਠਾ ਲਗਵਾਣਾ ਹੈ। ਆਪਾਂ ਧਿਆਨ ਰੱਖਣਾ ਹੈ ਕਿ ਬੰਦਾ ਜੋ ਮੇਲ ਹੈ ਉਹ ਖੱਬੇ ਹੱਥ ਦਾ ਅੰਗੂਠਾ ਲਗਾਉਂਦਾ ਹੈ, ਫੀਮੇਲ ਸੱਜੇ ਹੱਥ ਦਾ ਅੰਗੂਠਾ ਲਗਾਉਂਦੇ ਹੈ। If left hand thumb not there, then right hand thumb. If both thumb not there,
then one finger of the left hand starting from forefinger. If left hand not there, then any finger of right hand starting from forefinger. ਇਸੇ ਤਰੀਕੇ ਦੇ ਨਾਲ ਅਸੀਂ ਸ਼ਾਈ ਲਗਾਣੀ ਹੁੰਦੀ ਹੈ ਵੋਟਰ ਦੇ ਖੱਬੇ ਹੱਥ ਦੀ ਪਹਿਲੀ ਉਂਗਲੀ ਤੇ, ਜੇ ਉਹ ਨਹੀਂ ਹੈਗੀ ਤਾਂ ਨੈਕਸਟ ਉਂਗਲੀ ਤੇ, ਇਸ ਤਰ੍ਹਾਂ ਨੈਕਸਟ ਕਰਦੇ ਹੋਏ। ਜੇ ਕਿਸੇ ਦਾ ਖੱਬਾ ਹੱਥ ਨਹੀਂ ਹੈਗਾ ਤਾਂ ਸੱਜੇ ਹੱਥ ਤੋਂ ਸ਼ੁਰੂ ਕਰਾਂਗੇ, ਜੇ ਦੋਨੇ ਹੱਥ ਨਹੀਂ ਹੈਗੇ ਤਾਂ ਹੱਥ ਦੇ ਗੁੱਟ ਤੋਂ, ਜਿੱਥੋਂ ਫਸਟ ਉਂਗਲ ਸ਼ੁਰੂ ਹੁੰਦੀ ਹੈ ਉੱਥੋਂ ਸ਼ੁਰੂ ਕਰਾਂਗੇ। Blind, infirm, leper, elector, illiterates can put thumb impression, literature, put signature। ਜ਼ਰੂਰੀ ਨਹੀਂ ਹੈਗਾ ਹਰ ਇੱਕ ਨੂੰ ਅਸੀਂ ਕਹਿਣਾ ਹੈ ਕਿ ਸਿਗਨੇਚਰ ਹੀ ਕਰੋ ਜੀ। ਅਨਪੜ੍ਹ ਜਾਂ ਦੂਸਰੇ ਜਾਂ PWD ਜਿਵੇਂ ਵੀ ਉਹ ਅੰਗੂਠਾ ਲਗਾਉਣਾ ਚਾਹਣ ਤਾਂ ਅੰਗੂਠਾ ਲਗਾ ਸਕਦੇ ਨੇ, ਸਿਗਨੇਚਰ ਵੀ ਕਰ ਸਕਦੇ ਨੇ। Infirm who does not have hand companion will put thumb signature। ਇਸੇ ਤਰ੍ਹਾਂ ਜਿਵੇਂ ਮੈਂ ਕਹਿ ਰਿਹਾ PWD ਵੋਟਰਸ ਜਿਨ੍ਹਾਂ ਦੇ ਨਾਲ ਕੰਪੇਨੀਅਨ ਵੀ ਆਉਂਦੇ ਨੇ, ਤਾਂ ਉਹ ਕੰਪੇਨੀਅਨ ਆਊਗਾ ਤਾਂ ਉਹਨਾਂ ਦਾ ਫਾਰਮ ਭਰਿਆ ਜਾਊਗਾ ਤਾਂ ਉਹਨਾਂ ਦੇ ਸਾਈਨ ਹੋਣਗੇ, ਅਦਰਵਾਈਜ਼ ਵੋਟਰਸ ਆਪਣਾ ਅੰਗੂਠਾ ਜਾਂ ਸਾਈਨ ਲਗਾਊਗਾ। ਲਾਸਟ 4 ਡਿਜਿਟ ਆਫ ਐਪਿਕ, ਜਦੋਂ 17 ਇਹਦੇ ਰਜਿਸਟਰ ਦੇ ਵਿੱਚ ਵੀ ਅਸੀਂ ਨੋਟ ਡਾਊਨ ਕਰਦੇ ਹਾਂ, ਉਹਦੇ ਐਪਿਕ ਦੇ ਆਖਰੀ 4 ਅਕਸ਼ਰ ਅਸੀਂ ਨੋਟ ਡਾਊਨ ਕਰਦੇ ਹਾਂ। ਇਨ ਕੇਸ ਆਫ ਅਲਟਰਨੇਟ ਡਾਕੂਮੈਂਟ, ਇਲੈਕਸ਼ਨ ਕਮਿਸ਼ਨ ਕਹਿੰਦਾ ਜੇ ਕੋਈ ਬੰਦਾ ਵੋਟ ਕਾਰਡ ਨਹੀਂ ਉਸ ਦਾ ਲੱਭ ਰਿਹਾ ਤਾਂ ਹੋਰ ਵੀ ਕਈ ਤਰ੍ਹਾਂ ਦੇ ਅਲਟਰਨੇਟ ਡਾਕੂਮੈਂਟਸ ਨੇ ਜਿਨ੍ਹਾਂ ਨੂੰ ਦਿਖਾ ਕੇ ਕੋਈ ਵੀ ਵੋਟਰ ਵੋਟ ਪਾ ਸਕਦਾ ਹੈ। ਉਹ ਸਾਨੂੰ ਲਿਸਟ ਵੀ ਜਾਰੀ ਹੁੰਦੀ ਹੈ, ਤਕਰੀਬਨ 17-18 ਚੀਜ਼ਾਂ ਹੁੰਦੀਆਂ ਨੇ, ਹਰ ਬੰਦੇ ਕੋਲ ਉਹਨਾਂ ਚੋਂ ਕੋਈ ਨਾ ਕੋਈ ਇੱਕ ਚੀਜ਼ ਹੁੰਦੀ ਹੈ। ਤਾਂ ਸੈਕੰਡ ਜਿਹੜਾ ਪੋਲਿੰਗ ਆਫਿਸਰ ਹੈ 17 ਰਜਿਸਟਰ ਦੇ ਵਿੱਚ ਐਂਟਰੀ ਪਾ ਕੇ, ਉਸ ਦੀ ਐਂਟਰੀਜ਼ ਕੀ ਹੁੰਦੀਆਂ ਨੇ, ਫਸਟ ਉਹਦਾ ਆਪਣਾ 1 2 3 4 ਸੀਰੀਅਲ ਹੁੰਦਾ ਹੈ, ਦੂਸਰਾ ਵੋਟਰ ਦਾ ਸੀਰੀਅਲ ਨੰਬਰ ਹੁੰਦਾ ਹੈ, ਤੀਸਰਾ ਐਪਿਕ ਦਾ ਨੰਬਰ ਹੁੰਦਾ ਹੈ, ਚੌਥੇ ਖਾਨੇ ਤੇ ਉਹਨੇ ਸਾਈਨ ਕਰਾਣੇ ਆ, ਫਿਰ ਰਿਮਾਰਕਸ ਹੁੰਦਾ ਹੈ। ਇਹ ਚੀਜ਼ ਕਰਾ ਕੇ ਉਸਨੇ ਵੋਟਰ ਸਲਿੱਪ ਜਾਰੀ ਕਰਨੀ ਹੈ। ਹੁਣ ਜਿਹੜਾ ਥਰਡ ਪੋਲਿੰਗ ਆਫਿਸਰ ਹੈ APRO ਸਾਹਿਬਾਨ, ਸਰ ਪਲੀਜ਼ ਆਪਣੇ ਮਾਈਕ ਮਿਊਟ ਤੇ ਰੱਖਿਓ ਸਰ। ਆਪਣੀ ਕੋਈ ਵੀ ਕੁਐਰੀ ਕਿਰਪਾ ਕਰਕੇ ਨੋਟ ਕਰ ਲਿਓ, ਬਾਅਦ ਦੇ ਵਿੱਚ ਆਪਾਂ ਸਾਰੀ ਕੁਐਰੀਜ਼ ਕਲੀਅਰ ਕਰਾਂਗੇ। ਕਿਰਪਾ ਕਰਕੇ ਜੋ ਵੀ ਚੀਜ਼ ਪੁੱਛਣੀ ਹੈ ਉਸਨੂੰ ਨੋਟ ਕਰੋ। ਤੇ ਛੋਟੀ ਜਿਹੀ ਬੇਨਤੀ ਹੈ, ਮੈਂ ਰਿਕੁਐਸਟ ਕਰੂੰਗਾ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਮਾਸਟਰ ਟ੍ਰੇਨਰ ਆਸ਼ੀਸ਼ ਜੀ ਇਸ ਨੂੰ ਕੈਰੀ ਔਨ ਕਰਨਗੇ। ਆਸ਼ੀਸ਼ ਜੀ। Very good morning to all. Thank you ਪੰਕਜ ਸਰ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ PO1 ਤੇ PO2 ਦੇ ਕੰਮ ਦੀ। ਨਾਓ ਵੀ ਵਿਲ ਪ੍ਰੋਸੀਡ ਟੂ ਥਰਡ ਪੋਲਿੰਗ ਆਫਿਸਰ, ਜਿਸ ਨੂੰ ਆਪਾਂ APRO ਦੇ ਨਾਂ ਨਾਲ ਜਾਣਦੇ ਹਾਂ, ਅਲਟਰਨੇਟ ਪ੍ਰੈਜ਼ਾਈਡਿੰਗ ਆਫਿਸਰ ਜਾਂ ਫਿਰ ਅਸਿਸਟੈਂਟ ਪ੍ਰੈਜ਼ਾਈਡਿੰਗ ਆਫਿਸਰ, ਜਿਹੜੇ ਪ੍ਰੈਜ਼ਾਈਡਿੰਗ ਆਫਿਸਰ ਦੀ ਐਬਸੈਂਸ ਦੇ ਵਿੱਚ ਪ੍ਰੈਜ਼ਾਈਡਿੰਗ ਆਫਿਸਰ ਦੇ ਕੰਮ ਕਰਨ ਲਈ ਪਾਬੰਦ ਹੁੰਦੇ ਨੇ। ਹੀ or she will be the in charge of control unit, CU ਸਾਡੇ ਜਿਹੜੀ EVM ਮਸ਼ੀਨ ਹੈ ਜੀ, ਜਿਸ ਦੇ ਵਿੱਚ 3 ਪਾਰਟਸ ਨੇ, CU, BU ਐਂਡ VVPAT। that is control unit, valid unit ਐਂਡ VVPAT ਪ੍ਰਿੰਟਰ ਕਹਿ ਸਕਦੇ ਹੋ ਜੀ, ਵੈਸੇ ਵੋਟਰ ਵੈਰੀਫਾਈਲ ਪ੍ਰਿੰਟਿੰਗ ਟਰਾਇਲ ਉਸ ਦਾ ਪੂਰਾ ਨਾਮ ਹੈ। ਉਸ ਦੇ ਉਹ ਇੰਚਾਰਜ ਹੁੰਦੇ ਨੇ। ਉਹਨਾਂ ਦਾ ਕੰਮ ਹੈ ਕਿ ਸੈਕਿੰਡ ਪੋਲਿੰਗ ਆਫਿਸਰ ਨੇ ਜੋ ਸਾਡੇ ਵੋਟਰ ਨੂੰ ਵੋਟਰ ਸਲਿੱਪ ਇਸ਼ੂ ਕੀਤੀ ਸੀ ਉਸ ਨੂੰ ਕਲੈਕਟ ਕਰਨਾ, ਆਪਣੇ ਕੋਲੇ ਪ੍ਰੀਜ਼ਰਵ ਕਰਨਾ। ਉਸ ਦੇ ਲਈ ਇੱਕ ਨਾਰਮਲ ਪ੍ਰੈਕਟਿਸ ਉਹ ਯੂਜ਼ ਕਰਦੇ ਨੇ ਕਿ 20-25 ਸਲਿੱਪਸ ਨੂੰ ਇਕੱਠਾ ਕਰਕੇ ਉਹ ਟੈਗ ਕਰਦੇ ਨੇ ਤੇ ਆਪਣੇ ਕੋਲ ਇੱਕ ਐਨਵਲਪ ਦੇ ਵਿੱਚ ਉਸ ਨੂੰ ਰੱਖਦੇ ਰਹਿੰਦੇ ਨੇ। ਤੋ ਸਲਿੱਪ ਕਲੈਕਟ ਕਰਨ ਤੋਂ ਬਾਅਦ ਜੀ ਉਹਨਾਂ ਨੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਫਸਟ ਪੋਲਿੰਗ ਆਫਿਸਰ ਵੱਲੋਂ ਉਸ ਵੋਟਰ ਦੀ ਫਸਟ ਇੰਡੈਕਸ ਫਿੰਗਰ ਦੇ ਉੱਪਰ, ਲੈਫਟ ਹੈਂਡ ਦੇ ਉੱਪਰ ਇੰਡੈਲਿਬਲ ਇੰਕ ਦਾ ਮਾਰਕ ਲਗਾ ਦਿੱਤਾ ਗਿਆ। ਉਸ ਤੋਂ ਬਾਅਦ ਸਲਿੱਪ ਲੈਂਦੇ ਹੋਏ ਵੋਟਰ ਨੂੰ ਵੋਟਿੰਗ ਕੰਪਾਰਟਮੈਂਟ ਦੀ ਤਰਫ ਭੇਜਦੇ ਹੋਏ ਉਹਨਾਂ ਨੇ ਆਪਣੇ ਕੰਟਰੋਲ ਯੂਨਿਟ ਤੋਂ ਵੈਲਿਡ ਦਾ ਬਟਨ ਪ੍ਰੈਸ ਕਰਨਾ ਹੈ, ਜਿਸ ਦੇ ਨਾਲ ਸਾਡਾ BU ਵੈਲਿਡਿੰਗ ਯੂਨਿਟ ਜਿਹੜਾ ਹੈਗਾ ਐਕਟੀਵੇਟ ਹੋ ਜਾਏਗਾ ਵੋਟ ਕਾਸਟ ਕਰਨ ਦੇ ਲਈ। ਉਰੇ ਅਸੀਂ ਧਿਆਨ ਰੱਖਣਾ ਜੀ ਕਿ ਵੋਟਰਸ ਨੂੰ ਕਈ ਵਾਰ ਕੀ ਹੁੰਦਾ ਹੈ, ਵੋਟਰਸ ਦਾ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਸਾਡੇ ਪੋਲਿੰਗ ਬੂਥ ਦੇ ਅੰਦਰ, 2-2 3-3 ਵੋਟਰਸ ਇਕੱਠੇ ਹੋ ਜਾਂਦੇ ਨੇ, ਤਾਂ
ਸੀਰੀਅਲ ਨੰਬਰ ਦੇ ਅਕੋਰਡਿੰਗ, ਜਿਸ ਸੀਰੀਅਲ ਨੰਬਰ ਦੇ ਅਕੋਰਡਿੰਗ 17A ਦੇ ਵਿੱਚ ਵੋਟਰ ਨੂੰ ਰਜਿਸਟਰਡ ਕੀਤਾ ਗਿਆ ਹੈ, ਉਸਨੂੰ ਉਸੇ ਆਰਡਰ ਦੇ ਵਿੱਚ ਪਹਿਲ ਦੇ ਆਧਾਰ ਤੇ ਅੰਦਰ ਭੇਜਣਾ ਹੈ। ਦੈਨ ਸੋ ਔਨ, ਜਿਵੇਂ ਜਿਵੇਂ ਨੈਕਸਟ ਸੀਰੀਅਲ ਨੰਬਰ ਆਏਗਾ ਵੋਟਰਸ ਨੂੰ ਇਦਾਂ ਹੀ ਭੇਜਣਾ ਹੈ। ਤੁਸੀਂ ਆਪਣੇ ਪੀਆਰਓਜ਼ ਨੂੰ ਗਾਈਡ ਕਰਨਾ ਪਲੀਜ਼ ਕਿ ਉਹ ਪੁਲਿਸ ਪਾਰਟੀ ਨੂੰ, ਸਿਕਿਉਰਿਟੀ ਨੂੰ ਇਹ ਸੁਨਿਸ਼ਚਿਤ ਕਰਨ ਕਿ ਇੱਕ ਵਾਰ ਦੇ ਵਿੱਚ 2 ਜਾਂ 3 ਤੋਂ ਵੱਧ ਵੋਟਰਸ ਜਿਹੜੇ ਹੈਗੇ ਨੇ ਉਹ ਬੂਥ ਦੇ ਅੰਦਰ ਜਮ੍ਹਾਂ ਨਾ ਹੋਣ। ਸੋ ਬਿਫੋਰ ਦਾ ਪੋਲ ਅਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਲਾਈਕ 19 ਫਰਵਰੀ ਨੂੰ ਜਦੋਂ ਅਸੀਂ ਆਪਣੇ ਬੂਥ ਤੇ ਪਹੁੰਚਾਂਗੇ, ਸਭ ਤੋਂ ਪਹਿਲਾਂ ਅਸੀਂ ਉੱਥੇ ਦੇ ਪੋਲਿੰਗ ਏਜੰਟਸ ਨੂੰ ਸੁਨੇਹਾ ਲਗਾਉਣਾ ਹੈ, ਉਹਨਾਂ ਤੋਂ ਅਪਾਇੰਟਮੈਂਟ ਆਰਡਰਸ ਲੈਣੇ ਨੇ। ਅਪਾਇੰਟਮੈਂਟ ਆਰਡਰ ਜਿਹੜਾ ਹੈਗਾ ਉਹ ਜਾਂ ਤੇ ਕੈਂਡੀਡੇਟ ਵੱਲੋਂ ਸਾਈਨ ਕੀਤਾ ਹੋਊਗਾ ਜਾਂ ਉਸਦੇ ਇਲੈਕਸ਼ਨ ਏਜੰਟ ਵੱਲੋਂ ਸਾਈਨ ਕੀਤਾ ਹੋਊਗਾ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਜੀ ਕਿ ਬਿਫੋਰ ਦਾ ਪੋਲ ਸਭ ਤੋਂ ਪਹਿਲਾਂ ਅਸੀਂ ਪੋਲਿੰਗ ਏਜੰਟਸ ਨੂੰ ਨਿਸ਼ਚਿਤ ਕਰਨਾ ਹੈ, ਉਹਨਾਂ ਨੂੰ ਸੁਨੇਹਾ ਲਗਾ ਦੇਣਾ ਹੈ ਕਿ ਉਹ ਆਪਣੇ ਅਪਾਇੰਟਮੈਂਟ ਆਰਡਰਸ ਜਿਹੜੇ ਹੈਗੇ ਨੇ ਉਹ ਇੱਕ ਦਿਨ ਪਹਿਲਾਂ ਵੀ 19 ਤਾਰੀਖ ਨੂੰ ਵੀ ਲੈ ਜਾ ਸਕਦੇ ਨੇ, ਤਾਂ ਜੋ ਮੌਕ ਪੋਲ ਦੇ ਲਈ ਉਹ ਐਕਚੁਅਲ ਪੋਲਿੰਗ ਸਟਾਰਟ ਹੋਣ ਤੋਂ 1 ਘੰਟਾ ਪਹਿਲਾਂ ਸਾਡੇ ਕੋਲ ਰਿਪੋਰਟ ਕਰ ਸਕਣ। ਉਹਨਾਂ ਦੇ ਜਿਹੜੇ ਅਪਾਇੰਟਮੈਂਟ ਆਰਡਰਸ ਨੇ ਉਹਦੇ ਉੱਪਰ ਵੋਟਰ ਦੇ ਜੋ ਪੋਲਿੰਗ ਏਜੰਟ ਹੈ ਉਸਦੇ ਸਿਗਨੇਚਰ ਹੁੰਦੇ ਆ। ਉਸਨੂੰ ਅਪੁਆਇੰਟ ਕੀਤਾ ਹੁੰਦਾ ਜੀ ਕੈਂਡੀਡੇਟ ਵੱਲੋਂ ਜਾਂ ਕੈਂਡੀਡੇਟ ਦੇ ਇਲੈਕਸ਼ਨ ਏਜੰਟ ਦੇ ਵੱਲੋਂ। ਉਹਨਾਂ ਦੋਨਾਂ ਦੇ ਸਪੈਸੀਮਨ ਸਿਗਨੇਚਰਸ ਜਿਹੜੇ ਹੈਗੇ ਨੇ ਉਹ ਤੁਹਾਨੂੰ ਆਰਓ ਸਾਹਿਬਾਨ ਵੱਲੋਂ ਕਿੱਟ ਦੇ ਵਿੱਚ ਮੁਹੱਈਆ ਕਰਾਏ ਜਾਣਗੇ। ਉਸ ਤੋਂ ਬਾਅਦ ਅਸੀਂ ਆਪਣੇ ਸਟਾਫ ਦੇ ਲਈ ਬੈਠਣ ਦਾ ਸੀਟਿੰਗ ਅਰੇਂਜਮੈਂਟ ਚੈੱਕ ਕਰਨਾ ਹੈ ਜੀ ਕਿ PO1 ਦੀ ਸੀਟ ਕਿੱਥੇ ਹੋਏਗੀ, PO2 ਦੀ, APRO ਦੀ, ਪ੍ਰੈਜ਼ਾਈਡਿੰਗ ਸਾਹਿਬਾਨ ਕਿੱਥੇ ਬੈਠਣਗੇ, ਸਾਡਾ ਜਿਹੜਾ ਵੋਟਿੰਗ ਕੰਪਾਰਟਮੈਂਟ ਹੈ ਉਹ ਕਿੱਥੇ ਹੋਊਗਾ, ਤੇ ਜਿਹੜੇ ਏਜੰਟਸ ਨੇ ਉਹ ਕਿੱਥੇ ਬੈਠਣਗੇ। ਇਸ ਦੇ ਲਈ ਤੁਸੀਂ BLO ਦੀ ਹੈਲਪ ਲੈ ਸਕਦੇ ਹੋ। BLO ਤੁਹਾਨੂੰ ਫਰਨੀਚਰ ਮੁਹੱਈਆ ਕਰਾਉਣ ਦੇ ਵਿੱਚ ਪੂਰੀ ਤਰ੍ਹਾਂ ਅਸਿਸਟ ਕਰਨਗੇ। ਜਿਹੜੇ ਪੋਲਿੰਗ ਏਜੰਟਸ ਨੇ ਜੀ ਉਹਨਾਂ ਦੇ ਬੈਠਣ ਦਾ ਵੀ ਇੱਕ ਆਰਡਰ ਹੁੰਦਾ ਹੈ। ਸਭ ਤੋਂ ਪਹਿਲਾਂ ਜਿਹੜੇ ਨੈਸ਼ਨਲ ਪਾਰਟੀਆਂ ਦੇ ਪੋਲਿੰਗ ਏਜੰਟਸ ਨੇ ਉਹਨਾਂ ਨੂੰ ਬਿਠਾਇਆ ਜਾਂਦਾ ਹੈ। ਉਸ ਤੋਂ ਬਾਅਦ ਸਟੇਟ ਪਾਰਟੀਆਂ ਤੋਂ ਬਾਅਦ ਉਹ ਪਾਰਟੀਆਂ ਜਿਨ੍ਹਾਂ ਦੇ ਸਿੰਬਲਸ ਰਿਜ਼ਰਵ ਹੁੰਦੇ ਨੇ, ਤੇ ਉਸ ਤੋਂ ਬਾਅਦ ਅਨਰੈਕੋਗਨਾਈਜ਼ਡ ਪਾਰਟੀਆਂ, ਤੇ ਉਸ ਤੋਂ ਬਾਅਦ ਇੰਡੀਪੈਂਡੈਂਟ ਕੈਂਡੀਡੇਟਸ ਨੂੰ। ਨੈਕਸਟ ਆਪਣਾ ਹੈ ਸਰ ਪ੍ਰੈਪਰੇਸ਼ਨ ਆਫ EVMs। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ CU ਨੂੰ ਦਿਖਾਇਆ ਗਿਆ ਹੈ। ਸਕਰੀਨ ਦੇ ਪਿਛਲੇ ਪਾਸੇ ਇੱਕ ਲੈਚ ਹੋਏਗਾ ਜੀ, ਇਸ ਲੈਚ ਨੂੰ ਉੱਪਰ ਤੋਂ ਨੀਚੇ ਨੂੰ ਪ੍ਰੈਸ ਕਰਦੇ ਹੋਏ ਬਾਹਰ ਦੀ ਤਰਫ ਖਿੱਚਿਆ ਜਾਏਗਾ ਤਾਂ ਪਾਵਰ ਸਵਿਚ ਜਿਹੜਾ ਹੈਗਾ EVM ਦਾ ਉਹ ਕੰਪਾਰਟਮੈਂਟ ਓਪਨ ਹੋ ਜਾਏਗਾ। ਦਿਸ ਇਜ਼ VVPAT ਜਿਹੜਾ ਸਾਨੇ CU ਦੇ ਨਾਲ ਕਨੈਕਟ ਕਰਨਾ ਹੈ ਜੀ। ਜਦੋਂ ਕੰਟਰੋਲ ਯੂਨਿਟ ਦਾ ਬੈਕ ਸਾਈਡ ਪਾਵਰ ਪੁਆਇੰਟ ਜਿਹੜਾ ਸੀਜ਼ ਦਾ ਅਸੀਂ ਔਨ ਕੀਤਾ, ਓਪਨ ਕੀਤਾ ਉਸਨੂੰ, ਤਾਂ ਉਸਦੇ ਪਿੱਛੇ ਇੱਕ ਲੈਚ ਬਣਿਆ ਹੋਇਆ ਹੈ ਜਿਸ ਦੇ ਉੱਪਰ ਮੇਲ ਫੀਮੇਲ ਰੈੱਡ ਤੇ ਬਲੈਕ ਜਿਹੜਾ ਹੈਗਾ ਜੀ ਇੰਡੀਕੇਸ਼ਨ ਸਾਡੇ ਪਲੱਗ ਦੇ ਉੱਪਰ ਵੀ ਹੈ ਤੇ ਇਨਸਰਟਿੰਗ ਯੂਨਿਟ ਦੇ ਵਿੱਚ ਵੀ ਹੈ। ਇਨਸਰਟ ਕਰਨ ਲੱਗੇ ਇਸ ਦੇ ਲੈਚਿਸ ਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਹੈ, ਇਸ ਨੂੰ ਸਿੱਧਾ ਐਜ਼ ਇਟ ਇਜ਼ ਹੀ ਲੈਚ ਨੂੰ ਸੌਕਟ ਦੇ ਵਿੱਚ ਡਾਲਿਆ ਜਾਂਦਾ ਹੈ ਤਾਂ ਇੱਕ ਕਲਿੱਕ ਦੀ ਟੱਕ ਦੀ ਆਵਾਜ਼ ਆਉਂਦੀ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਨੈਕਸ਼ਨਸ ਜਿਹੜੇ ਹੈਗੇ ਨੇ ਇਹ ਸਹੀ ਹੋ ਗਏ ਨੇ। ਇਸ ਤੋਂ ਬਾਅਦ ਅਸੀਂ ਆਪਣੇ BU1 ਨੂੰ VVPAT ਦੇ ਨਾਲ ਕਨੈਕਟ ਕਰਨਾ ਹੁੰਦਾ ਹੈ। ਇਹ ਚੀਜ਼ ਹਰ ਅਸੈਂਬਲੀ ਦੇ ਵਿੱਚ ਵੈਰੀ ਕਰੇਗੀ ਕਿ ਉੱਥੇ ਨੰਬਰ ਆਫ ਕੈਂਡੀਡੇਟਸ ਕਿੰਨੇ ਨੇ, ਉਸ ਦੇ ਅਕੋਰਡਿੰਗ BUs ਡਿਸਾਈਡ ਹੋਣਗੇ ਕਿ ਸਿਰਫ ਇੱਕ BU ਲੱਗੇਗਾ, 2 ਜਾਂ 2 ਤੋਂ ਵੱਧ। BU1 ਜਿਹੜਾ ਹੈਗਾ ਜੀ ਉਹ VVPAT ਦੇ ਨਾਲ ਕਨੈਕਟ ਹੋਏਗਾ। ਸੇਮ ਔਨ BU2 ਜੋ ਹੈ ਉਹ BU1 ਦੇ ਨਾਲ, BU3 BU2 ਦੇ ਨਾਲ ਐਂਡ ਸੋ ਔਨ, ਇਸ ਤਰ੍ਹਾਂ ਇਹ ਕਨੈਕਟ ਹੁੰਦੇ ਰਹਿਣਗੇ। ਨੈਕਸਟ ਹੈ ਜੀ ਕਨੈਕਸ਼ਨ ਆਫ EVMs। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ VVPAT ਨੂੰ CU ਦੇ ਨਾਲ ਕਨੈਕਟ ਕਰਨਾ ਹੈ ਤੇ BU ਨੂੰ ਅਸੀਂ VVPAT ਦੇ ਨਾਲ ਕਨੈਕਟ ਕਰਨਾ।
ਹੁਣ ਜੇ ਇੱਕ ਤੋਂ ਵੱਧ VU ਸਾਡੇ ਕੋਲ ਹੁੰਦੇ ਆ ਜੀ, ਤਾਂ ਇਸ ਚੀਜ਼ ਦੀ ਆਇਡੈਂਟੀਫਿਕੇਸ਼ਨ ਕਿੱਦਾਂ ਹੋਊਗੀ ਕਿ ਇਹਨਾਂ ਵਿੱਚੋਂ VU1 ਕਿਹੜਾ ਹੈ, VU2 ਕਿਹੜਾ ਹੈ। BU ਦੇ ਰਾਈਟ ਹੈਂਡ ਸਾਈਡ ਦੇ ਉੱਪਰ, ਟੌਪ ਦੇ ਉੱਪਰ ਇੱਕ ਸਲਾਈਡ ਸਵਿਚ ਨੇ, ਜਿਹੜੇ ਕਿ ਇੱਕ ਟਰਾਂਸਪੇਰੈਂਟ ਸ਼ੀਸ਼ੇ ਦੇ ਵਿੱਚੋਂ, ਇੱਕ ਟਰਾਂਸਪੇਰੈਂਟ ਵਿੰਡੋ ਦੇ ਵਿੱਚੋਂ ਦਿਖ ਰਹੇ ਹੋਣਗੇ। ਉਸ ਦੇ ਉੱਪਰ ਸੀਰੀਅਲ ਨੰਬਰ 01, 02, 03 ਇਸ ਤਰ੍ਹਾਂ ਉਸ ਨੂੰ ਡਿਨੋਮ ਕੀਤਾ ਗਿਆ ਹੋਊਗਾ। ਤਾਂ BU with serial number 01 will be attached with VVPAD, 02 will be attached with 01 and so on. ਜਦੋਂ ਸਾਡੇ ਸਾਰੇ ਕਨੈਕਸ਼ਨਸ ਪੂਰੇ ਹੋ ਗਏ, ਲਾਈਕ ਅਸੀਂ VVPAD ਨੂੰ CU ਦੇ ਨਾਲ ਕਨੈਕਟ ਕਰਤਾ, BUs ਨੂੰ ਰਿਸਪੈਕਟਿਵ VVPAD ਦੇ ਨਾਲ ਕਨੈਕਟ ਕਰਤਾ, ਤਾਂ ਉਸ ਤੋਂ ਬਾਅਦ ਅਸੀਂ ਆਪਣਾ ਪਾਵਰ ਸਵਿਚ ਔਨ ਕਰਨਾ ਹੈ। ਬਹੁਤੇ ਵਾਰ ਉਰੇ ਪ੍ਰੈਜ਼ਾਈਡਿੰਗ ਟੀਮ ਵੱਲੋਂ, ਪੋਲਿੰਗ ਟੀਮ ਵੱਲੋਂ ਇੱਕ ਗਲਤੀ ਕੀਤੀ ਜਾਂਦੀ ਹੈ ਜੀ, ਕਿ ਉਹਨਾਂ ਵੱਲੋਂ CU ਨੂੰ ਪਹਿਲਾਂ ਔਨ ਕਰ ਲਿਆ ਜਾਂਦਾ ਹੈ ਤੇ ਕਨੈਕਸ਼ਨਸ ਪ੍ਰੋਪਰ ਨਹੀਂ ਕੀਤੇ ਜਾਂਦੇ। ਉਸ ਟਾਈਮ ਮਸ਼ੀਨ ਐਰਰ ਸ਼ੋ ਕਰਦੀ ਹੈ। ਜੋ ਮਸ਼ੀਨਸ ਉਸ ਦੇ ਨਾਲ, CU ਦੇ ਨਾਲ ਜੋ ਮਸ਼ੀਨਸ ਪਹਿਲਾਂ ਕਨੈਕਟ ਹੋ ਚੁੱਕੀਆਂ ਹੁੰਦੀਆਂ ਨੇ, ਉਹ ਉਹਨਾਂ ਨੂੰ ਰੀਡ ਕਰ ਲੈਂਦੀ ਹੈ, ਪਰ ਜੋ ਕਨੈਕਸ਼ਨ ਬਾਅਦ 'ਚ ਕੀਤੇ ਜਾਂਦੇ ਨੇ ਉਸ ਨੂੰ ਕੰਟਰੋਲ ਯੂਨਿਟ ਰੀਡ ਨਹੀਂ ਕਰਦਾ ਤੇ ਮਸ਼ੀਨ ਵਰਕਿੰਗ ਮੋਡ ਦੇ ਵਿੱਚ ਨਹੀਂ ਆਉਂਦੀ। ਹੁਣ ਗੱਲ ਆ ਗਈ ਹੈ ਜੀ ਮੋਕ ਪੋਲ ਦੀ। ਮੋਕ ਪੋਲ ਐਕਚੁਅਲ ਪੋਲ ਤੋਂ 1 ਘੰਟਾ ਪਹਿਲਾਂ ਸਟਾਰਟ ਹੁੰਦਾ ਹੈ। ਇਹ ਪੋਲਿੰਗ ਏਜੰਟਸ ਦਾ ਪੋਲਿੰਗ ਪਾਰਟੀਜ਼ ਨੂੰ ਇਸ ਚੀਜ਼ ਨੂੰ ਮੇਕ ਸ਼ੋਰ ਕਰਨ ਦੀ ਲਈ ਕੀਤੀ ਜਾਂਦੀ ਹੈ ਕਿ ਜਿਹੜੀ ਸਾਡੀ EVM ਹੈ ਉਹ ਬਿਲਕੁਲ ਸਹੀ ਵਰਕ ਕਰ ਰਹੀ ਹੈ, ਉਸ ਦੇ ਵਿੱਚ ਕੋਈ ਵੀ ਖਰਾਬੀ ਨਹੀਂ ਹੈਗੀ, ਜੋ ਕਿ ਆਮ ਤੌਰ ਤੇ ਵੱਖ-ਵੱਖ ਪੋਲੀਟੀਕਲ ਪਾਰਟੀਜ਼ ਵੱਲੋਂ ਕਲੇਮ ਕੀਤਾ ਜਾਂਦਾ ਹੈ, ਜੋ ਕਿ ਬਿਲਕੁਲ ਹੀ ਗਲਤ ਕਲੇਮ ਹੈ। ਜਦੋਂ ਅਸੀਂ ਪੋਲਿੰਗ ਏਜੰਟਸ ਨੂੰ ਨਿਯੁਕਤ ਕਰਾਂਗੇ ਜੀ 1 ਦਿਨ ਪਹਿਲਾਂ, ਤਾਂ ਅਸੀਂ ਉਹਨਾਂ ਨੂੰ ਉਹੀ ਦੱਸ ਦਾਂਗੇ ਕਿ ਤੁਸੀਂ 6 ਵਜੇ ਆਪਣਾ ਪੋਲਿੰਗ ਬੂਥ ਦੇ ਉੱਪਰ ਡੇਟ ਆਫ ਪੋਲ ਵਾਲੇ ਦਿਨ ਰਿਪੋਰਟ ਕਰਨਾ ਹੈ। ਮੈਕਸਿਮਮ 15 ਮਿੰਟ ਤੁਸੀਂ ਉਹਨਾਂ ਦਾ ਵੇਟ ਕਰਨਾ ਹੈ। ਲਾਈਕ ਅਗਰ 6 ਵਜੇ ਮੌਕ ਪੋਲ ਦਾ ਟਾਈਮ ਹੈ, ਤੁਸੀਂ 6:15 ਤੱਕ ਪੋਲਿੰਗ ਏਜੰਟਸ ਦਾ ਵੇਟ ਕਰਨਾ ਹੈ। 6:15 ਤੱਕ ਅਗਰ ਪੋਲਿੰਗ ਏਜੰਟਸ ਆਉਂਦੇ ਨੇ ਤਾਂ ਵੀ, ਅਗਰ ਨਹੀਂ ਆਉਂਦੇ ਤਾਂ ਵੀ ਤੁਸੀਂ ਮੌਕ ਪੋਲ ਨੂੰ ਸਟਾਰਟ ਕਰ ਦੇਣਾ। VVPAD ਨੂੰ ਅਸੀਂ ਨਾਲ ਕਨੈਕਟ ਕਰਨਾ ਹੈ ਡਿਊਰਿੰਗ ਮੌਕ ਪੋਲ। ਮਿਨੀਮਮ 50 ਵੋਟਸ ਅਸੀਂ ਮੌਕ ਪੋਲ ਦੇ ਵਿੱਚ ਕਾਸਟ ਕਰਨੀਆਂ ਨੇ। ਹਰ ਕੈਂਡੀਡੇਟ ਨੂੰ ਘੱਟ ਤੋਂ ਘੱਟ 1 ਵੋਟ ਕਾਸਟ ਕਰਨੀ ਹੈ, ਇੰਕਲੂਡਿੰਗ ਨੋਟਾ, ਕਿਉਂਕਿ ਨੋਟਾ ਵੀ ਇੱਕ ਕੈਂਡੀਡੇਟ ਹੀ ਹੈ ਔਨ ਦਾ ਡੇ ਆਫ ਪੋਲ। ਸੋ ਮਿਨੀਮਮ 50 ਵੋਟਸ, ਹਰ ਕੈਂਡੀਡੇਟ ਨੂੰ ਘੱਟੋ ਘੱਟ 1 ਵੋਟ। ਉਸ ਸੀਰੀਅਲ ਆਰਡਰ ਦੇ ਵਿੱਚ ਹੀ ਇੱਕ ਪੋਲਿੰਗ ਆਫੀਸਰ ਉਸ ਨੂੰ ਨੋਟ ਕਰਦੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਸ ਦਾ ਰਿਜ਼ਲਟ ਲਿਆ ਜਾਂਦਾ ਹੈ। 50 ਵੋਟਸ ਕਾਸਟ ਕਰਨ ਤੋਂ ਬਾਅਦ CU ਨੂੰ ਕਲੋਜ਼ ਕੀਤਾ ਜਾਂਦਾ ਹੈ, ਉਸ ਦਾ ਰਿਜ਼ਲਟ ਲਿਆ ਜਾਂਦਾ ਹੈ ਤੇ ਉਸ ਨੂੰ ਕਲੀਅਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ VVPAD ਦੇ ਵਿੱਚੋਂ ਵੀ ਜੋ ਪ੍ਰਿੰਟ ਕੀਤੀਆਂ ਹੋਈਆਂ ਸਲਿੱਪਸ ਨੇ, 7 ਉਸ ਦੀਆਂ ਆਪਣੀਆਂ ਸਲਿੱਪਸ ਜੋ ਚੈੱਕ ਸਲਿੱਪਸ ਨੇ, ਤੇ 50 ਜਿਹੜੀਆਂ ਅਸੀਂ ਵੋਟਸ ਪਾਈਆਂ ਨੇ ਉਹਨਾਂ ਦੀ ਵੀ ਕਾਊਂਟਿੰਗ ਕਰਕੇ ਇੱਕ ਵਾਰ ਚੈੱਕ ਕਰਵਾਇਆ ਜਾਂਦਾ ਹੈ ਜੀ ਕਿ ਐਕਚੁਅਲ ਜੋ ਮਸ਼ੀਨ ਦੀ ਪੋਲਿੰਗ ਸੀ ਤੇ ਜੋ VVPAD ਦੇ ਵਿੱਚੋਂ ਸਲਿੱਪਸ ਨਿਕਲੀਆਂ ਨੇ ਉਹ ਆਪਸ ਵਿੱਚ ਮੈਚ ਕਰ ਰਹੀਆਂ ਨੇ, ਐਂਡ ਦਿਸ ਇਜ਼ ਅ ਫੇਅਰ ਮਸ਼ੀਨ। ਉਸ ਤੋਂ ਬਾਅਦ ਅਸੀਂ CRC ਅਪਲਾਈ ਕਰਦੇ ਹਾਂ ਜੀ। CRC ਇਜ਼ ਕਲੋਜ਼ ਰਿਜ਼ਲਟ ਕਲੀਅਰ। ਉਰੇ ਇਹ ਚੀਜ਼ ਬਹੁਤ ਐਨਸ਼ੋਰ ਕਰਨ ਵਾਲੀ ਹੈ ਜੀ ਕਿ ਮੌਕ ਪੋਲ ਤੋਂ ਬਾਅਦ CU ਦੇ ਵਿੱਚੋਂ ਕਾਸਟ ਕੀਤੀ ਗਈਆਂ ਵੋਟਸ ਵੀ ਡਿਲੀਟ ਕੀਤੀਆਂ ਜਾਣ ਤੇ VVPAD ਦੇ ਕੰਪਾਰਟਮੈਂਟ ਦੇ ਵਿੱਚੋਂ ਕਾਸਟ ਕੀਤੀਆਂ ਗਈਆਂ ਵੋਟਸ ਦੇ ਪ੍ਰਿੰਟ ਆਊਟ, ਜੋ ਪ੍ਰਿੰਟਿੰਗ ਸਲਿੱਪਸ ਨੇ, ਉਹਨਾਂ ਨੂੰ ਵੀ ਪ੍ਰੋਪਰ ਅਸੀਂ ਨਿਕਾਲ ਲਈਏ, ਕਿਉਂਕਿ ਅਮੂਮਨ ਬਹੁਤ ਜਗ੍ਹਾ ਤੇ ਦੇਖਣ ਨੂੰ ਆਉਂਦਾ ਹੈ ਕਿ ਦੋਨਾਂ ਵਿੱਚੋਂ ਇੱਕ ਚੀਜ਼ ਛੱਡ ਦਿੱਤੀ ਜਾਂਦੀ ਹੈ। ਇਸ ਦੇ ਨਾਲ ਐਕਚੁਅਲ ਡੇਟ ਆਫ ਜਦੋਂ ਕਾਊਂਟਿੰਗ ਹੋਏਗੀ ਜੀ, ਉੱਥੇ ਬੜੀ ਪ੍ਰੋਬਲਮਸ ਆਉਂਦੀਆਂ ਨੇ, ਉਹਦੇ ਲਈ ਵੱਖਰੇ SOPs ਹੁੰਦੇ ਨੇ। ਇਸ ਨੂੰ ਕਰਨ ਤੋਂ ਬਾਅਦ we will switch off the CU
ਮੌਕ ਪੋਲ ਸਲਿੱਪਸ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਕਿ ਵੀਵੀਪੈਟ ਦੇ ਵਿੱਚੋਂ ਕੱਢਣਾ ਹੈ, ਤਾਂ ਉਹਨੂੰ ਇੱਕ ਸਟੈਂਪ ਦਿੱਤੀ ਜਾਊਗੀ ਪ੍ਰੈਜ਼ਾਈਡਿੰਗ ਆਫੀਸਰਸ ਨੂੰ, ਜਿਹਦੇ ਪਿੱਛੇ ਲਿਖਿਆ ਹੋਊਗਾ ਮੌਕ ਪੋਲ ਸਲਿੱਪ। ਉਹਨਾਂ ਸਾਰੀਆਂ ਸਲਿੱਪਸ ਨੂੰ ਜੋ ਅਸੀਂ ਵੀਵੀਪੈਟ ਚੋਂ ਕੱਢੀਆਂ ਨੇ, ਉਹਨਾਂ ਦੀ ਬੈਕ ਸਾਈਡ ਦੇ ਉੱਪਰ ਮੌਕ ਪੋਲ ਸਲਿੱਪ ਦੀ ਸਟੈਂਪ ਲੱਗੇਗੀ। ਤੇ ਇਹਨਾਂ ਸਾਰੀਆਂ ਜਿਹੜੀਆਂ ਵੋਟਰ ਸਲਿੱਪਸ ਨੇ ਜੋ ਨਿਕਲੀਆਂ ਨੇ ਇਹ ਵੀਵੀਪੈਟ ਦੇ ਵਿੱਚੋਂ, ਇਹਨਾਂ ਨੂੰ ਇੱਕ ਬਲੈਕ ਪੇਪਰ ਦੇ ਐਨਵੋਲਪ ਦੇ ਵਿੱਚ ਪਾਉਂਦੇ ਹੋਏ ਸੀਲ ਕੀਤਾ ਜਾਊਗਾ। ਤੇ ਇਸ ਨੂੰ ਤੁਹਾਨੂੰ ਇੱਕ ਡਿੱਬੀ ਦਿੱਤੀ ਜਾਊਗੀ ਜੀ ਵਾਈਟ ਕਲਰ ਦੀ, ਉਸ ਦੇ ਵਿੱਚ ਵੀ ਸੀਲ ਕੀਤਾ ਜਾਊਗਾ। ਉਸ ਤੋਂ ਬਾਅਦ ਪ੍ਰੈਜ਼ਾਈਡਿੰਗ ਆਫੀਸਰਸ, ਪੋਲਿੰਗ ਏਜੰਟਸ ਉਸ ਐਨਵੋਲਪ ਦੇ ਉੱਪਰ ਆਪਣੇ ਸਿਗਨੇਚਰਸ ਕਰਨਗੇ ਕਿ ਸਾਡੇ ਸਾਹਮਣੇ ਜੀ ਇਹ ਜਿਹੜੀਆਂ ਸਲਿੱਪ ਸੀ ਸੀਲ ਕੀਤੀਆਂ ਗਈਆਂ ਨੇ। The name and the number of polling station, number of and name of the AC, date of poll, and the word VVPAT paper slips of mock poll shall be written on the envelope. envelope ਦੇ ਉੱਪਰ ਅਸੀਂ ਆਪਣੇ ਪੋਲਿੰਗ ਸਟੇਸ਼ਨ ਦਾ ਨਾਮ, AC ਦਾ ਨਾਮ, ਡੇਟ ਆਫ ਪੋਲ ਤੇ VVPAT ਵੋਟਰ ਸਲਿੱਪਸ ਆਫ mock poll ਲਿਖਣਾ ਜੀ, ਤਾਂ ਕਿ ਇਹ ਡਿਫਾਈਨ ਹੋ ਸਕੇ ਕਿ ਇਹ ਕਿਸ AC ਦੀਆਂ ਕਿਸ PS ਦੀਆਂ ਵੋਟਰ ਸਲਿੱਪਸ ਨੇ। ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਸ ਐਨਵੋਲਪ ਨੂੰ ਇੱਕ ਸਪੈਸ਼ਲ ਪਲਾਸਟਿਕ ਦੇ ਬਾਕਸ ਵਿੱਚ ਰੱਖਿਆ ਜਾਂਦਾ ਹੈ ਤੇ ਇਸ ਦੇ ਉੱਪਰ ਪਿੰਕ ਪੇਪਰ ਸੀਲ ਲਗਾਈ ਜਾਂਦੀ ਹੈ ਜੀ। ਅਗਰ ਕੈਂਡੀਡੇਟਸ ਦੇ ਇਲੈਕਸ਼ਨ ਏਜੰਟਸ, ਪੋਲਿੰਗ ਏਜੰਟਸ ਚਾਹਣ ਤਾਂ ਉਸ ਸੀਲ ਦੇ ਉੱਪਰ ਵੀ ਆਪਣੇ ਸਿਗਨੇਚਰਸ ਕਰ ਸਕਦੇ ਨੇ। ਉਸ ਤੋਂ ਬਾਅਦ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਵੱਲੋਂ ਇੱਕ ਮੌਕ ਪੋਲ ਸਰਟੀਫਿਕੇਟ ਭਰਵਾਇਆ ਜਾਂਦਾ ਹੈ, ਜਿਸ ਦੇ ਉੱਪਰ ਪੂਰਾ ਮੈਂਸ਼ਨ ਹੁੰਦਾ ਜੀ ਕਿ ਕਿੰਨੇ ਕੈਂਡੀਡੇਟ ਸੀ, ਉਹ ਕੈਂਡੀਡੇਟਸ ਦੇ ਨਾਮ, ਹਰ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਾਈਆਂ ਗਈਆਂ, ਰਿਜ਼ਲਟ ਕੀ ਰਿਹਾ, EVM ਦਾ ਰਿਜ਼ਲਟ ਕੀ ਸੀ ਤੇ ਮੈਨੂਅਲ ਰਿਜ਼ਲਟ ਜੋ ਵੀਵੀਪੈਟ ਸਲਿੱਪਸ ਦਾ ਸੀ ਉਹ ਕੀ ਸੀ। ਇਸ ਨੂੰ ਭਰਨ ਤੋਂ ਬਾਅਦ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਆਪਣੇ ਸਾਈਨ ਕਰਦੇ ਹੈ ਤੇ ਪੋਲਿੰਗ ਏਜੰਟਸ ਜਿਹੜੇ ਉੱਥੇ ਹੁੰਦੇ ਆ ਜੀ ਉਹਨਾਂ ਤੋਂ ਸਿਗਨੇਚਰ ਲੈਂਦੇ ਆ। ਇਹ ਇੱਕ ਬਹੁਤ ਜ਼ਰੂਰੀ ਸਰਟੀਫਿਕੇਟ ਹੈ ਜੀ, ਸਟੈਚੂਰੀ ਡਾਕੂਮੈਂਟ ਹੈ ਇਹ, ਇਸ ਨੂੰ ਜ਼ਰੂਰ ਇਨਸ਼ੋਰ ਕਰਨਾ ਹੈ ਜੀ ਕਿ ਇਸ ਨੂੰ ਭਰਵਾਉਣਾ ਜ਼ਰੂਰੀ ਹੈ। ਸੋ ਮੌਕ ਪੋਲ ਤੋਂ ਬਾਅਦ ਸੈਟ 0 ਬਾय ਕਲੀਅਰਿੰਗ ਦਾ ਮਸ਼ੀਨ CRC ਕਰਨੀ ਹੈ ਜੀ, ਅਪਲਾਈ CRC। ਉਰੇ ਦਿਖਾਇਆ ਗਿਆ ਜੀ ਕਿ CRC ਕਰਨ ਤੋਂ ਬਾਅਦ ਤੁਸੀਂ ਇੱਕ ਵਾਰ ਟੋਟਲ ਦਾ ਬਟਨ ਚੈੱਕ ਕਰਕੇ ਇਹ ਇਨਸ਼ੋਰ ਕਰਨਾ ਹੈ ਕਿ ਮਸ਼ੀਨ ਕਲੀਅਰ ਹੋ ਗਈ ਹੈ। ਹੁਣ ਮੌਕ ਪੋਲ ਦੇ ਵਿੱਚ ਕੀ ਹੈ ਜੀ, ਤੁਸੀਂ ਵੋਟ ਪਾਉਣ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪ ਜਾਂ ਤੁਹਾਡੇ ਤੁਹਾਡੇ ਜਿਹੜੇ ਪ੍ਰੈਜ਼ਾਈਡਿੰਗ ਦੀ ਟੀਮ ਦੇ ਵਿੱਚ ਮੈਂਬਰ ਨੇ, POs ਨੇ, ਉਹਨਾਂ ਤੋਂ ਪਵਾਉਣੀ ਹੈ। ਤੁਸੀਂ ਈਵਨ ਪੋਲਿੰਗ ਏਜੰਟਸ ਨੂੰ ਕਹਿਣਾ ਹੈ ਕਿ ਤੁਸੀਂ ਇੱਕ ਇੱਕ ਕੈਂਡੀਡੇਟ ਨੂੰ ਜਾਂ ਆਪਣੇ ਕੈਂਡੀਡੇਟ ਨੂੰ ਵੋਟ ਕਾਸਟ ਕਰੋ। ਡੈਮੋ ਦੇ ਵਿੱਚ ਦਿਖਾਇਆ ਗਿਆ ਜੀ ਉਰੇ ਬਟਨ ਪ੍ਰੈਸ ਕਰਦੇ ਹੋਏ, ਜਦੋਂ ਤੁਸੀਂ ਵੈਲਿਡ ਪ੍ਰੈਸ ਕਰੋਗੇ ਤਾਂ ਵੈਲਿਡ ਯੂਨਿਟ ਦੇ ਉੱਪਰ ਰੈੱਡ ਕਲਰ ਦੀ ਲਾਈਟ ਸੀ ਜਿਹੜੀ ਉਹ ਆਫ ਹੋ ਕੇ ਗ੍ਰੀਨ ਕਲਰ ਦੀ ਲਾਈਟ ਔਨ ਹੋ ਜਾਏਗੀ। ਇसी ਤਰ੍ਹਾਂ ਜਦੋਂ ਵੋਟ ਦਾ ਬਟਨ ਦੱਬਿਆ ਜਾਏਗਾ ਤਾਂ ਕੈਂਡੀਡੇਟ ਦੇ ਸਾਹਮਣੇ ਵਾਲਾ ਰੈੱਡ ਬਟਨ ਔਨ ਹੋਏਗਾ ਤੇ ਵੀਵੀਪੈਟ ਦੇ ਵਿੱਚ ਉਸੇ ਕੈਂਡੀਡੇਟ ਦੀ ਨਾਮ, ਸੀਰੀਅਲ ਨੰਬਰ ਤੇ ਉਹਨਾਂ ਦਾ ਸਿੰਬਲ ਜਿਹੜਾ ਹੈਗਾ ਉਹ ਸ਼ੋ ਹੋਏਗਾ ਤੇ 7 ਸੈਕਿੰਡ ਦੇ ਲਈ ਇਹ ਡਿਸਪਲੇ ਹੋਏਗਾ। ਇਸ ਤੋਂ ਬਾਅਦ ਇਹ ਜਿਹੜੀ ਸਲਿੱਪ ਹੈ ਕੱਟ ਕੇ ਪੁੱਠੀ ਹੋ ਕੇ ਗਿਰ ਜਾਣੀ ਹੈ ਜੀ, ਤੇ ਇਸ ਤੋਂ ਬਾਅਦ ਕੰਟਰੋਲ ਯੂਨਿਟ ਦੇ ਉੱਪਰੋਂ ਇੱਕ ਵੀਪ ਦੀ ਆਵਾਜ਼ ਆਊਗੀ, ਜਿਸ ਦਾ ਮਤਲਬ ਹੈ ਕਿ ਸਾਡੀ ਜਿਹੜੀ ਵੋਟ ਕਾਸਟ ਹੋ ਗਈ ਹੈ। ਇਹ ਪ੍ਰੋਸੈਸ ਦੱਸਿਆ ਗਿਆ ਜੀ that after a few seconds the red light near the candidate name, red light in the busy lamp and the beep sound will go off. This indicates the recording of vote in the control unit. ਜਦੋਂ ਸਾਡੀ CU ਨੇ ਬੀਪ ਦੀ ਆਵਾਜ਼ ਦਿੱਤੀ, ਇਸ ਦਾ ਮਤਲਬ ਹੈ ਕਿ ਵੋਟ ਕਾਸਟ ਹੋ ਗਈ ਹੈ। ਰਿਪੀਟ ਦਾ ਪ੍ਰੋਸੈਸ, ਇਹ ਇੱਕ ਵੋਟ ਦਾ ਪ੍ਰੋਸੈਸ ਸੀ ਜੀ। ਇਸੇ ਤਰ੍ਹਾਂ ਅਸੀਂ 50 ਵੋਟਾਂ ਕਾਸਟ ਕਰਨੀਆਂ ਨੇ, ਸੋ ਇਹੀ ਪ੍ਰੋਸੈਸ ਅਸੀਂ ਬਾਰ-ਬਾਰ ਰਿਪੀਟ ਕਰਨਾ ਹੈ। ਮਿਨੀਮਮ ਵੋਟ
50 ਵੋਟਸ ਨੇ ਜੋ ਕਾਸਟ ਕਰਨੀਆਂ ਨੇ ਜੀ। ਉਸ ਤੋਂ ਬਾਅਦ ਟੋਟਲ ਬਟਨ ਪ੍ਰੈਸ ਕਰਕੇ ਹੋਏ ਚੈੱਕ ਕਰਨਾ ਹੈ ਕਿ ਅਸੀਂ ਕਿੰਨੀਆਂ ਵੋਟਸ ਪੋਲ ਕੀਤੀਆਂ ਨੇ। ਇਸ ਤੋਂ ਬਾਅਦ ਐਂਡ ਦਾ ਬਟਨ ਦੱਬ ਕੇ ਅਸੀਂ ਉਸ ਮੌਕ ਪੋਲ ਨੂੰ ਕਲੋਜ਼ ਕਰਨਾ ਹੈ। ਦੈਨ ਵੀ ਪ੍ਰੈਸ ਰਿਜ਼ਲਟ ਬਟਨ। ਉਸ ਤੋਂ ਬਾਅਦ ਡਿਸਪਲੇ ਪੈਨਲ ਦੇ ਉੱਪਰ ਰਿਜ਼ਲਟ ਸ਼ੋ ਹੋਏਗਾ ਜੀ, ਤੇ ਕੈਂਡੀਡੇਟ ਵਾਈਜ਼ ਜਿੰਨੇ ਕੈਂਡੀਡੇਟ ਨੇ, ਲਾਈਕ ਕੈਂਡੀਡੇਟ 1 ਉਸ ਤੋਂ ਬਾਅਦ ਵੋਟਾਂ ਕਿੰਨੀਆਂ ਪਈਆਂ ਨੇ, ਦੈਨ ਕੈਂਡੀਡੇਟ 2 ਕਿੰਨੀਆਂ ਵੋਟਾਂ ਪਈਆਂ ਨੇ, ਸੋ ਔਨ ਪ੍ਰੋਸੈਸ ਟਿਲ ਦਾ ਲਾਸਟ ਕੈਂਡੀਡੇਟ ਜਿਹੜਾ ਸਾਡਾ ਹੈਗਾ ਉਦ ਤੱਕ ਇਹ ਚੱਲਦਾ ਰਹੂਗਾ। ਇਸ ਤੋਂ ਬਾਅਦ ਅਸੀਂ ਵੀਵੀਪੈਟ ਦੇ ਵਿੱਚੋਂ ਸੈਲਫ ਟੈਸਟਡ 7 ਸਲਿਪਸ ਦੇ ਨਾਲ ਸਾਰੀਆਂ ਜਿਹੜੀਆਂ ਪ੍ਰਿੰਟਡ ਸਲਿਪਸ ਨੇ ਉਹਨਾਂ ਨੂੰ ਨਿਕਾਲ ਲੈਣਾ ਹੈ, ਤੇ ਉਹਨਾਂ ਦੀ ਕਾਊਂਟਿੰਗ ਕਰਕੇ ਅਸੀਂ ਉਸ ਟੈਲੀ ਨੂੰ CU ਦੇ ਰਿਜ਼ਲਟ ਦੇ ਨਾਲ ਟੈਲੀ ਕਰਨਾ ਹੈ। Keep all the printed paper slips of mock polls along with 7 self-tested slips in the prescribed envelope and seal it in a plastic bag given for it। ਜਿਵੇਂ ਪਹਿਲਾਂ ਦੱਸਿਆ ਗਿਆ ਸੀ ਜੀ ਕਿ ਪਹਿਲਾਂ ਸਾਰੀਆਂ ਸਲਿਪਸ ਨੂੰ ਐਨਵਲਪ ਦੇ ਵਿੱਚ ਰੱਖਣਾ ਹੈ, ਸੀਲ ਕਰਨਾ ਹੈ, ਉਸ ਤੋਂ ਬਾਅਦ ਇੱਕ ਪਲਾਸਟਿਕ ਦੇ ਬਾਕਸ ਦੇ ਵਿੱਚ ਰੱਖਣਾ ਹੈ ਤੇ ਇਸ ਦੇ ਉੱਪਰ ਪਿੰਕ ਪੇਪਰ ਸੀਲ ਲਗਾ ਦੇਣੀ ਹੈ। ਇਸ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਜੀ। ਸਰਟੀਫਿਕੇਟ ਆਫ ਮੌਕ ਪੋਲ। ਨਾਓ ਆਫਟਰ ਦਾ ਮੌਕ ਪੋਲ, clear all the printed slips from VVPAT and seal it। ਉਹਨਾਂ ਸਲਿਪਸ ਨੂੰ ਵੀ ਸੀਲ ਕਰਨਾ ਹੈ ਤੇ ਜਿਹੜਾ ਕੰਪਾਰਟਮੈਂਟ ਬਾਕਸ ਹੈ ਜੀ, ਸਲਿਪਸ ਕੰਪਾਰਟਮੈਂਟ ਬਾਕਸ ਹੈ VVPAT ਦਾ, ਉਸ ਨੂੰ ਵੀ ਅਸੀਂ ਸੀਲ ਕਰਨਾ ਹੈ। ਪ੍ਰਪੇਅਰ ਮੌਕ ਪੋਲ ਸਰਟੀਫਿਕੇਟ, ਇਹਨਾਂ ਸਾਰਾ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਜੀ। ਉਸ ਤੋਂ ਬਾਅਦ ਕੰਟਰੋਲ ਯੂਨਿਟ ਦੇ ਉੱਪਰ ਗ੍ਰੀਨ ਪੇਪਰ ਸੀਲ, ਸਪੈਸ਼ਲ ਟੈਗਸ, ਐਡਰੈਸ ਟੈਗ ਐਂਡ ਸਟ੍ਰਿਪ ਸੀਲ, ਇਸ ਨੂੰ ਲਗਾਉਣਾ ਹੈ। ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਟੇਕ ਸਿਗਨੇਚਰ ਆਫ ਦਾ ਪੋਲਿੰਗ ਏਜੰਟਸ ਔਨ ਗ੍ਰੀਨ ਪੇਪਰ ਸੀਲ, ਸਪੈਸ਼ਲ ਟੈਗ ਐਂਡ ਸਟ੍ਰਿਪ ਸੀਲਸ। ਇਹ ਮੈਂ ਤੁਹਾਨੂੰ ਦੱਸ ਚੁੱਕਿਆ ਜੀ ਕਿ ਵੀਵੀਪੈਟ ਦੀਆਂ ਪ੍ਰਿੰਟਿੰਗ ਪੇਪਰ ਸਲਿਪਸ ਕੈਬਿਨਟ ਹੈ, ਉਸ ਨੂੰ ਅਸੀਂ ਐਡਰੈਸ ਟੈਗ ਦੇ ਨਾਲ ਸੀਲ ਕਰਨਾ ਹੈ। ਇਸ ਨੂੰ ਸੀਲ ਕਰਨ ਤੋਂ ਬਾਅਦ ਪਲੀਜ਼ ਇਸ ਨੂੰ ਸੈਲੋ ਟੇਪ ਦੇ ਨਾਲ ਪੇਸਟ ਜ਼ਰੂਰ ਕਰ ਦਿਓ, ਕਿਉਂਕਿ ਕਈ ਵਾਰ ਪਤਾ ਨਹੀਂ ਲੱਗਦਾ। ਜਿਹੜਾ ਵੀਵੀਪੈਟ ਹੈ ਇਹ ਵੋਟਿੰਗ ਕੰਪਾਰਟਮੈਂਟ ਦੇ ਅੰਦਰ ਹੋਊਗਾ ਜਿੱਥੇ ਇਲੈਕਸ਼ਨ ਪਰਸੋਨਲਸ ਨਹੀਂ ਜਾ ਸਕਦੇ, ਤਾਂ ਕਈ ਵਾਰ ਕੋਈ ਸ਼ਰਾਰਤੀ ਅਨਸਰ ਕਿਤੇ ਇਸ ਨੂੰ ਉਖਾੜ ਕੇ ਨਾ ਲੈ ਜੇ। ਪ੍ਰਪੇਅਰ ਡਿਕਲੇਰੇਸ਼ਨ ਬਿਫੋਰ ਦਾ ਕਮੈਂਸਮੈਂਟ ਆਫ ਪੋਲ, ਪਾਰਟ 1 ਆਫ ਐਨੈਕਸਚਰ 7। ਇਸ ਦੇ ਵਿੱਚ ਡਿਕਲੇਅਰ ਕੀਤਾ ਜਾਂਦਾ ਹੈ ਕਿ ਐਕਚੁਅਲ ਜਿਹੜੀ ਡੇਟ ਪੋਲ ਹੈ ਉਹ ਕਮੈਂਸ ਹੋ ਗਈ ਹੈ। ਡੇਟ ਤੇ ਟਾਈਮ ਦੋਨੋਂ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਨੇ। ਇਸ ਨੂੰ ਤੁਸੀਂ ਪਲੀਜ਼ ਮਸ਼ੀਨ ਦੇ ਨਾਲ ਟੈਲੀ ਕਰਨ ਤੋਂ ਬਾਅਦ ਹੀ ਭਰਨਾ ਹੈ, ਜਿੰਨੇ ਵਜੇ ਮਸ਼ੀਨ ਤੁਸੀਂ ਆਪਣੀ ਔਨ ਕਰੋਗੇ। ਆਫਟਰ ਦਾ ਮੌਕ ਪੋਲ, ਸਟਾਰਟ ਦ ਪੋਲਿੰਗ ਐਟ 7 AM ਸ਼ਾਰਪ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸੀਲਿੰਗ ਆਫ EVMs ਦੀ। ਫਿਕਸਿੰਗ ਆਫ ਗ੍ਰੀਨ ਪੇਪਰ ਸੀਲ, signature of presiding officer and polling agents on the green paper seal। ਅਗਰ ਇਸ ਤਰ੍ਹਾਂ ਸਿਗਨੇਚਰ ਹੋਣਗੇ, ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ। ਅਗਰ ਪੋਲਿੰਗ ਏਜੰਟਸ ਚਾਹਣ ਤਾਂ ਉਹ ਇਸ ਸੀਲ ਦਾ ਸੀਰੀਅਲ ਨੰਬਰ ਨੋਟ ਕਰ ਸਕਦੇ ਨੇ। ਸੀਲਿੰਗ ਕਰਨ ਤੋਂ ਪਹਿਲਾਂ ਮਸ਼ੀਨ ਨੂੰ ਅਸੀਂ ਸਵਿਚ ਆਫ ਮੋਡ ਦੇ ਵਿੱਚ ਰੱਖਣਾ ਹੈ ਜੀ। ਜਿੰਨਾ ਵੀ ਸੀਲਿੰਗ ਦਾ ਪ੍ਰੋਸੈਸ ਹੈ, ਜਿੰਨਾ ਟਾਈਮ ਸਾਡੀ ਮਸ਼ੀਨ ਔਨ ਹੋਏਗੀ ਅਸੀਂ ਨਹੀਂ ਕਰਨਾ। ਮਸ਼ੀਨ ਨੂੰ ਆਫ ਕਰਨ ਤੋਂ ਬਾਅਦ ਹੀ ਸੀਲਿੰਗ ਦਾ ਪ੍ਰੋਸੈਸ ਕਰਨਾ ਹੈ। ਤੁਹਾਡੇ ਕੋਲੇ ਸਕਰੀਨ ਦੇ ਉੱਪਰ ਇੱਕ ਫੋਟੋ ਸ਼ੋ ਹੋ ਰਹੀ ਹੈ ਜੀ, ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਗ੍ਰੀਨ ਪੇਪਰ ਸੀਲ ਨੂੰ ਕਿਸ ਤਰ੍ਹਾਂ ਇਨਸਰਟ ਕਰਨਾ ਹੈ। ਜੋ ਇਸ ਦਾ ਸੀਰੀਅਲ ਨੰਬਰ ਹੋਏਗਾ ਉਸ ਨੂੰ ਨੀਚੇ ਦੀ ਤਰਫ ਰੱਖਣਾ ਹੈ, ਤਾਂ ਕਿ ਜਦੋਂ ਇਹ ਵਾਲਾ ਕੰਪਾਰਟਮੈਂਟ ਬੰਦ ਹੋਏਗਾ ਤਾਂ ਸੀਰੀਅਲ ਨੰਬਰ ਉੱਪਰ ਆ ਕੇ ਡਿਸਪਲੇ ਹੋਣਾ ਸ਼ੁਰੂ ਹੋ ਜਾਏ। ਗ੍ਰੀਨ ਪੇਪਰ ਸੀਲ ਇਨਸਰਟ ਕੀਤੀ ਗਈ ਜੀ, ਤੇ ਇਸ ਕੰਪਾਰਟਮੈਂਟ ਨੂੰ ਅਸੀਂ ਬੰਦ ਕੀਤਾ। ਲਾਈਕ ਦਿਸ ਗ੍ਰੀਨ ਪੇਪਰ ਸੀਲ ਤੁਹਾਨੂੰ ਸ਼ੋ ਹੋ ਰਹੀ ਹੋਏਗੀ। ਉਸ ਤੋਂ ਬਾਅਦ ਸਪੈਸ਼ਲ ਟੈਗ ਹੈ ਜੀ। ਸਪੈਸ਼ਲ ਟੈਗ ਦੇ ਫਰੰਟ ਦੇ ਉੱਪਰ ਅਸੀਂ CU ਦਾ ਨੰਬਰ ਮੈਂਸ਼ਨ ਕਰਨਾ ਹੈ। ਸੀਰੀਅਲ ਨੰਬਰ ਆਟੋ ਮੈਂਸ਼ਨਡ ਹੋਏਗਾ। ਇਸ ਦੀ ਬੈਕ ਸਾਈਡ ਤੇ ਪ੍ਰੈਜ਼ਾਈਡਿੰਗ ਆਫੀਸਰ ਤੇ ਪੋਲਿੰਗ ਏਜੰਟਸ ਦੇ ਸਿਗਨੇਚਰ। ਉਸ ਤੋਂ ਬਾਅਦ ਇਹ ਤੁਸੀਂ ਇੱਕ ਲੈਚ ਦੇਖ ਰਹੇ ਹੋ, ਜਿਹੜਾ ਰਿਜ਼ਲਟ ਸੈਕਸ਼ਨ ਦੇ ਵਿੱਚ ਹੈ। ਪੂਰੇ ਟੈਗ ਬੰਦੇ ਹੋਏ ਇਹ ਸਪੈਸ਼ਲ ਟੈਗ ਨੂੰ ਲਗਾਉਣਾ ਹੈ।
ਜਦੋਂ ਵੀ ਸਪੈਸ਼ਲ ਟੈਗ ਨੂੰ ਅਸੀਂ ਸੀਲ ਕਰਨਾ ਹੈ ਜੀ, ਤਾਂ ਤੁਹਾਨੂੰ ਇੱਕ ਗੱਤਾ ਦਿੱਤਾ ਜਾਏਗਾ ਕਿੱਟ ਦੇ ਵਿੱਚ। ਉਸ ਗੱਤੇ ਨੂੰ ਨੀਚੇ ਰੱਖਦੇ ਹੋਏ ਅਸੀਂ ਸਪੈਸ਼ਲ ਟੈਗ ਨੂੰ ਸੀਲ ਕਰਨਾ ਹੈ। ਮੇਕ ਸ਼ੋਰ ਕਿ ਮਸ਼ੀਨ ਦੇ ਉੱਪਰ ਸੀਲ ਜਿਹੜੀ ਹੈਗੀ ਹੈ ਉਹ ਨਾ ਲੱਗੇ, ਲਾਕ ਨਾ ਲੱਗੇ, ਸਿਰਫ ਟੈਗ ਦੇ ਉੱਪਰ ਹੀ ਸਾਡੀ ਜਿਹੜੀ ਸੀਲਿੰਗ ਵੈਕਸ ਹੈ ਉਹ ਲੱਗੇ। ਇਸ ਤੋਂ ਬਾਅਦ ਅਸੀਂ ਐਡਰੈਸ ਟੈਗਸ ਲਗਾਣੇ ਹੈ। ਐਡਰੈਸ ਟੈਗ ਦੇ ਵਿੱਚ ਇਲੈਕਸ਼ਨ 2 ਅਸੈਂਬਲੀ ਦਾ ਨਾਮ ਤੇ ਉਸ ਦਾ ਸੀਰੀਅਲ ਨੰਬਰ, ਤੁਹਾਡੇ ਪੀਐਸ ਦਾ ਪੋਲਿੰਗ ਸਟੇਸ਼ਨ ਦਾ ਨਾਮ ਤੇ ਸੀਰੀਅਲ ਨੰਬਰ ਆਫ ਦਾ ਕੰਟਰੋਲ ਯੂਨਿਟ ਔਰ ਵੈਲਿਡ ਯੂਨਿਟ ਜਿਹਦੇ ਲਈ ਵੀ ਅਸੀਂ ਉਸ ਨੂੰ ਯੂਜ਼ ਕਰ ਰਹੇ ਹਾਂ, ਡੇਟ ਆਫ ਪੋਲ ਤੇ ਪ੍ਰੈਜ਼ਾਈਡਿੰਗ ਆਫੀਸਰ ਦੇ ਸਿਗਨੇਚਰ। ਉਸ ਤੋਂ ਬਾਅਦ ਅਸੀਂ ਸਟ੍ਰਿਪ ਸੀਲ ਲਗਾਣੀ ਹੁੰਦੀ ਹੈ ਜੀ, that is known as ABCD ਸੀਲ। ऐसा ਹੁੰਦਾ ਜੀ ਫਰੰਟ ਦੇ ਉੱਪਰ ABD, ਬੈਕ ਸਾਈਡ ਦੇ ਉੱਪਰ C। ਇਸ ਨੂੰ ਲਗਾਉਣ ਲੱਗੇ ਸਭ ਤੋਂ ਪਹਿਲਾਂ A ਸਾਈਡ ਨੂੰ ਇਸ ਤਰ੍ਹਾਂ ਜਿਵੇਂ ਫੋਟੋ ਦੇ ਵਿੱਚ ਦਿਖਾਇਆ ਗਿਆ ਨੀਚੇ ਰੱਖਿਆ ਜਾਂਦਾ ਹੈ। ਇਸ ਦੇ ਉੱਪਰ ਗ੍ਰੀਨ ਪੇਪਰ ਸੀਲ ਜਿਹੜੀ ਹੈਗੀ ਹੈ ਉਸ ਨੂੰ ਫੋਲਡ ਕੀਤਾ ਜਾਂਦਾ ਹੈ। ਉਸ ਨੂੰ ਫੋਲਡ ਕਰਦੇ ਹੋਏ B ਸਾਈਡ ਸ਼ੋ ਹੋ ਰਹੀ ਹੈ ਜੀ, ਇਹ ਸਟicker ਸਾਈਡ ਹੁੰਦੀ ਹੈ। ਸਟicker ਨੂੰ ਉਤਾਰਦੇ ਹੋਏ ਗ੍ਰੀਨ ਪੇਪਰ ਦੇ ਉੱਪਰ ਸੀਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਨੂੰ ਘੁਮਾਉਂਦੇ ਹੋਏ ਮਸ਼ੀਨ ਦੇ ਨੀਚੋਂ ਦੀ ਘੁਮਾਉਂਦੇ ਹੋਏ ਉੱਪਰ C ਆਇਆ ਹੋਇਆ ਹੈ, ਇਹ ਵੀ ਸਟicker ਹੈ ਜੀ। ਐਦਾਂ ਲਿਆਂਦੇ ਹੋਏ ਸਟicker ਨੂੰ C ਨੂੰ ਉਤਾਰਿਆ ਤੇ ਉਸ ਦੇ ਉੱਪਰ ਅਸੀਂ ਆਪਣੀ ਗ੍ਰੀਨ ਪੇਪਰ ਸੀਲ ਨੂੰ ਪੇਸਟ ਕਰਤਾ ਤਾਂ ਕਿ ਉਸ ਦਾ ਜਿਹੜਾ ਸੀਰੀਅਲ ਨੰਬਰ ਹੈ ਉਹ ਮਸ਼ੀਨ ਦੇ ਉੱਪਰਲੀ ਸਾਈਡ ਡਿਸਪਲੇ ਹੋ ਰਿਹਾ ਹੁੰਦਾ ਹੈ। ਸਟ੍ਰਿਪ ਪੇਪਰ ਸੀਲ ਨੂੰ ਇਸ ਤਰ੍ਹਾਂ ਨੀਚੋਂ ਦੀ ਘੁਮਾਉਂਦੇ ਹੋਏ ਡੀ ਵਾਲਾ ਸਟicker ਉਤਾਰਦੇ ਹੋਏ ਇਸ ਗੋਲ ਸਰਕਲ ਦੇ ਉੱਪਰ ਪੇਸਟ ਕਰ ਦਿੱਤਾ ਜਾਂਦਾ ਹੈ ਜੀ, ਲਾਈਕ ਦਿਸ। ਨਾਓ ਵੀ ਵਿਲ ਕਮ ਟੂ ਸੀਲਿੰਗ ਆਫ ਵੀਵੀਪੈਡ। ਵੀਵੀਪੈਡ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਜੋ ਡ੍ਰੌਪ ਬਾਕਸ ਸੀ ਜਿੱਥੇ ਸਾਡੀਆਂ ਪੇਪਰ ਸਲਿਪਸ ਆ ਕੇ ਗਿਰ ਰਹੀਆਂ ਸੀ ਉਹ ਵਾਲਾ ਕੰਪਾਰਟਮੈਂਟ ਅਸੀਂ ਸੀਲ ਕਰਨਾ ਹੈ, ਓਨਲੀ ਵਿਦ ਦਾ ਐਡਰੈਸ ਟੈਗ। ਸੀਲ ਲਗਾਉਂਦੇ ਹੋਏ ਐਡਰੈਸ ਟੈਗ ਲਗਾਵਾਂਗੇ। ਇਸ ਤੋਂ ਬਾਅਦ ਅਸੀਂ ਆਪਣੇ ਮਸ਼ੀਨ ਦਾ CU ਦਾ ਸਵਿਚ ਔਨ ਕਰ ਦੇਣਾ ਹੈ। ਨਾਓ ਵੀ ਆਰ ਰੈਡੀ ਟੂ ਐਕਚੁਅਲ ਕਮੈਂਸਮੈਂਟ ਆਫ ਪੋਲ। ਨਾਓ ਪੰਕਜ ਸਰ will continue from here. Thank you. ਥੈਂਕ ਯੂ ਆਸ਼ੀਸ਼ ਜੀ। ਅਸੀਂ ਹੁਣ ਫਟਾਫਟ ਦੇਖਾਂਗੇ ਕਿ ਐਕਚੁਅਲ ਪੋਲ ਸ਼ੁਰੂ ਹੁੰਦੇ ਹੈ। ਅਸੀਂ ਉਹਦੇ ਇੱਕ ਹੈਡਿੰਗ ਬਣਾਏ ਨੇ, ਕਮੈਂਸਮੈਂਟ ਆਫ ਪੋਲ, ਐਡਮਿਸ਼ਨ ਇਨਟੂ ਦਾ ਪੋਲਿੰਗ ਸਟੇਸ਼ਨ, ਇਨਫੋਰਸਮੈਂਟ ਆਫ ਇਲੈਕਸ਼ਨ ਲਾ ਐਂਡ ਅਦਰ ਇੰਪੋਰਟੈਂਟ ਫੰਕਸ਼ਨਸ। ਅਸੀਂ ਇਸ ਹੈਡਿੰਗ ਦੇ ਅਧੀਨ ਦੇਖਾਂਗੇ ਅਲੱਗ-ਅਲੱਗ ਚੀਜ਼ਾਂ। ਕਮੈਂਸਮੈਂਟ ਆਫ ਪੋਲ ਸ਼ੁਰੂ ਹੋ ਗਈ। ਪੋਲ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਵਾਰਨਿੰਗ ਜ਼ਰੂਰ ਦਿਓ ਕਿ ਇਸ ਪੋਲ ਦੀ ਸੀਕ੍ਰੇਸੀ ਜ਼ਰੂਰ ਰੱਖਣੀ ਹੈ, ਜਿੰਨੇ ਵੀ ਪੋਲਿੰਗ ਏਜੰਟਸ ਅੰਦਰ ਬੈਠੇ ਨੇ ਔਰ ਸਟਾਫ ਅੰਦਰ ਬੈਠਾ ਹੈ। ਆਲ ਦਾ ਸਟ੍ਰੋਕਸ ਆਫ ਆਵਰ ਫਿਕਸਡ। ਪੋਲ ਬਿਲਕੁਲ ਸਹੀ ਟਾਈਮ ਤੇ ਸ਼ੁਰੂ ਹੋਣੀ ਬਣਦੀ ਹੈ। ਡਿਕਲੇਰੇਸ਼ਨ ਬਾय ਦਾ ਪ੍ਰੈਜ਼ਾਈਡਿੰਗ ਆਫੀਸਰ ਬਿਲਕੁਲ ਬੋਲ ਕੇ ਦੱਸੇਗਾ ਕਿ ਪੋਲ ਸ਼ੁਰੂ ਹੋ ਰਹੀ ਹੈ। ਪ੍ਰੀਕਾਸ਼ਨਸ ਅਬਾਊਟ ਇੰਡੈਲੀਬਲ ਇੰਕ। ਪੋਲਿੰਗ ਆਫੀਸਰ ਜਿਹੜਾ ਪਹਿਲਾ ਹੈ ਉਹਨੂੰ ਦੱਸੇਗਾ ਸਿਆਹੀ ਲਗਾਣੀ ਉਹਨੂੰ ਪਤਾ ਹੈ, ਜ਼ਿੰਮੇਵਾਰੀ ਹੈ। ਮੇਨਟੇਨੈਂਸ ਆਫ ਰਜਿਸਟਰ ਆਫ ਵੋਟਰਸ ਇਨ ਫਾਰਮ 17A। ਮੇਨਟੇਨੈਂਸ ਆਫ ਪ੍ਰੈਜ਼ਾਈਡਿੰਗ ਆਫੀਸਰ ਡੈਰੀ। ਮੇਨਟੇਨੈਂਸ ਆਫ ਵਿਜ਼ਿਟਰ ਸ਼ੀਟਸ। ਐਂਟਰੀ ਟੂ ਵੋਟਰਸ ਟੂ ਬੀ ਰੈਗੂਲੇਟਡ। ਇਹ ਸਾਰੀਆਂ ਚੀਜ਼ਾਂ ਦੀ ਧਿਆਨ ਰੱਖਦੇ ਹੋਏ ਅਸੀਂ ਦੇਖਾਂਗੇ ਪੋਲਿੰਗ ਦਾ ਪ੍ਰੋਸੈਸ ਕਿਵੇਂ ਚੱਲ ਰਿਹਾ। ਅੱਗੇ ਅਸੀਂ ਇਹੀ ਚੀਜ਼ਾਂ ਤੇ ਡਿਸਕਸ ਕਰਾਂਗੇ। ਐਂਟਰੀ ਆਫ ਵੋਟਰਸ ਇਨ ਪੋਲਿੰਗ ਸਟੇਸ਼ਨ ਟੂ ਬੀ ਰੈਗੂਲੇਟਡ। ਸੈਪਰੇਟ ਕਿਊਜ਼ ਫॉर ਮੈਨ ਐਂਡ ਵੂਮਨ ਐਂਟਰੀ ਇਨ ਆਲਟਰਨੇਟ ਬੈਚਸ। ਮੇਲ ਤੇ ਫੀਮੇਲ ਦੀ ਅਸੀਂ ਅਲੱਗ-ਅਲੱਗ ਲਾਈਨ ਲਗਾਣੀ ਹੈ। ਇਸੇ ਤਰ੍ਹਾਂ ਅਸੀਂ PWD ਵਾਸਤੇ ਵੀ ਅਲੱਗ ਫੈਸਿਲਿਟੀ ਹੈ ਔਰ ਬਜ਼ੁਰਗ ਵੋਟਰ ਵਾਸਤੇ ਵੀ ਅਲੱਗ ਫੈਸਿਲਿਟੀ, ਅਲੱਗ ਲਾਈਨ ਲਗਾ ਸਕਦੇ ਹਾਂ। ਸੀਨੀਅਰ ਸਿਟੀਜ਼ਨਸ ਇਨਫਰਮ ਵੂਮਨ ਵੋਟਰਸ ਜਿਵੇਂ ਕਿ ਆਪਾਂ ਗੱਲ ਕਰੀ ਹੈ ਹੁਣ। ਇਫ ਪੋਸੀਬਲ ਦੇयर ਸ਼ੁੱਡ ਬੀ ਵੋਲੰਟੀਅਰ ਸੋਸ਼ਲ ਵਰਕਰਸ। ਇਹ ਅਸੀਂ NGOs ਦੀ ਹੈਲਪ ਦੇ ਲਈ ਵੀ ਇਸ ਪ੍ਰੋਸੈਸ ਦੇ ਵਿੱਚ NGOs ਦੀ ਹੈਲਪ ਲੈ ਸਕਦੇ ਹਾਂ, ਲਾਈਨਾਂ ਬਣਾਉਣ ਦੇ ਲਈ, ਬਜ਼ੁਰਗਾਂ ਦੀ ਹੈਲਪ ਦੇ ਲਈ, PWD ਵੋਟਰਸ ਦੇ ਲਈ। ਐਡਮਿਸ਼ਨਸ, ਦਾ ਇਲੈਕਟਰਸ, ਦਾ ਪੋਲਿੰਗ ਆਫੀਸਰਸ। ਪੋਲਿੰਗ ਸਟੇਸ਼ਨ ਦੇ ਵਿੱਚ, ਪੋਲਿੰਗ ਬੂਥ ਦੇ ਵਿੱਚ ਕੌਣ ਆ ਸਕਦਾ ਹੈ? ਵੋਟਰ ਆ ਸਕਦੇ ਹੈ, ਪੋਲਿੰਗ ਆਫੀਸ਼ੀਅਲ, ਕੈਂਡੀਡੇਟ, ਹਿਜ਼ ਇਲੈਕਸ਼ਨ ਏਜੰਟ ਔਰ 1 ਪੋਲਿੰਗ ਏਜੰਟ ਆਫ ਈਚ ਕੈਂਡੀਡੇਟ ਐਟ ਏ ਟਾਈਮ।
ਕੋਈ ਵੀ ਉਮੀਦਵਾਰ ਆਪ, ਉਹਦਾ ਇਲੈਕਸ਼ਨ ਏਜੰਟ ਜਾਂ ਉਹਦਾ ਪੋਲਿੰਗ ਏਜੰਟ ਇੱਕ ਟਾਈਮ ਤੇ ਇੱਕ ਬੰਦਾ ਹੀ ਵਿਜ਼ਿਟ ਕਰੇਗਾ। ਪਰਸਨ ਅਥੋਰਾਈਜ਼ਡ ਬਾय ਦ ਇਲੈਕਸ਼ਨ ਕਮਿਸ਼ਨ, ਮਤਲਬ ਸਾਡੇ ਕੋਈ ਵੀ ਆਬਜ਼ਰਵਰ ਸਾਹਿਬਾਨ, ਆਰਓ ਸਾਹਿਬਾਨ, ਪਬਲਿਕ ਸਰਵੈਂਟਸ ਔਨ ਡਿਊਟੀ, ਚਾਈਲਡ ਇਨ ਆਰਮ ਅਕੰਪਨੀਇੰਗ ਐਨ ਇਲੈਕਟਰ, ਕਿਸੇ ਲੇਡੀ ਦੇ ਨਾਲ ਉਹਦਾ ਗੋਦੀ ਦੇ ਵਿੱਚ ਬੱਚਾ, ਉਹ ਵੀ ਬੂਥ ਦੇ ਵਿੱਚ ਆ ਸਕਦੇ ਹੈ। A person accompanying a blind or infirm voters, ਕਿਸੇ PWD ਵੋਟਰ, ਕਿਸੇ ਦਿਵਿਆਂਗ ਵੋਟਰ ਦੇ ਨਾਲ ਉਹਨਾਂ ਦੇ ਸਹਾਇਕ ਵੀ ਬੂਥ 'ਚ ਆ ਸਕਦੇ ਨੇ। ਮਾਈਕਰੋ ਆਬਜ਼ਰਵਰ ਸਾਹਿਬਾਨ, ਵਿਸ਼ੇਸ਼ ਤੌਰ ਤੇ ਡਿਊਟੀ ਲੱਗੀ ਹੁੰਦੀ ਹੈ। ਨੋ ਐਡਮਿਸ਼ਨ, ਕੌਣ ਨਹੀਂ ਆ ਸਕਦਾ। No person having security cover can be appointed as polling agent, ਕਿਸੇ ਵੀ ਵਿਅਕਤੀ ਕੋਲ ਜੇ ਕੋਈ ਸਿਕਿਉਰਿਟੀ ਕਵਰ, ਪੁਲਿਸ ਪਰਸੋਨਲ ਮਿਲੇ ਹੋਏ ਹੈ, ਸਿਕਿਉਰਿਟੀ ਮਿਲੀ ਹੋਈ ਹੈ, ਉਹ ਬੰਦੇ ਨੂੰ ਪੋਲਿੰਗ ਏਜੰਟ ਨਹੀਂ ਬਣਾ ਸਕਦੇ। Security guards not allowed to enter into polling station. Police personnel, whether in plain cloth or in uniform, will not be allowed to enter. ਖਾਸ ਖਿਆਲ ਰੱਖਣਾ ਹੈ, ਕੋਈ ਵੀ ਆਫੀਸਰ, ਪੁਲਿਸ ਆਫੀਸਰ ਵਰਦੀ ਦੇ ਵਿੱਚ ਬਿਨਾਂ ਆਈ ਕਾਰਡ, ਬਿਨਾਂ ਇਲੈਕਸ਼ਨ ਕਮਿਸ਼ਨ ਦੀ ਇਜਾਜ਼ਤ ਅੰਦਰ ਨਹੀਂ ਆ ਸਕਦੇ। Central paramilitary forces, police personnel deployed on poll duty can enter if ਸਪੈਸੀਫਿਕਲੀ ਡਾਇਰੈਕਟਡ ਬਾਏ ਪ੍ਰੈਜ਼ਾਈਡਿੰਗ ਆਫੀਸਰ, ਜੇਕਰ ਪ੍ਰੈਜ਼ਾਈਡਿੰਗ ਆਫੀਸਰ ਇਜਾਜ਼ਤ ਦਿੰਦਾ ਹੈ ਤਾਂ ਉਹ ਅੰਦਰ ਆ ਸਕਦੇ ਆ। ਮਿਨਿਸਟਰਸ ਆਰ ਨੋਟ ਕਵਰਡ ਅੰਡਰ ਪਬਲਿਕ ਸਰਵੈਂਟ ਔਨ ਡਿਊਟੀ, ਇਸ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਮਿਨਿਸਟਰ ਨੇ ਜਿਹੜੇ ਪਬਲਿਕ ਸਰਵੈਂਟ ਨਹੀਂ ਮੰਨੇ ਜਾਂਦੇ। Z+ protected can enter a polling station with one security personnel in plain cloth and arms kept in concealed manner, ਕਿਸੇ ਨੂੰ Z+ ਸਿਕਿਉਰਿਟੀ ਮਿਲੀ ਹੋਈ ਹੈ, ਵੋਟਰ ਵੀ ਹੈ ਜੇਕਰ ਉਹ, ਤਾਂ ਇੱਕ ਪਰਸੋਨਲ, ਇੱਕ ਸਿਕਿਉਰਿਟੀ ਜਿਹਦੀ ਕਿ ਕੋਈ ਆਰਮ ਜਾਂ ਵੈਪਨ ਨਹੀਂ ਦਿਖਣਾ ਚਾਹੀਦਾ, ਉਹ ਵੀ ਸਿੰਪਲ ਕੱਪੜਿਆਂ ਦੇ ਵਿੱਚ ਹੋਣਾ ਚਾਹੀਦਾ ਹੈ। ਵਿਜ਼ਿਟਰ ਸ਼ੀਟ, ਪ੍ਰੈਜ਼ਾਈਡਿੰਗ ਆਫੀਸਰ ਕੋਲ ਇੱਕ ਵਿਜ਼ਿਟਰ ਸ਼ੀਟ ਹੁੰਦੀ ਹੈ, ਉਸ ਤੇ ਉਸਨੇ ਸਾਈਨ ਕਰਵਾਣੇ ਹੈ ਡਿਊਰਿੰਗ ਦਾ ਹੋਲ ਪੋਲਿੰਗ ਪ੍ਰੋਸੈਸ। ਕੌਣ ਬੰਦਾ ਵਿਜ਼ਿਟ ਕਰ ਰਿਹਾ ਹੈ? ਆਬਜ਼ਰਵਰ ਸਾਹਿਬਾਨ ਆ ਸਕਦੇ ਨੇ, ਆਰਓ ਸਾਹਿਬਾਨ ਆ ਸਕਦੇ ਨੇ, ਸੈਕਟਰ ਮੈਜਿਸਟ੍ਰੇਟਸ ਆ ਸਕਦੇ ਨੇ, ਜ਼ੋਨਲ ਮੈਜਿਸਟ੍ਰੇਟਸ ਆ ਸਕਦੇ ਨੇ, ARO ਸਾਹਿਬਾਨ, ਟੂ ਬੀ ਚੈੱਕਡ ਐਟ ਰਿਸਿਪਟ ਸੈਂਟਰ। ਇਹ ਜਿਹੜੀ ਵਿਜ਼ਿਟਰ ਸ਼ੀਟ ਹੈ ਇਹ ਅਲੱਗ ਤੌਰ ਤੇ ਚੈੱਕ ਕੀਤੀ ਜਾਂਦੀ ਹੈ। ਇੱਕ ਖਾਸ ਮਹੱਤਵਪੂਰਨ ਰਿਪੋਰਟ ਹੈ ਜੀ, ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਨੋਟ ਰੱਖਣਗੇ, ਹਰ 2 ਘੰਟੇ ਤੋਂ ਬਾਅਦ ਉਹਨਾਂ ਤੋਂ ਵੋਟ ਦਾ ਪਰਸੈਂਟੇਜ ਜਾਂ ਕਿੰਨੀਆਂ ਵੋਟਾਂ ਹੋ ਗਈਆਂ ਇਹਦੀ ਰਿਪੋਰਟ ਉਹਨਾਂ ਦੇ ਸੈਕਟਰ ਆਫੀਸਰਸ ਹਰ 2 ਘੰਟੇ ਬਾਅਦ ਲੈਣਗੇ। ਜਿਵੇਂ ਫਰਜ਼ ਕਰੋ ਆਪਾਂ ਮੰਨ ਕੇ ਚੱਲਦੇ ਹਾਂ 7 ਵਜੇ VOTING ਸ਼ੁਰੂ ਹੋਈ ਹੈ ਤਾਂ 9 ਵਜੇ, 11 ਵਜੇ, 1 ਵਜੇ, 3 ਵਜੇ, 5 ਵਜੇ। ਹੁਣ ਇਸ ਵਿੱਚ ਇੱਕ ਗੱਲ ਤੁਹਾਨੂੰ ਖਾਸ ਤੌਰ ਤੇ ਖਿਆਲ ਰੱਖਿਓ, ਨੋਟ ਵੀ ਕਰ ਲਿਓ, ਜਦੋਂ ਆਪਾਂ ਰਿਹਰਸਲ ਕਰਾਵਾਂਗੇ ਵਿਸ਼ੇਸ਼ ਤੌਰ ਤੇ ਦੱਸਣਾ ਹੈ। ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਇੱਕ ਨਵੀਂ ਗਾਈਡਲਾਈਨਸ ਦਿੱਤੀ ਹੈ ਐਨਕੋਰ ਦੀ। ਐਨਕੋਰ ਮਤਲਬ ਜੋ ਵੀ ਸਾਰੀ ਜਾਣਕਾਰੀ ਹੈ ਅਸੀਂ ਨਾਲ ਦੀ ਨਾਲ ਪਬਲਿਕ ਡੋਮੇਨ ਤੇ ਅਸੀਂ ਭਰ ਰਹੇ ਹਾਂ ਤਾਂ ਕਿ ਸਾਰੀ ਪਬਲਿਕ ਉਸ ਨੂੰ ਦੇਖ ਸਕੇ। ਤਾਂ ਇਹ ਜਿਹੜੀ 2 ਘੰਟੇ ਵਾਲੀ ਰਿਪੋਰਟ ਹੈ ਇਹ ਵੀ ਐਨਕੋਰ ਤੇ ਚੜਾਉਣ ਦੇ ਲਈ ਇਹ ਰਿਪੋਰਟ ਬਿਲਕੁਲ ਐਗਜ਼ੈਕਟ ਟਾਈਮ ਮਿਲਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਬੇਨਤੀ ਹੈ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ, ਜੇਕਰ 9 ਵਜੇ ਵਾਲੀ, 11, 1, 3 ਵਜੇ ਵਾਲੀ ਰਿਪੋਰਟ ਹੈ ਜਿਹੜੀ, ਉਸ ਤੋਂ 5 ਮਿੰਟ ਪਹਿਲਾਂ ਹੀ ਤਿਆਰ ਕਰ ਲੈਣ ਤਾਂ ਕਿ ਜਦੋਂ ਸੈਕਟਰ ਆਫੀਸਰ ਐਗਜ਼ੈਕਟ ਟਾਈਮ ਫੋਨ ਕਰੇ ਜਾਂ ਉਹਨਾਂ ਨੇ WhatsApp ਕਰਨਾ ਹੈ ਤਾਂ ਉਹ ਟੈਂਟੇਟਿਵਲੀ ਰਿਪੋਰਟ ਦੇ ਸਕਦੇ ਨੇ, ਕਿਉਂਕਿ ਉਹ ਤੋਂ ਅੱਗੇ VOTING ਜਾਰੀ ਰਹੂਗੀ। ਲਾਸਟ ਜਿਹੜੀ ਰਿਪੋਰਟ ਹੈ ਉਹ ਬੜੇ ਧਿਆਨ ਦੇ ਨਾਲ ਔਰ ਐਗਜ਼ੈਕਟ ਰਿਪੋਰਟ ਦੇਣੀ ਹੈ। ਐਟ ਦਾ ਕਲੋਜ਼ ਆਫ ਪੋਲ ਮੇਲ ਫੀਮੇਲ ਕੈਲਕੂਲੇਸ਼ਨ ਲਾਸਟ ਦੇ ਵਿੱਚ ਅਸੀਂ ਕਰ ਸਕਦੇ ਹਾਂ। ਰਿਕਾਰਡਡ ਇਨ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ। ਹੁਣ ਆਪਾਂ ਗੱਲ ਕਰੀ ਸੀ ਸ਼ੁਰੂ ਦੇ ਵਿੱਚ ਜਦੋਂ ਫਾਰਮ ਚੈੱਕ ਕਰੇ ਸੀ ਕਿ ਰੂਲ 49MA ਕੀ ਚੀਜ਼ ਹੈ। ਧਿਆਨ ਨਾਲ ਦੇਖਿਓ, ਟੈਸਟ ਵੋਟ ਮਤਲਬ ਇਨ ਕੇਸ ਆਫ ਵੋਟਰ ਕੰਪਲੇਂਟਸ ਆਫ ਰੋਂਗ ਪ੍ਰਿੰਟਿੰਗ ਬਾਈ VVPAT, ਕੋਈ ਵੋਟਰ ਆ ਕੇ ਕਹਿੰਦਾ ਹੈ ਮੈਨੇ ਜਿਸ ਕੈਂਡੀਡੇਟ ਨੂੰ ਵੋਟ ਪਾਈ ਹੈ ਪਰਚੀ ਉਸ ਕੈਂਡੀਡੇਟ ਦੀ ਨਹੀਂ ਛਪੀ, ਮਤਲਬ ਪ੍ਰਿੰਟਰ ਨੇ ਉਸ ਕੈਂਡੀਡੇਟ, ਉਸ ਉਮੀਦਵਾਰ ਦੀ ਪਰਚੀ ਨਹੀਂ ਛਾਪੀ ਜਿਸ ਨੂੰ ਮੈਂ ਵੋਟ ਪਾਈ ਹੈ, ਤਾਂ ਇਹ ਰੂਲ 49MA ਕੀ ਕਹਿੰਦਾ ਆਪਣਾ, he will report to presiding officer. Presiding officer will take a declaration explaining that if found false he can be penalized with penalty or FIR. ਇਸ ਚੀਜ਼ ਦੀ ਬਕਾਇਦਾ ਇੱਕ ਡਿਕਲੇਰੇਸ਼ਨ ਹੁੰਦੀ ਹੈ, ਪ੍ਰੈਜ਼ਾਈਡਿੰਗ ਆਫੀਸਰ ਉਸ ਨੂੰ ਪੜ੍ਹ ਕੇ ਸੁਣਾਏਗਾ ਕਿ ਤੇਰੇ ਵੱਲੋਂ ਇਹ ਡਿਕਲੇਰੇਸ਼ਨ ਹੈ ਵੀ ਮੈਂ ਜਿਸ ਵਿਅਕਤੀ ਨੂੰ ਵੋਟ ਪਾਈ ਹੈ ਉਸ ਨੂੰ ਵੋਟ ਨਹੀਂ ਪਈ, ਪ੍ਰਿੰਟ ਕਿਸੇ ਹੋਰ ਦਾ ਨਿਕਲਿਆ, ਮੈਂ ਇੱਕ ਟੈਸਟ ਵੋਟ ਪਾ ਕੇ ਦੇਖਣਾ ਚਾਹੁੰਦਾ।
ਜੇਕਰ ਟੈਸਟ ਵੋਟ ਗਲਤ ਨਿਕਲੀ ਤਾਂ ਉਸ ਨੂੰ ਵਿਅਕਤੀ ਨੂੰ ਵੋਟਰ ਨੂੰ ਜੇਲ੍ਹ ਵੀ ਹੋ ਸਕਦੀ ਹੈ। ਜੇ ਉਹ ਠੀਕ ਹੋਇਆ ਮਤਲਬ ਉਸ ਦੀ ਟੈਸਟ ਵੋਟ ਦੇ ਵਿੱਚ ਜਿਸ ਨੂੰ ਉਹਨੇ ਵੋਟ ਪਾਈ ਪ੍ਰਿੰਟਿੰਗ ਉਸ ਦੀ ਨਹੀਂ ਹੋਈ ਤਾਂ ਪੋਲਿੰਗ ਪ੍ਰੋਸੈਸ ਰੋਕ ਦਿੱਤਾ ਜਾਊਗਾ। ਅਦਰਵਾਈਜ਼ ਜੇਕਰ ਵੋਟ ਸਹੀ ਪਈ ਪਰਚੀ ਸਹੀ ਨਿਕਲੀ ਤਾਂ ਉਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਊਗਾ ਤੇ ਉਸ ਵੋਟ ਦੇ ਪਿੱਛੇ ਟੈਸਟ ਵੋਟ ਲਿਖ ਦਿੱਤਾ ਜਾਊਗਾ। 17C 17A ਦੋਨਾਂ ਦੇ ਵਿੱਚ ਰਿਮਾਰਕਸ ਲਿਖਿਆ ਜਾਊਗਾ ਟੈਸਟ ਵੋਟ। 17A ਦੇ ਵਿੱਚ ਬਕਾਇਦਾ ਲਿਖਿਆ ਜਾਊਗਾ ਰਜਿਸਟਰ ਦੇ ਵਿੱਚ ਕਿ ਕਿਸ ਵਿਅਕਤੀ ਨੂੰ ਕਿਸ ਕੈਂਡੀਡੇਟ ਨੂੰ ਇਹ ਟੈਸਟ ਵੋਟ ਪਾਈ ਗਈ ਹੈ, ਕਿਉਂਕਿ ਜਦੋਂ ਪਰਚੀਆਂ ਦਾ ਮਿਲਾਨ ਕੀਤਾ ਜਾਂਦਾ ਤਾਂ ਉਹ ਟੈਸਟ ਵੋਟ ਇਨਕਲੂਡ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਜੇ ਉਹਦਾ ਇਤਰਾਜ਼ ਸਹੀ ਸੀ ਤਾਂ ਪੋਲ ਰੋਕ ਦਿੱਤੀ ਜਾਊਗੀ। ਕੀ ਚੀਜ਼ਾਂ ਕਰਨੀਆਂ ਜਾਂ ਨਹੀਂ ਕਰਨੀਆਂ ਬਣਦੀਆਂ ਨੇ। ਇਨਸ਼ੋਰ ਪੇਪਰ ਰੋਲ ਨੋ ਇਜ਼ ਲੌਕ। ਅਸੀਂ ਵੀਵੀਪੈਟ ਦੇਖੀਏ ਤਾਂ ਵੀਵੀਪੈਟ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਜਦੋਂ ਅਸੀਂ ਲੈ ਕੇ ਜਾਣਾ ਟਰਾਂਸਪੋਰਟ ਮੋਡ 'ਚ, ਜਦੋਂ ਕੰਮ ਕਰਨਾ ਤਾਂ ਵਰਕਿੰਗ ਮੋਡ 'ਚ ਹੋਣਾ ਚਾਹੀਦਾ ਹੈ। ਕਨੈਕਸ਼ਨ ਸਹੀ ਹੋਣੇ ਚਾਹੀਦੇ ਆ। ਕੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਡੋਂਟ ਸਵਿਚ ਔਨ ਸੀਜੂ ਬਿਫੋਰ ਵੀਵੀਪੈਟ ਪੇਪਰ ਰੋਲ ਨੋਬ ਇਜ਼ ਇਨ ਅਨਲੋਕਡ। ਵੀਵੀਪੈਟ ਦੀ ਜਿਹੜੀ ਨੋਬ ਹੈ ਅਨਲੋਕ ਕੀਤੇ ਤੋਂ ਬਿਨਾ ਅਸੀਂ ਕਨੈਕਸ਼ਨਸ ਨਹੀਂ ਕਰਨੇ। ਡੋਂਟ ਸਵਿਚ ਆਫ ਸੀਜੂ ਅਨਲੈਸ ਆਲ 7 ਸਲਿਪਸ ਆਰ ਪ੍ਰਿੰਟਡ ਐਂਡ ਕੱਟ। ਅਸੀਂ ਜਦੋਂ ਟੈਸਟ ਵੀ ਕਰ ਰਹੇ ਹਾਂ ਤਾਂ ਇੱਕ ਵਾਰੀ ਜਦੋਂ ਅਸੀਂ ਔਨ ਕਰ ਲਿਆ ਤਾਂ ਦੁਬਾਰਾ ਆਫ ਨਹੀਂ ਕਰਨਾ ਜਿੰਨੇ ਤੱਕ ਵੀਵੀਪੈਟ ਨੇ ਆਪਣੀਆਂ 7 ਸਲਿਪਸ ਨਹੀਂ ਕੱਢ ਦਿੱਤੀਆਂ। ਬਾਰ-ਬਾਰ ਅਸੀਂ ਉਸ ਨੂੰ ਔਨ ਆਫ ਨਹੀਂ ਕਰਨਾ। ਇੱਕ ਚੀਜ਼ ਦਾ ਖਾਸ ਖਿਆਲ ਰੱਖੀਏ, ਡਿਊਰਿੰਗ ਦਾ ਪੋਲ ਫਾਲਟ ਇਨ ਬੀਜੂ ਸੀਜੂ ਐਂਡ ਵੀਵੀਪੈਟ। ਇਹ ਆਮ ਤੌਰ ਤੇ ਇਲੈਕਸ਼ਨਸ ਦੇ ਵਿੱਚ ਇਹ ਚੀਜ਼ ਆਉਂਦੀ ਹੈ। ਇਨ ਕੇਸ ਆਫ ਨਾਨ ਫੰਕਸ਼ਨਿੰਗ ਆਫ ਵੀਵੀਪੈਟ ਰਿਪਲੇਸਮੈਂਟ ਆਫ ਵੀਵੀਪੈਟ ਓਨਲੀ। ਇਹ ਬਹੁਤ ਸਵਾਲ ਆਉਣਗੇ ਪੋਲਿੰਗ ਪਾਰਟੀਜ਼ ਦੇ, ਪੋਲਿੰਗ ਪਰਸਨਲਸ ਦੇ, ਕਿ ਜੇਕਰ ਡਿਊਰਿੰਗ ਪੋਲ ਵੀਵੀਪੈਟ 'ਚ ਖਰਾਬੀ ਹੁੰਦੀ ਹੈ ਤਾਂ ਕੀ ਕਰਨਾ ਹੈ। ਧਿਆਨ ਨਾਲ ਇਹ ਚੀਜ਼ ਨੋਟ ਰੱਖਣੀ ਹੈ। ਡਿਊਰਿੰਗ ਪੋਲ ਜੇਕਰ ਵੀਵੀਪੈਟ ਖਰਾਬ ਹੁੰਦਾ ਹੈ ਤਾਂ ਕੱਲਾ ਵੀਵੀਪੈਟ ਹੀ ਬਦਲਿਆ ਜਾਵੇਗਾ ਤੇ ਕੋਈ ਮੌਕ ਪੋਲ ਨਹੀਂ ਕਰਵਾਈ ਜਾਵੇਗੀ। ਇਨ ਕੇਸ ਆਫ ਨਾਨ ਫੰਕਸ਼ਨਿੰਗ ਆਫ ਬੀਜੂ ਔਰ ਸੀਜੂ ਰਿਪਲੇਸ ਬੋਥ ਬੀਜੂ ਐਂਡ ਸੀਜੂ ਅਲੋਂਗ ਵਿਦ ਵੀਵੀਪੈਟ। ਜੇਕਰ ਪੋਲ ਦੇ ਦੌਰਾਨ ਬੈਲਟ ਯੂਨਿਟ ਜਾਂ ਕੰਟਰੋਲ ਯੂਨਿਟ ਦੋਨਾਂ ਚੋਂ ਕਿਸੇ 'ਚ ਖਰਾਬੀ ਆਉਂਦੀ ਹੈ ਤਾਂ ਪੂਰਾ ਸੈੱਟ ਬੀਜੂ ਸੀਜੂ ਐਂਡ ਵੀਵੀਪੈਟ ਚੇਂਜ ਕੀਤਾ ਜਾਊਗਾ ਤੇ ਮੌਕ ਪੋਲ ਕਰਵਾਈ ਜਾਊਗੀ। ਸਿਰਫ ਇੱਕ ਵੋਟ ਪਾ ਕੇ ਦੇਖੀ ਜਾਊਗੀ। ਇਸ ਮੌਕ ਪੋਲ ਦੇ ਵਿੱਚ ਇੱਕ ਵੋਟ ਪਾ ਕੇ ਦੁਬਾਰਾ CRC ਕਰਕੇ ਸਾਰੀ ਮਸ਼ੀਨ ਸੀਲ ਕਰਕੇ ਫਿਰ ਐਕਚੁਅਲ ਪੋਲਿੰਗ ਕਰਵਾਈ ਜਾਵੇਗੀ। ਡਿਊਰਿੰਗ ਦਾ ਪੋਲ ਫਾਲਟ ਇਨ ਵੀਵੀਪੈਟ। ਤਾਂ ਪੋਲ ਦੇ ਦੌਰਾਨ ਵੀਵੀਪੈਟ ਦੇ ਵਿੱਚ ਵੀ ਇੱਕ ਫਾਲਟ ਹੋ ਸਕਦਾ ਹੈ ਕਿ ਜਿਵੇਂ ਕਿ ਮੇਰੇ ਸਹਾਇਕ ਆਸ਼ੀਸ਼ ਜੀ ਨੇ ਦੱਸਿਆ ਕਿ ਐਕਚੁਅਲ ਵੋਟ ਪੈਂਦੀ ਹੈ ਜਦੋਂ ਅਸੀਂ ਵੋਟ ਪਾਉਣ ਤੋਂ ਬਾਅਦ ਵੀਵੀਪੈਟ ਦੇ ਵਿੱਚ ਪਰਚੀ ਸਲਿੱਪ ਹੈ ਜਿਹੜੀ ਉਹ ਕੱਟ ਕੇ ਗਿਰਦੀ ਹੈ ਤਾਂ ਵੀਵੀਪੈਟ ਦੇ ਵਿੱਚ ਜਾਂ ਅਸੀਂ ਇੱਕ ਬੀਪ ਦੀ ਆਵਾਜ਼ ਆਉਂਦੀ ਹੈ। ਇਨ ਕੇਸ ਵੋਟ ਵੀ ਪੈ ਗਈ ਲੇਕਿਨ ਪਰਚੀ ਕੱਟ ਕੇ ਨਹੀਂ ਗਿਰੀ, ਇਹਦਾ ਮਤਲਬ ਉਹ ਵੋਟ ਕਾਸਟ ਨਹੀਂ ਹੋਈ। ਤਾਂ ਕੀ ਕਰਨਾ ਹੈ, ਇਸ ਦੀ ਡਿਟੇਲ ਵੀ ਅਸੀਂ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ 'ਚ ਭਰਾਂਗੇ। ਤਾਂ ਉਸ ਪਰਚੀ ਨੂੰ ਅਸੀਂ ਆਪਣੇ ਆਪ ਕੋਈ ਵੀ ਖਿੱਚ ਕੇ ਕੱਟਣ ਦੀ ਕੋਸ਼ਿਸ਼ ਜਾਂ ਉਸ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕਰਨੀ ਤਾਂ ਵੀਵੀਪੈਟ ਰਿਪਲੇਸ ਹੋਏਗਾ ਜੇਕਰ ਵੋਟਰ ਸਲਿੱਪ ਕੱਟ ਕੇ ਨਹੀਂ ਗਿਰੀ। ਉਸ ਵੋਟਰ ਨੂੰ ਰੋਕ ਲਿਆ ਜਾਵੇਗਾ, ਨਵਾਂ ਵੀਵੀਪੈਟ ਲਗਾ ਕੇ ਉਸ ਵੋਟਰ ਦੀ ਵੋਟ ਦੁਬਾਰਾ ਪਵਾਈ ਜਾਵੇਗੀ। ਡੇਟ ਐਂਡ ਟਾਈਮ, ਇਸ ਸਮੇਂ ਦੇ ਦੌਰਾਨ ਸਾਰਾ ਡੇਟ ਐਂਡ ਟਾਈਮ ਨੋਟ ਕਰਨਾ ਹੈ। ਸਾਰਾ ਉਸ ਵੋਟਰ ਦਾ ਸੀਰੀਅਲ ਨੰਬਰ, ਨੇਮ, ਇਹ ਰਿਮਾਰਕਸ ਦੇ ਵਿੱਚ ਅਸੀਂ ਲਿਖਾਂਗੇ ਜਦੋਂ ਅਸੀਂ ਵੀਵੀਪੈਟ ਚੇਂਜ ਕਰਾਂਗੇ। whether the voter cast his vote after replacement of VVPAT or not। ਇਹ ਚੀਜ਼ ਵੀ ਅਸੀਂ ਨੋਟ ਰੱਖਾਂਗੇ ਕਿ ਵੀਵੀਪੈਟ ਜਦੋਂ ਅਸੀਂ ਬਦਲਿਆ ਤਾਂ ਨਵੇਂ ਵੀਵੀਪੈਟ ਦੇ ਵਿੱਚ ਸੇਮ ਵੋਟਰ ਨੇ ਵੋਟ ਪਾਈ ਜਾਂ ਨਹੀਂ। The total number of votes cast before the occurrence। enforcement of law। ਕੋਈ ਸਾਨੂੰ ਨਵਾਂ ਵੋਟਰ ਆਇਆ
ਉਸ ਤੇ ਇਤਰਾਜ਼ ਹੋ ਗਿਆ ਕਿ ਉਸ ਦੀ ਏਜ ਇੰਨੀ ਨਹੀਂ ਹੈਗੀ ਜਿੰਨੀ ਦਿਖਦੀ ਹੈ, ਤਾਂ ਪ੍ਰੈਜ਼ਾਈਡਿੰਗ ਆਫੀਸਰ ਉਸ ਨੂੰ ਇੱਕ ਡੈਕਲੇਰੇਸ਼ਨ ਭਰਵਾ ਸਕਦਾ ਹੈ। ਡੈਕਲੇਰੇਸ਼ਨ ਐਜ ਇਨ ਅਨੈਕਸਰ 10 ਇਨਫੋਰਮ ਦਾ ਪੈਨਲ ਪ੍ਰੋਵੀਜ਼ਨ, ਨੂੰ ਦੱਸ ਸਕਦਾ ਵੀ ਕੋਈ ਗਲਤ ਵੋਟ ਨਹੀਂ ਪੈਣੀ ਚਾਹੀਦੀ, ਅਦਰਵਾਈਜ਼ ਉਸ ਨੂੰ ਦੰਡਿਤ ਕੀਤਾ ਜਾ ਸਕਦਾ ਹੈ, ਫਾਈਨ ਵੀ ਲੱਗ ਸਕਦਾ ਹੈ। ਮੇਨਟੇਨੈਂਸ ਆਫ ਸੀਕ੍ਰੇਸੀ, ਵਾਇਲੇਸ਼ਨ ਆਫ ਮੇਨਟੇਨੈਂਸ ਆਫ ਸੀਕ੍ਰੇਸੀ ਇਜ਼ ਪਨਿਸ਼ੇਬਲ। ਕੋਈ ਵੀ ਬੰਦਾ ਵੋਟਿੰਗ ਦੀ ਸੀਕ੍ਰੇਸੀ ਨੂੰ ਨਹੀਂ ਤੋੜ ਸਕਦਾ ਕਿ ਬੰਦਾ ਬੋਲ ਕੇ ਦੱਸੇ ਮੈਂ ਫਲਾਂ ਕੈਂਡੀਡੇਟ ਨੂੰ ਵੋਟ ਪਾ ਕੇ ਆਇਆ ਜਾਂ ਨਹੀਂ ਪਾ ਕੇ ਆਇਆ। ਇਹ ਸੀਕ੍ਰੇਸੀ ਵੀ ਪਨਿਸ਼ੇਬਲ ਹੈ ਜੇਕਰ ਕੋਈ ਇਸ ਨੂੰ ਬ੍ਰੀਚ ਕਰਦਾ ਹੈ। ਪ੍ਰੋਹਿਬਿਸ਼ਨ ਆਫ ਕਨਵੈਸਿੰਗ ਔਰ ਇਨ ਔਰ ਨੀਅਰ ਪੋਲਿੰਗ ਸਟੇਸ਼ਨ, ਆਪਣੇ ਪੋਲਿੰਗ ਸਟੇਸ਼ਨ ਦੇ ਵਿੱਚ ਜਾਂ ਬਾਹਰ ਨਜ਼ਦੀਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਵੋਟਸ ਬਾਰੇ, ਵੋਟ ਪਾਉਣ ਬਾਰੇ, ਇਲੈਕਟਰ ਬਾਰੇ ਕਿਸੇ ਵੀ ਕਿਸਮ ਦਾ ਪ੍ਰਚਾਰ ਹੈ ਜਿਹੜਾ ਉਹ ਪ੍ਰੋਹਿਬਿਟਡ ਹੈ। ਹੋਰ ਕਿਸ ਤਰ੍ਹਾਂ ਦੇ ਆਪਾਂ ਨੂੰ, ਇਹ ਅਸੀਂ ਇੱਕ ਝਲਕ ਦੇਖ ਰਹੇ ਹਾਂ ਵੀ ਕੀ ਸੈਕਸ਼ਨ ਦੇ ਅਧੀਨ ਕੀ ਲਾਅ ਨੇ ਸਾਡੇ। ਕਿਸੇ ਵੀ ਤਰ੍ਹਾਂ ਦਾ ਮਿਸਕੰਡਕਟ, ਵੋਟਿੰਗ ਪ੍ਰੋਸੀਜਰ ਨੂੰ ਵਾਇਓਲੇਟ ਕਰਨਾ, ਇਲੈਕਸ਼ਨ ਡਿਊਟੀ ਨੂੰ ਵਾਇਓਲੇਟ ਕਰਨਾ। ਅਸੀਂ ਆਪਣੇ ਲਈ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਉਸ ਤੇ ਆਪਾਂ ਜ਼ਿਆਦਾ ਜ਼ੋਰ ਦੇਵਾਂਗੇ। ਕਿਸੇ ਨੂੰ ਅੰਦਰ ਮੋਬਾਈਲ ਫੋਨ ਅਲਾਉਡ ਨਹੀਂ ਹੈਗਾ। ਅੰਦਰ ਕੋਈ ਵੀ ਬੰਦਾ ਬੈਜ ਲਗਾ ਕੇ ਨਹੀਂ ਬੈਠ ਸਕਦਾ। ਕਿਸੇ ਵੀ ਕਿਸਮ ਦੀ ਕੋਈ ਨਿਸ਼ਾਨੀ ਨਹੀਂ ਹੋਣੀ ਚਾਹੀਦੀ। ਜਿਹੜੇ ਆਪਣੇ ਪੋਲਿੰਗ ਆਫੀਸਰਸ ਨੇ ਡਾਇਰੈਕਟ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਨਹੀਂ ਜਾ ਸਕਦੇ। ਇਹ ਹੈਡਿੰਗ ਦੇ ਦੌਰਾਨ ਅਸੀਂ ਹੁਣ ਦੇਖਾਂਗੇ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਨੇ। ਰੂਲ 49 ਕਿਊ ਦੇ ਅਧੀਨ ਕੋਈ ਵੀ ਜਿਹੜਾ ਪੋਲਿੰਗ ਪਰਸੋਨਲ ਹੈ ਜਿਹੜਾ ਐਂਟਰੀ ਨਹੀਂ ਕਰ ਸਕਦਾ ਵੋਟਰ ਕੰਪਾਰਟਮੈਂਟ ਦੇ ਵਿੱਚ। ਜਿਹੜੇ PWD ਵੋਟਰਸ, ਬਲਾਈਂਡ ਐਂਡ ਇਨਫਰਮ ਵੋਟਰਸ, ਜਿਨ੍ਹਾਂ ਦੇ ਲਈ ਫਾਰਮ 14A ਭਰਿਆ ਜਾਂਦਾ ਹੈ, ਜੇਕਰ ਉਹ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਕੋਈ ਕੰਪੇਨੀਅਨ ਆਉਂਦਾ ਹੈ, ਅਸੀਂ ਉਹਨਾਂ ਦੀ ਐਂਟਰੀ ਵੀ ਫਾਰਮ 14A ਦੇ ਵਿੱਚ ਕਰਕੇ ਹੀ ਉਹਨਾਂ ਦੀ ਵੋਟ ਪਵਾਉਣੀ ਹੈ। ਕੋਈ ਵੀ ਪਰਸਨ ਜਿਹੜਾ ਉਹਨਾਂ ਦੇ ਨਾਲ ਆਉਂਦਾ ਹੈ, ਜਿਹੜਾ ਕੰਪਨੀ ਕਰਦਾ ਹੈ, ਇੱਕ ਬੰਦਾ ਇੱਕ ਜਣੇ ਦੇ ਨਾਲ ਆ ਸਕਦਾ ਹੈ। ਇੱਕ ਬੰਦਾ ਇੱਕ ਤੋਂ ਵੱਧ PWD ਵੋਟਰਸ ਦੇ ਨਾਲ ਨਹੀਂ ਆ ਸਕਦਾ। ਇਹ ਵੀ ਕਨਫਰਮ ਹੋਵੇ ਕਿ ਉਸ ਦੀ ਏਜ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਖਾਸ ਤੌਰ ਤੇ ਜਿਹੜੇ ਬਲਾਈਂਡ ਵੋਟਰਸ ਨੇ ਉਹਨਾਂ ਦੇ ਲਈ ਬ੍ਰੇਲ ਲਿਪੀ ਦਾ ਪ੍ਰਬੰਧ ਵੀ ਹੁੰਦਾ ਹੈ ਮਸ਼ੀਨ ਤੇ ਵੀ। ਔਰ ਇਸ ਵਾਰ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬਕਾਇਦਾ ਇੱਕ ਬਹੁਤ ਅੱਛਾ ਪ੍ਰੋਵੀਜ਼ਨ ਦਿੱਤਾ ਹੈ ਕਿ ਇਹ ਵੋਟਰ ਨੇ ਜਿਹੜੇ ਅੱਬਾ ਬੇਟੀ ਔਰ PWD ਵੋਟਰਸ ਨੇ ਜਿਹੜੇ, ਇਹ ਥਰੂ ਪੋਸਟਲ ਬੈਲਟ ਵੀ ਵੋਟ ਪਾ ਸਕਦੇ ਨੇ। ਇੱਕ ਆਉਂਦੀ ਹੈ ਜੀ ਇੱਕ ਪ੍ਰੋਬਲਮ ਟੈਂਡਰਡ ਵੋਟ ਦੀ। ਟੈਂਡਰਡ ਵੋਟ ਮਤਲਬ person presents himself at the polling station and seeks to vote whereas some other persons has already voted for him. ਕੋਈ ਵੋਟਰ ਆਇਆ, ਉਸਨੇ ਆ ਕੇ ਦੇਖਿਆ ਕਿ ਉਹਦੀ ਜਗ੍ਹਾ ਕੋਈ ਹੋਰ ਬੰਦਾ ਹੀ ਵੋਟ ਪਾ ਗਿਆ। PRO to thoroughly verify the identity, ਉਸ ਟਾਈਮ ਪ੍ਰੈਜ਼ਾਈਡਿੰਗ ਆਫੀਸਰ ਉਸ ਦੀ ਪਹਿਚਾਣ ਚੰਗੀ ਤਰ੍ਹਾਂ ਕਰਦਾ ਹੈ। ਪਾਰਟ 1 17C ਦੇ ਵਿੱਚ ਪਾਰਟ 1 ਚ ਉਸ ਦੀ ਐਂਟਰੀ ਹੁੰਦੀ ਹੈ ਤਾਂ ਉਸ ਬੰਦੇ ਦੀ ਜਿਹੜੀ ਵੋਟ ਹੈ ਮਸ਼ੀਨ ਰਾਹੀਂ ਨਹੀਂ ਪਵਾਈ ਜਾਂਦੀ, ਉਸ ਨੂੰ ਟੈਂਡਰਡ ਬੈਲਟ ਪੇਪਰ ਦਿੱਤਾ ਜਾਂਦਾ ਹੈ, ਰਬਰ ਸਟੈਂਪ ਦਿੱਤੀ ਜਾਂਦੀ ਹੈ। Tendered ballot paper is used manually in such cases and this vote is kept in separate envelope. ਇਹ ਇੱਕ ਅਲੱਗ ਲਿਫਾਫੇ ਦੇ ਵਿੱਚ ਟੈਂਡਰਡ ਵੋਟਾਂ ਪਾਈਆਂ ਜਾਂਦੀਆਂ ਤੇ ਇੱਕ ਫਾਰਮ 17 ਵੀ ਭਰਿਆ ਜਾਂਦਾ ਹੈ। Ideally there should not be any tendered vote as there is 100% photo electoral rolls available with the PRO. ਆਮ ਤੌਰ ਤੇ ਟੈਂਡਰਡ ਵੋਟ ਨਹੀਂ ਹੋਣੀ ਚਾਹੀਦੀ, ਨਾ ਹੀ ਹੁੰਦੀ ਹੈ, ਕਿਉਂਕਿ 100% ਫੋਟੋ ਇਲੈਕਟੋਰਲ ਵੋਟਰ ਆਈ ਕਾਰਡ ਬਣੇ ਹੋਏ ਨੇ। ਚੈਲੰਜ ਵੋਟ ਫਾਰਮ 14। ਚੈਲੰਜ ਵੋਟ ਦਾ ਮਤਲਬ ਜੀ ਕੋਈ ਵੀ ਜਿਹੜਾ ਪੋਲਿੰਗ ਏਜੰਟ ਹੈ ਉਹ ਕਿਸੇ ਵੋਟਰ ਨੂੰ ਦੇਖ ਕੇ ਕਹਿੰਦਾ ਹੈ ਕਿ ਇਹ ਬੰਦਾ ਸਾਡਾ ਵੋਟਰ ਨਹੀਂ ਹੈਗਾ, ਮੈਂ ਚੈਲੰਜ ਕਰਦਾ ਹੈ। ਤਾਂ ਕੀ ਹੁੰਦਾ ਹੈ, ਚੈਲੰਜ ਫੀਸ ਲਈ ਜਾਂਦੀ ਹੈ 2 ਰੁਪਏ। ਪ੍ਰੂਫ ਆਇਡੈਂਟੀਟੀ ਪ੍ਰੂਫ ਮੰਗਿਆ ਜਾਂਦਾ ਹੈ
ਪ੍ਰੈਜ਼ਾਈਡਿੰਗ ਆਫੀਸਰ ਉਸ ਦੀ ਇਨਕੁਆਇਰੀ ਕਰਦੇ ਨੇ। ਤਾਂ ਦੋ ਹੀ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਉਹ ਵੋਟਰ ਅਸਲ ਦੇ ਵਿੱਚ ਵੋਟਰ ਹੈ, ਜਾਂ ਉਹ ਵੋਟਰ ਗਲਤ ਹੈ, ਕਿਸੇ ਹੋਰ ਦੀ ਵੋਟ ਪਾਉਣ ਆਇਆ ਹੈ। ਤਾਂ ਜਿਹੜੀ 2 ਰੁਪਏ ਫੀਸ ਲਈ ਜਾਂਦੀ ਹੈ, ਉਹ ਤੋਂ ਬਾਅਦ ਇਨਕੁਆਇਰੀ ਦੇ ਵਿੱਚ ਜੇਕਰ ਤਾਂ ਵੋਟਰ ਠੀਕ ਹੈ ਤਾਂ ਉਹ ਫੀਸ ਜ਼ਬਤ ਕਰ ਲਈ ਜਾਂਦੀ ਹੈ, ਤਾਂ ਵੋਟਰ ਵੋਟ ਪਾਉਂਦਾ ਹੈ। ਜੇਕਰ ਵੋਟਰ ਗਲਤ ਹੈ, ਉਹ ਕਿਸੇ ਹੋਰ ਦੀ ਵੋਟ ਪਾਉਣ ਆਇਆ ਸੀ, ਤਾਂ ਫੀਸ ਰਿਫੰਡ ਕੀਤੀ ਜਾਂਦੀ ਹੈ ਔਰ ਉਸ ਵੋਟਰ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ। ਇਹ ਸਾਰਾ ਪ੍ਰੋਸੈਸ ਜਿਵੇਂ ਆਪਾਂ ਦੱਸਿਆ, 2 ਰੁਪਏ ਦੀ ਫੀਸ ਲਈ ਜਾਂਦੀ ਹੈ। PRO ਆਇਡੈਂਟੀ ਦੇਖਦਾ ਹੈ, ਫਾਰਮ 14 'ਚ ਐਂਟਰੀ ਹੁੰਦੀ ਹੈ। ਜੇਕਰ ਏਜੰਟ ਜਿਸ ਨੇ ਚੈਲੰਜ ਕੀਤਾ ਹੈ ਉਹ ਜਿੱਤ ਜਾਂਦਾ ਹੈ, ਤਾਂ ਉਸ ਦੀ ਅਮਾਊਂਟ ਵਾਪਸ ਹੁੰਦੀ ਹੈ ਤੇ ਵੋਟਰ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ। ਜੇਕਰ ਏਜੰਟ ਜਿਹਨੇ ਚੈਲੰਜ ਕਰਿਆ ਸੀ ਉਹ ਹਾਰਦਾ ਹੈ, ਮਤਲਬ ਉਹ ਵੋਟਰ ਸਹੀ ਹੈ, ਤਾਂ 2 ਰੁਪਏ ਰੱਖ ਲਏ ਜਾਂਦੇ ਹੈ, ਅਲਾਉ ਦਾ ਵੋਟਰ ਟੂ ਵੋਟ। CSB, ਜਿਵੇਂ ਅਸੀਂ ਸ਼ੁਰੂ 'ਚ ਗੱਲ ਕਰੀ ਸੀ, ਸਾਡੇ ਸੈਨਿਕ ਭਰਾ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਕਿਸੇ ਮਿੱਤਰ ਨੂੰ ਆਥੋਰਾਈਜ਼ ਕਰਦੇ ਆ ਵੋਟ ਪਾਉਣ ਦੇ ਲਈ, ਉਹਨੂੰ ਅਸੀਂ ਬੋਲਦੇ ਹਾਂ ਕਲਾਸੀਫਾਈਡ ਸਰਵਿਸ ਵੋਟਰਸ ਔਰ ਪ੍ਰੋਕਸੀ ਵੋਟ। Proxy will record the vote on behalf of CSB at PS to which the CSB is assigned। ਜਿਸ ਬੂਥ ਦੇ ਵਿੱਚ ਉਸਦੀ ਵੋਟ ਹੁੰਦੀ ਹੈ, ਉਸੇ ਬੂਥ ਦੇ ਵਿੱਚ ਉਹ ਆ ਕੇ ਵੋਟ ਪਾ ਸਕਦਾ ਹੈ, ਜਿਹਨੂੰ ਵੀ ਉਸਨੇ ਅਥਰਾਈਜ਼ ਕਰਿਆ। ਸ਼ੁੱਡ ਹੈਵ ਐਟ ਲੀਸਟ 18 years of age, 18 ਸਾਲ ਤੋਂ ਵੱਡਾ ਹੋਣਾ ਚਾਹੀਦਾ ਹੈ। ਸ਼ੈਲ ਨਾਟ ਬੀ ਡਿਸਕੁਆਲੀਫਾਈਡ ਫॉर ਰੇਨ ਐਜ਼ ਐਨ ਇਲੈਕਟਰ, ਉਹ ਬਿਲਕੁਲ ਠੀਕ ਠਾਕ ਹੋਣਾ ਚਾਹੀਦਾ, ਡਿਸਕੁਆਲੀਫਾਈ ਨਹੀਂ ਹੋਣਾ ਚਾਹੀਦਾ। ਉਹ ਤੇ ਸਿਆਹੀ ਹੈ ਜਿਹੜੀ ਮਿਡਲ ਫਿੰਗਰ ਤੇ ਲਗਾਈ ਜਾਂਦੀ ਹੈ। ਦ ਲੈਟਰਸ PV ਮਤਲਬ ਪ੍ਰੋਕਸੀ ਵੋਟ ਹੈ ਜਿਹੜੀ, ਉਹ ਅਸੀਂ 17A ਰਜਿਸਟਰ ਦੇ ਵਿੱਚ ਸੈਕੰਡ ਕਾਲਮ ਦੇ ਵਿੱਚ ਉਸਦੀ ਐਂਟਰੀ ਪਾਉਂਦੇ ਹਾਂ। ਐਡਜਰਨਮੈਂਟ ਆਫ ਪੋਲ ਕਦੋਂ ਐਡਜਰਨ ਹੋ ਸਕਦੀ ਹੈ? ਕੁਝ ਰੂਲਸ ਨੇ ਜਿਨ੍ਹਾਂ ਦੇ ਅਧੀਨ ਅਸੀਂ ਕਹਿ ਦਿੰਦੇ ਹਾਂ ਪੋਲ ਰੁਕ ਸਕਦੀ ਹੈ। ਕੁਦਰਤੀ ਕੋਈ ਆਪਦਾ ਆ ਗਈ, ਕੋਈ ਜ਼ਿਆਦਾ ਵਾਇਲੈਂਸ ਹੋ ਗਈ, ਕੋਈ ਪੋਲਿੰਗ ਮਟੀਰੀਅਲ ਡੈਮੇਜ ਹੋ ਗਿਆ, ਮਸ਼ੀਨਾਂ 'ਚ ਫਾਲਟ ਆ ਗਿਆ, ਪੋਲਿੰਗ ਪਾਰਟੀ ਨਹੀਂ ਠੀਕ ਪਹੁੰਚ ਸਕੀ, ਤਾਂ ਇਹ ਸਾਰੀ ਚੀਜ਼ ਦੀ ਰਿਪੋਰਟ RO ਸਾਹਿਬ ਨੂੰ ਦਿੱਤੀ ਜਾਂਦੀ ਹੈ। ਇਹ ਕੁਝ ਰੂਲਸ ਨੇ। ਇਹ ਤੋਂ ਇਲਾਵਾ ਅਸੀਂ ਕੁਝ ਮਹੱਤਵਪੂਰਨ ਗੱਲਾਂ ਤੇ ਹੋਰ ਡਿਸਕਸ ਕਰਾਂਗੇ। ਜੇਕਰ ਕਿਸੇ ਵਿਅਕਤੀ ਨੂੰ ਉਸਦੀ ਐਂਟਰੀ ਵੀ ਹੋ ਗਈ, ਉਂਗਲੀ ਤੇ ਸਿਆਹੀ ਵੀ ਲੱਗ ਗਈ, ਲੇਕਿਨ ਉਹ ਰਿਫਿਊਜ਼ ਕਰਦਾ ਹੈ ਵੀ ਮੈਂ ਕੋਈ ਰੂਲ ਨਹੀਂ ਸਮਝਦਾ, ਉਹ ਬੋਲਦਾ ਹੈ ਜਾਂ ਬਹਿਸ ਕਰਦਾ ਹੈ, ਤਾਂ ਉਸਦੀ ਵੋਟਰ ਸਲਿੱਪ ਕੈਂਸਲ ਹੋ ਸਕਦੀ ਹੈ। ਇਨਕਰਾਈਬ ਦਾ ਫੈਕਟਸ ਨਾਟ ਅਲਾਉਡ ਟੂ ਵੋਟ, ਉਹਦੇ 17A ਰਜਿਸਟਰ ਦੇ ਵਿੱਚ ਅਸੀਂ ਬਕਾਇਦਾ ਐਂਟਰੀ ਪਾਉਂਦੇ ਹਾਂ ਕਿ ਅਸੀਂ ਇਸ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਰੋਕਿਆ ਹੈ। ਪੁੱਟ ਸਿਗਨੇਚਰ ਬਿਲੋ ਦਾ ਐਂਟਰੀ ਇਨ ਦਾ ਰਿਮਾਰਕਸ ਕਾਲਮ। ਸੀਰੀਅਲ ਨੰਬਰ ਉਹੀ ਚੱਲੇਗਾ ਜਿਵੇਂ 17A ਦੇ ਵਿੱਚ ਚੱਲ ਰਿਹਾ ਹੈ। ਹੁਣ ਆਪਣੇ ਆਪ ਵੀ ਕੋਈ ਬੰਦਾ ਵੋਟ ਪਾਉਣ ਤੋਂ ਮਨਾ ਕਰ ਸਕਦਾ ਹੈ। Sorry, I request Mr. Ashish ji to carry on, please. Thank you, sir. ਇਲੈਕਟਰੋਲਸ ਸਰ ਡਿਸਾਈਡਡ ਨੋਟ ਟੂ ਵੋਟ, ਇਸ ਦੇ ਲਈ ਕੀ ਹੈ ਕਿ ਵੋਟਰ ਆਪਣੇ PS ਦੇ ਅੰਦਰ ਆਇਆ, ਉਸਨੇ ਆਪਣੀ ਆਇਡੈਂਟੀਟੀ ਕਰਵਾਈ, ਇੰਡੈਲਿਬਲ ਲਿੰਕ ਵੀ ਲਗਵਾ ਲਈ ਹੈ, ਰਜਿਸਟਰ ਆਫ ਵੋਟਰ 17A ਦੇ ਵਿੱਚ ਸਾਈਨ ਵੀ ਕਰ ਦਿੱਤੇ ਨੇ। ਜਦੋਂ ਉਹ APRO ਸਾਹਿਬਾਨ ਕੋਲ ਗਿਆ, ਉਹਨਾਂ ਨੂੰ ਸਲਿੱਪ ਹੈਂਡਓਵਰ ਕੀਤੀ, ਵੈਲਟ ਦੇਣ ਲੱਗੇ ਸੀ, ਤਾਂ ਉਸਨੇ ਡਿਸਾਈਡ ਕੀਤਾ ਕਿ ਮੈਂ ਵੋਟ ਨਹੀਂ ਪਾਣੀ। ਬੜਾ ਰੇਅਰ ਕੇਸਿਸ ਤੇ ਹੈ, ਬਟ ਹੀ ਹੈਜ਼ ਦਾ ਰਾਈਟ ਟੂ ਰਿਫਿਊਜ਼ ਟੂ ਵੋਟ। ਤਾਂ ਉਸ ਕੰਡੀਸ਼ਨ ਦੇ ਵਿੱਚ ਕੀ ਹੋਊਗਾ ਜੀ, ਅਸੀਂ ਉਸ ਤੋਂ ਇੱਕ ਡੈਕਲੇਰੇਸ਼ਨ ਲਵਾਂਗੇ, 17A ਦੇ ਰਿਮਾਰਕਸ ਦੇ ਕਾਲਮ ਦੇ ਵਿੱਚ ਲਿਖਾਂਗੇ ਕਿ ਦਾ ਵੋਟਰ ਹੈਜ਼ ਡਿਨਾਈਡ ਟੂ ਵੋਟ ਔਰ ਰਿਫਿਊਜ਼ ਟੂ ਵੋਟ, ਉਸ ਦੇ ਸਿਗਨੇਚਰ ਲਵਾਂਗੇ, ਪ੍ਰੈਜ਼ਾਈਡਿੰਗ ਸਾਹਿਬਾਨ ਆਪਣੇ ਸਾਈਨ ਕਰਨਗੇ ਤੇ ਉਸ ਇਲੈਕਟਰੋਲ ਨੂੰ, ਉਸ ਵੋਟਰ ਨੂੰ ਅਸੀਂ ਬਾਹਰ ਜਾਣ ਦੀ ਪਰਮਿਸ਼ਨ ਦੇ ਦਾਂਗੇ। ਸੀਰੀਅਲ ਨੰਬਰ ਚੇਂਜ ਨਹੀਂ ਹੋਏਗਾ ਜੀ। ਇਸ ਦਾ ਇੱਕ ਅਲੱਗ ਅਕਾਊਂਟ ਜਿਹੜਾ ਹੈਗਾ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ ਦੇ ਵਿੱਚ ਹੁੰਦਾ ਹੈ ਕਿ ਕਿੰਨਿਆਂ ਨੂੰ ਅਸੀਂ ਨਾਟ ਅਲਾਉਡ ਟੂ ਵੋਟ ਦਾ ਰਾਈਟ ਯੂਜ਼ ਕਰਕੇ ਵੋਟ ਨਹੀਂ ਪਾਉਣ ਦਿੱਤਾ ਤੇ ਕਿੰਨਿਆਂ ਨੇ ਰਿਫਿਊਜ਼ ਟੂ ਵੋਟ ਦਾ
ਆਪਣਾ ਰਾਈਟ ਯੂਜ਼ ਕਰਦੇ ਹੋਏ ਵੋਟ ਨਹੀਂ ਪਾਈ। ਹੁਣ ਰਿਫਿਊਜ਼ ਟੂ ਵੋਟ ਦੇ ਵਿੱਚ ਦੋ ਕੰਡੀਸ਼ਨਸ ਹੋ ਸਕਦੀਆਂ ਨੇ ਤੁਹਾਡੇ ਕੋਲ। ਇੱਕ ਤੇ ਜਦੋਂ ਉਸਨੇ ਰਿਫਿਊਜ਼ ਟੂ ਵੋਟ ਕੀਤਾ ਤਾਂ ਤੁਸੀਂ ਕੰਟਰੋਲ ਯੂਨਿਟ ਦੇ ਉੱਪਰੋਂ ਵੈਲਿਡ ਦਾ ਬਟਨ ਪ੍ਰੈਸ ਹੀ ਨਹੀਂ ਕੀਤਾ ਸੀ, ਉਸ ਕੰਡੀਸ਼ਨਸ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੈ। ਦੂਜਾ ਸੀ ਕਿ ਮਸ਼ੀਨ ਨੂੰ ਅਸੀਂ ਵੈਲਿਡ ਇਸ਼ੂ ਕਰ ਚੁੱਕੇ ਹਾਂ। ਅਗਰ ਮਸ਼ੀਨ ਨੂੰ ਵੈਲਿਡ ਇਸ਼ੂ ਕਰ ਚੁੱਕੇ ਹਾਂ ਤਾਂ ਉੱਥੇ ਦੋ ਤਰ੍ਹਾਂ ਦੀਆਂ ਸਿਚੁਏਸ਼ਨਸ ਕ੍ਰੀਏਟ ਹੋਣਗੀਆਂ ਜੀ। ਫਸਟ ਸਿਚੁਏਸ਼ਨ ਹੈ ਕਿ ਉਹਨਾਂ ਤੋਂ ਬਾਅਦ ਹੋਰ ਵੋਟਰ ਲਾਈਨ 'ਚ ਹੈ। ਅਗਰ ਤਾਂ ਹੋਰ ਵੋਟਰ ਪਿੱਛੇ ਲਾਈਨ 'ਚ ਹੈ, ਫਿਰ ਤਾਂ ਨੈਕਸਟ ਵੋਟਰ ਆਏਗਾ, ਆਪਣੀ ਵੋਟਰ ਸਲਿੱਪ ਦੇਗਾ ਤੇ ਕੰਪਾਰਟਮੈਂਟ ਕੰਨੀ ਜਾਏਗਾ ਅਤੇ ਆਪਣੀ ਵੋਟ ਕਾਸਟ ਕਰ ਲੇਗਾ। ਹੁਣ ਇੱਕ ਸਿਨੈਰੀਓ ਜੋ ਕਿ ਬੜਾ ਰੇਅਰ ਸਿਨੈਰੀਓ ਹੈ, ਇਹ ਬਣ ਸਕਦਾ ਹੈ ਕਿ ਜਿਸ ਬੰਦੇ ਨੇ, ਜਿਸ ਵੋਟਰ ਨੇ ਰਿਫਿਊਜ਼ ਟੂ ਵੋਟ ਕੀਤਾ ਹੈ, ਉਹ ਤੁਹਾਡੇ ਪੋਲਿੰਗ ਸਟੇਸ਼ਨ ਦਾ ਆਖਰੀ ਵੋਟਰ ਸੀ। ਉਸ ਤੋਂ ਬਾਅਦ ਲਾਈਨ ਦੇ ਵਿੱਚ ਵੀ ਕੋਈ ਵੋਟਰ ਨਹੀਂ ਹੈ ਤੇ ਜੋ ਸਾਡਾ ਟਾਈਮ ਆਫ ਪੋਲ ਕਲੋਜ਼ ਹੈ ਉਹ ਹੋ ਚੁੱਕਿਆ ਹੈ। ਉਸ ਕੰਡੀਸ਼ਨ ਦੇ ਵਿੱਚ ਵੈਰੀ ਸਿੰਪਲ, ਆਪਣੇ ਕੰਟਰੋਲ ਯੂਨਿਟ ਨੂੰ ਸਵਿਚ ਆਫ ਕਰ ਦਿਓ ਜੀ। ਵੈਲਿਡ ਯੂਨਿਟ ਤੇ ਕੰਟਰੋਲ ਯੂਨਿਟ ਨੂੰ ਇੱਕ ਵਾਰ ਡਿਸਕਨੈਕਟ ਕਰ ਦਿਓ। ਹੁਣ ਵੀਵੀਪੈਡ ਲੱਗਾ ਹੋਇਆ ਹੈ ਤਾਂ ਕੰਟਰੋਲ ਯੂਨਿਟ ਦੇ ਨਾਲ ਵੀਵੀਪੈਡ ਦਾ ਕਨੈਕਸ਼ਨ ਹੈ। ਵੀਵੀਪੈਡ ਦੇ ਕਨੈਕਸ਼ਨ ਨੂੰ ਇੱਕ ਵਾਰ ਡਿਸਕਨੈਕਟ ਕਰਕੇ ਰੀਕਨੈਕਟ ਕਰੋ। ਸਵਿਚ ਔਨ ਦਾ ਸੀਯੂ, ਪ੍ਰੈਸ ਦਾ ਕਲੋਜ਼ ਬਟਨ ਤੇ ਤੁਹਾਡਾ ਜਿਹੜਾ ਪ੍ਰੋਸੈਸ ਹੈ ਉਹ ਪੂਰਾ ਹੋ ਗਿਆ। ਵੈਲਿਡ ਦਿੱਤਾ ਗਿਆ ਸੀ ਬਟ ਮਸ਼ੀਨ ਨੂੰ ਸਵਿਚ ਆਫ ਕੀਤਾ ਗਿਆ, ਇਸ ਕਰਕੇ ਉਹ ਵੋਟ ਜਿਹੜੀ ਹੈ ਸਿਸਟਮ ਦੇ ਵਿੱਚ ਐਂਟਰ ਹੀ ਨਹੀਂ ਹੋਈ। ਬਟ ਅਗਰ ਤੁਸੀਂ ਉਸ ਨੂੰ ਸਵਿਚ ਆਫ ਕੀਤੇ ਬਿਨਾ ਡਿਸਕਨੈਕਟ ਕਰੋਗੇ ਦੈਨ ਦਾ ਸੀਯੂ ਵਿਲ ਸਟਾਰਟ ਬਲਿੰਕਿੰਗ ਤੇ ਉਹ ਐਰਰ ਸ਼ੋ ਕਰਨ ਲੱਗ ਜਾਏਗਾ। ਇਸ ਤੋਂ ਇਲਾਵਾ ਕੁਝ ਹੋਰ ਇੰਪੋਰਟੈਂਟ ਫੰਕਸ਼ਨਸ ਜਿਹੜੇ ਹੈਗੇ ਆ ਜੀ, ਅਗਰ ਕਿਸੇ ਵੀ ਕੰਡੀਸ਼ਨ ਦੇ ਵਿੱਚ ਵੀਵੀਪੈਡ ਖਰਾਬ ਹੁੰਦਾ ਹੈ, ਵੀਵੀਪੈਡ ਰਿਪਲੇਸ ਕੀਤਾ ਜਾਂਦਾ ਹੈ ਤਾਂ ਦੇ ਵਿਲ ਬੀ ਨੋ ਮੌਕ ਪੋਲ ਅਗੇਨ। ਤੁਸੀਂ ਨਵਾਂ ਵੀਵੀਪੈਡ ਲਗਾਉਣਾ ਹੈ ਤੇ VOTING ਦਾ ਪ੍ਰੋਸੈਸ ਐਜ਼ ਇਟ ਇਜ਼ ਚੱਲਦਾ ਰਹੇਗਾ। ਬਟ ਅਗਰ ਕਿਸੇ ਟੈਕਨੀਕਲ ਕਾਰਨ ਕਰਕੇ ਮਸ਼ੀਨ ਖਰਾਬ ਹੁੰਦੀ ਹੈ ਤੇ ਨਵੀਂ ਮਸ਼ੀਨ ਯੂਜ਼ ਕੀਤੀ ਜਾਂਦੀ ਹੈ ਤਾਂ ਦੁਬਾਰਾ ਤੋਂ ਨਵੀਂ ਮਸ਼ੀਨ ਦੇ ਉੱਪਰ ਮੌਕ ਪੋਲ ਕੀਤੀ ਜਾਏਗੀ। ਇਸ ਕੰਡੀਸ਼ਨਸ ਦੇ ਵਿੱਚ ਮੌਕ ਪੋਲ ਕਰਨ ਲੱਗੇ ਹਰ ਕੈਂਡੀਡੇਟ ਨੂੰ ਇੱਕ ਵੋਟ ਪਾਈ ਜਾਏਗੀ ਤੇ ਉਸ ਤੋਂ ਬਾਅਦ ਸੇਮ ਪ੍ਰੋਸੈਸ, ਉਸਦੀ ਕਾਊਂਟਿੰਗ ਹੋਏਗੀ, CRC ਹੋਏਗੀ। ਉਹ ਮਸ਼ੀਨਾਂ ਨੂੰ ਦੁਬਾਰਾ ਤੋਂ ਦੂਜੇ ਲਿਫਾਫੇ ਦੇ ਵਿੱਚ ਸੀਲ ਕੀਤਾ ਜਾਏਗਾ ਤੇ ਡੱਬੀ ਦੇ ਵਿੱਚ ਦੁਬਾਰਾ ਤੋਂ ਉਸ ਨੂੰ ਸੀਲ ਕੀਤਾ ਜਾਏਗਾ। ਤੇ ਇਸ ਸਾਰੇ ਦੀ ਐਂਟਰੀ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ ਦੇ ਪਾਰਟ 2 ਐਨੈਕਸਚਰ 4 ਜਿਹੜਾ ਹੈਗਾ ਉਸ ਦੇ ਵਿੱਚ ਦੱਸੀ ਜਾਏਗੀ। ਰੀਜ਼ਨ ਦੱਸਿਆ ਜਾਏਗਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਮਸ਼ੀਨ ਖਰਾਬ ਰਹੀ, ਕਿੰਨੇ ਵਜੇ ਨਵੀਂ ਮਸ਼ੀਨ ਨਾਲ ਵਰਕਿੰਗ ਸ਼ੁਰੂ ਹੋਈ ਤੇ ਸਾਡਾ ਜਿਹੜਾ ਟਾਈਮ ਆਫ ਪੋਲ ਹੈ ਉਨੇ ਟਾਈਮ ਦੇ ਲਈ ਐਕਸਟੈਂਡ ਕਰ ਦਿੱਤਾ ਜਾਏਗਾ ਜੀ। ਉਰੇ ਹੈ ਜੀ ਤੁਸੀਂ ਵੋਟਰ ਅਸਿਸਟੈਂਟ ਬੂਥਸ ਜਿਹੜੇ ਨੇ ਉਹ ਬਣ ਸਕਦੇ ਨੇ। ਕੈਂਡੀਡੇਟ ਇਲੈਕਸ਼ਨ ਬੂਥਸ ਪਰ ਇਹ 200 ਮੀਟਰ ਤੋਂ ਬਾਹਰ ਹੋ ਸਕਦੇ ਨੇ। NRI ਵੋਟਰਸ ਦੇ ਲਈ ਹੋ ਗਿਆ ਜੀ, ਪ੍ਰੋਕਸੀ ਵੋਟਰਸ ਦੇ ਲਈ ਹੋ ਗਿਆ, ਕਲਾਸੀਫਾਈਡ ਸਰਵਿਸ ਵੋਟਰਸ ਨੇ ਜਿਹੜੇ, ਇਹ ਦੋ ਢੰਗ ਨਾਲ ਕਰ ਸਕਦੇ ਨੇ ਜੀ, ਜਾਂ ਪ੍ਰੋਕਸੀ ਵੋਟ ਯੂਜ਼ ਕਰ ਸਕਦੇ ਨੇ ਜਾਂ ਫਿਰ ਇਹ ਆਪਣਾ ETBP ਯੂਜ਼ ਕਰ ਸਕਦੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਜੀ ਕਲੋਜ਼ਿੰਗ ਆਰ ਦੀ। ਜਦੋਂ ਵੋਟ ਖਤਮ ਹੋਣ ਦੇ ਵਿੱਚ, ਪੋਲਿੰਗ ਖਤਮ ਹੋਣ ਦੇ ਵਿੱਚ 1 ਘੰਟਾ ਰਹਿ ਗਿਆ ਤਾਂ ਪ੍ਰੈਜ਼ਾਈਡਿੰਗ ਆਫੀਸਰ ਜਿਹੜੇ ਹੈਗੇ ਨੇ ਉਹ ਇੱਕ ਵਾਰ ਅਨਾਉਂਸ ਕਰਨਗੇ ਕਿ ਦਿਸ ਇਜ਼ ਦਾ ਲਾਸਟ ਆਰ or the last few minutes before the poll closed। ਜਿੰਨੇ ਵੀ ਇਲੈਕਟਰੋਲਸ ਨੇ ਉਹ ਐਕਚੁਅਲ ਡੇਟ ਆਫ ਤੇ ਐਕਚੁਅਲ ਟਾਈਮ ਆਫ ਪੋਲ ਦੇ ਐਂਡ ਤੱਕ ਲਾਈਨ ਦੇ ਵਿੱਚ ਆ ਕੇ ਲੱਗ ਸਕਦੇ ਨੇ। ਉਹਨਾਂ ਨੂੰ ਅਸੀਂ ਵੋਟ ਪਾਉਣ ਦਾ ਅਧਿਕਾਰ ਦੇਵਾਂਗੇ, ਚਾਹੇ ਉਹ ਪੋਲ ਉਸ ਤੋਂ ਬਾਅਦ ਜਿੰਨਾ ਮਰਜ਼ੀ ਲੰਬੇ ਟਾਈਮ ਤੱਕ ਚੱਲ ਸਕਦੀ ਹੈ। ਇਸ ਦੇ ਲਈ ਸਭ ਤੋਂ ਲਾਸਟ ਵੋਟਰ ਜਿਹੜਾ ਲਾਈਨ ਦੇ ਵਿੱਚ ਲੱਗਿਆ ਹੋਇਆ ਹੈ ਉਸ ਤੋਂ ਅਸੀਂ ਵੋਟਰ ਸਲਿੱਪ ਇੱਕ ਪਰਚੀਆਂ ਵੰਡਣੀਆਂ ਸ਼ੁਰੂ ਕਰਾਂਗੇ ਜੀ। ਸਭ ਤੋਂ ਲਾਸਟ ਵੋਟਰ ਨੂੰ 1 ਨੰਬਰ ਸੀਰੀਅਲ ਨੰਬਰ ਦੀ ਪਰਚੀ ਦਿੱਤੀ ਜਾਊਗੀ। ਐਦਾਂ ਕਰਦੇ ਕਰਦੇ ਅਸੀਂ ਆਵਾਂਗੇ ਤੇ ਸਭ ਤੋਂ ਪਹਿਲੀ ਵੋਟਰ ਜਿਹੜਾ ਹੈਗਾ ਲਾਈਨ 'ਚ ਲੱਗਿਆ ਹੋਇਆ ਉਸ ਨੂੰ ਸਭ ਤੋਂ ਲਾਸਟ ਸੀਰੀਅਲ ਨੰਬਰ ਦੀ ਵੋਟ ਦਿੱਤੀ ਜਾਊਗੀ। ਇਹ ਇਨਫੋਰਮੇਸ਼ਨ ਵੀ ਪ੍ਰੈਜ਼ਾਈਡਿੰਗ ਆਫੀਸਰਸ ਤੋਂ ਸੈਕਟਰ ਆਫੀਸਰ ਸਾਹਿਬਾਨ ਕਲੈਕਟ ਕਰਨਗੇ ਐਟ ਦਾ ਕਲੋਜ਼ ਆਫ ਪੋਲ ਕਿ ਤੁਹਾਡੇ ਬੂਥ ਦੇ ਉੱਪਰ ਪੋਲ ਕਲੋਜ਼ ਹੋ ਗਈ ਹੈ। ਅਗਰ ਤਾਂ ਯੈਸ ਹੈ ਦੈਨ ਓਕੇ, ਤੁਸੀਂ ਆਪਣਾ ਫਾਈਨਲ ਡਾਟਾ ਦੇ ਦੋਗੇ। ਇਨ ਕੇਸ
पोल क्लोज नहीं हुई है ਤਾਂ ਉੱਥੇ ਪੋਸੀਬਿਲਿਟੀ ਇਹੀ ਹੈ ਕਿ ਤੁਹਾਡੇ ਪੋਲਿੰਗ ਬੂਥ ਦੇ ਉੱਪਰ ਲਾਈਨ ਲੱਗੀ ਹੋਈ ਹੈ ਤਾਂ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਹਾਡੇ ਪੋਲਿੰਗ ਬੂਥ ਦੇ ਉੱਪਰ ਕਿੰਨੇ ਬੰਦੇ ਲਾਈਨ ਦੇ ਵਿੱਚ ਹੈ ਨੇ। ਸੋ ਆਪਾਂ ਗੱਲ ਕਰ ਚੁੱਕੇ ਹਾਂ ਕਿ ਅਸੀਂ ਲਾਸਟ ਪਰਸਨ ਤੋਂ ਸ਼ੁਰੂ ਕਰਦੇ ਹੋਏ 1 ਨੰਬਰ ਦੀ ਪਰਚੀ ਸ਼ੁਰੂ ਕਰਦੇ ਹੋਏ ਕਿਊ ਨੂੰ ਪਰਚੀਆਂ ਵੰਡਾਂਗੇ ਜੀ। ਅਨਾਉਂਸਮੈਂਟ ਦਾ ਕਲੋਜ਼ ਆਫ ਵੋਟ ਤੇ ਜਦੋਂ ਪੋਲ ਖਤਮ ਹੋ ਗਈ ਹੈ ਅਸੀਂ ਅਨਾਉਂਸ ਕਰਾਂਗੇ ਤੇ ਉਸ ਦਾ ਟਾਈਮ ਨੋਟ ਕਰਾਂਗੇ। ਇਹ ਟਾਈਮ ਅਸੀਂ ਆਪਣੀ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ ਦੇ ਵਿੱਚ ਨੋਟ ਕਰਾਂਗੇ। ਤੁਹਾਡੀ ਮਸ਼ੀਨ ਨੂੰ ਜਦੋਂ ਤੁਸੀਂ ਕਲੋਜ਼ ਦਾ ਬਟਨ ਪ੍ਰੈਸ ਕਰੋਗੇ ਤਾਂ ਉਹ ਵੀ ਇੱਕ ਤੁਹਾਨੂੰ ਇੰਡੀਕੇਸ਼ਨ ਸ਼ੋ ਕਰੇਗੀ, ਸਕਰੀਨ ਦੇ ਉੱਪਰ ਡਿਸਪਲੇ ਆਏਗਾ ਕਿ ਕਲੋਜ਼ ਆਫ ਪੋਲ, ਪਹਿਲਾਂ ਆਏਗਾ ਕਲੋਜ਼ਿੰਗ ਫਲੈਸ਼ ਹੁੰਦਾ ਹੋਇਆ, ਦੈਨ ਕਲੋਜ਼ ਆਫ ਪੋਲ, ਦੈਨ ਟਾਈਮ ਐਂਡ ਡੇਟ ਆਫ ਕਲੋਜ਼ਿੰਗ ਦਾ ਪੋਲ। ਇਸ ਤੋਂ ਬਾਅਦ ਸਾਡਾ ਕੰਮ ਹੈ ਜੀ EVMs ਨੂੰ ਸੀਲ ਕਰਨਾ, ਕਲੋਜ਼ ਕਰਨਾ। ਸਭ ਤੋਂ ਪਹਿਲਾਂ ਅਸੀਂ ਬਲੈਕ ਕਲਰ ਦਾ ਲੈਚ ਜੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੈ, ਢੱਕਣ ਨੂੰ ਹਟਾਉਂਦੇ ਹੋਏ ਇਸ ਦੇ ਨੀਚੇ ਜਿੱਥੇ ਅਸੀਂ ਆਪਣਾ ਸਪੈਸ਼ਲ ਟੈਗ ਲਗਾਇਆ ਸੀ ਉਰੇ ਅਸੀਂ ਕਲੋਜ਼ ਦਾ ਬਟਨ, ਬਲੈਕ ਕਲਰ ਦਾ ਬਟਨ ਹੋਏਗਾ, ਇਸ ਨੂੰ ਪ੍ਰੈਸ ਕਰਾਂਗੇ ਤੇ ਇਹ ਸਾਨੂੰ ਸ਼ੋ ਕਰੇਗਾ ਟੋਟਲ ਨੰਬਰ ਆਫ ਵੋਟਸ ਕਿੰਨੀਆਂ ਕਾਸਟ ਹੋਈਆਂ ਨੇ। We can verify it, recheck it with the form 17C. ਉਸ ਤੋਂ ਬਾਅਦ ਪੋਲਿੰਗ ਏਜੰਟ ਸਾਥੋਂ 17C ਦੇ ਫਾਰਮ ਦੀ ਕਾਪੀ ਜਿਹੜੀਆਂ ਹੈਗੀਆਂ ਨੇ ਅਟੈਸਟਡ ਕਾਪੀਜ਼ ਮੰਗ ਸਕਦੇ ਨੇ। ਪ੍ਰੈਜ਼ਾਈਡਿੰਗ ਆਫੀਸਰਸ ਉਹਨਾਂ ਨੂੰ ਉਹ ਦੇਣਗੇ। ਜੋ ਡੈਕਲੇਰੇਸ਼ਨ ਬਾਈ ਪ੍ਰੈਜ਼ਾਈਡਿੰਗ ਆਫੀਸਰ ਹੁੰਦੀ ਹੈ ਜੀ ਉਸਦੇ ਪਾਰਟ 3 ਦੇ ਉੱਪਰ ਜਿਨ੍ਹਾਂ ਪੋਲਿੰਗ ਏਜੰਟਸ ਨੂੰ ਅਸੀਂ ਇਹ ਕਾਪੀ ਸਪਲਾਈ ਕਰਾਂਗੇ ਉਹਨਾਂ ਦੇ ਸਿਗਨੇਚਰ ਲਏ ਜਾਂਦੇ ਨੇ। ਕਲੋਜ਼ਿੰਗ ਆਫ ਵੋਟਰ ਰਜਿਸਟਰ 17A, ਇਸ ਦੇ ਉੱਪਰ ਅਸੀਂ ਲਿਖਦੇ ਹਾਂ ਕਿ ਇਸ ਸੀਰੀਅਲ ਨੰਬਰ ਦੇ ਉੱਪਰ ਜਿਹੜਾ ਰਜਿਸਟਰ ਹੈ ਕਲੋਜ਼ ਕੀਤਾ ਜਾਂਦਾ ਹੈ, ਉਸ ਦੇ ਉੱਪਰ ਪ੍ਰੈਜ਼ਾਈਡਿੰਗ ਸਾਹਿਬਾਨ ਆਪਣੇ ਸਿਗਨੇਚਰ ਕਰਦੇ हैं। ਹੁਣ CU ਦੇ ਵਿੱਚ ਕਿੰਨੀਆਂ ਵੋਟਸ ਹੋਣਗੀਆਂ ਉਰੇ ਸਲਾਈਟਲੀ ਜਿਹੜਾ 17A ਤੋਂ ਕੁਝ ਵੈਰੀ ਹੋ ਸਕਦੀਆਂ ਨੇ। ਕਿਹੜੀਆਂ ਵੋਟਸ ਵੈਰੀ ਹੋ ਸਕਦੀਆਂ ਨੇ ਜੀ? ਇਸ ਦੇ ਵਿੱਚੋਂ ਜਿਨ੍ਹਾਂ ਨੂੰ ਅਸੀਂ ਰਿਫਿਊਜ਼ ਕੀਤਾ ਸੀ ਵੋਟ ਪਾਉਣ ਨੂੰ ਜਾਂ ਜਿਨ੍ਹਾਂ ਨੇ not allowed to vote ਦਾ refuse to vote ਦਾ ਸਾਈਨ ਯੂਜ਼ ਕੀਤਾ ਸੀ, ਇਹ ਦੋਨੋਂ ਯੂਜ਼ਰਸ ਜਿਹੜੇ ਸੀ, ਦੋਨੋਂ ਵੋਟਰ ਸੀ, ਉਹਨਾਂ ਨੂੰ ਘਟਾਇਆ ਜਾਏਗਾ ਕਿਉਂਕਿ ਇਹ ਰਜਿਸਟਰ ਦੇ ਉੱਪਰ ਐਂਟਰ ਹੋਏ ਸੀ ਬਟ CU ਦੇ ਵਿੱਚ ਕਾਸਟ ਨਹੀਂ ਹੋਏ। ਇਸ ਤੋਂ ਬਾਅਦ ਡੈਕਲੇਰੇਸ਼ਨ ਐਟ ਦਾ ਐਂਡ ਆਫ ਦਾ ਪੋਲ, ਡਿਟੇਲ ਫਾਰਮੈਟ ਐਨੈਕਸਚਰ 4 PRO ਡਾਇਰੀ, ਇਸ ਦੇ ਵਿੱਚ ਇਹ ਸਾਰੀਆਂ ਡਿਟੇਲਸ ਨੂੰ ਮੈਂਸ਼ਨ ਕੀਤਾ ਜਾਏਗਾ। Here we come on the end of the poll. Place the CU, VU and VVPAT in their carry boxes. Close and seal both ends with the address tags. PRO will sign on the address tags. Polling agents can also put their seals or signatures on the address tags. The lighter one ਜਿਹੜਾ compartment है, that is the compartment of carry bag of VU. and the dark one, the grey one is of CU। ਤੇ ਜਿਹੜਾ ਇਹ ਸ਼ੋ ਹੋ ਰਿਹਾ ਜੀ ਇਹ VVPAT ਦਾ ਹੈ। ਇਹਨਾਂ ਉੱਪਰ ਜਿੱਦਾਂ ਤੁਹਾਨੂੰ ਉਰੇ ਸ਼ੋ ਕੀਤਾ ਗਿਆ ਐਡਰੈਸ ਟੈਗਸ ਲੱਗੇ ਹੋਏ ਨੇ ਵਿਦ ਦਾ ਸਪੈਸੀਫਿਕੇਸ਼ਨ ਕਿ ਇਹ ਕਿਸ ਅਸੈਂਬਲੀ ਕਨਸਟੀਚੁਐਂਸੀ ਦੇ ਸੀ, ਕਿਸ ਪੋਲਿੰਗ ਸਟੇਸ਼ਨ ਦੇ ਸੀ, ਡੇਟ ਆਫ ਪੋਲ ਕੀ ਸੀ ਤੇ ਇਸ ਦੇ ਉੱਪਰ ਸਿਗਨੇਚਰ ਸ਼ੁੱਡ ਬੀ ਔਨ ਦਾ ਬੈਕ ਸਾਈਡ ਆਫ ਦਿਸ ਐਡਰੈਸ ਟੈਗ। Now, before closing the compartment box of VVPAT, ਅਸੀਂ VVPAT ਦੀ ਬੈਟਰੀ ਜਿਹੜੀ ਹੈਗੀ ਹੈ ਉਸਨੂੰ VVPAT ਤੋਂ ਰਿਮੂਵ ਕਰਨਾ ਹੈ ਤੇ ਇਹ ਬੈਟਰੀ VVPAT ਦੇ ਨਾਲ ਜਦੋਂ ਅਸੀਂ VVPAT ਮਸ਼ੀਨਸ EVMs ਨੂੰ ਜਮ੍ਹਾਂ ਕਰਵਾਉਣਾ ਹੈ ਵੱਖਰੇ ਤੌਰ ਤੇ ਜਮ੍ਹਾਂ ਕਰਵਾਈ ਜਾਵੇਗੀ। ਇਸ ਤੋਂ ਬਾਅਦ ਡੈਕਲੇਰੇਸ਼ਨ ਹੋਏਗੀ ਜੀ ਕਿ ਸੀਲਿੰਗ ਅਸੀਂ ਕਰ ਦਿੱਤੀ ਹੈ EVMs ਦੀ, ਉਸ ਦਾ ਟਾਈਮ ਮੈਂਸ਼ਨ ਕੀਤਾ ਜਾਂਦਾ ਹੈ, ਡੇਟ ਮੈਂਸ਼ਨ ਕੀਤੀ ਜਾਂਦੀ ਹੈ ਤੇ ਇਸ ਦੇ ਉੱਪਰ ਵੀ ਜੋ ਪੋਲਿੰਗ ਏਜੰਟ ਸੀ ਉਹਨਾਂ ਦੇ ਸਿਗਨੇਚਰ ਕਰਵਾਏ ਜਾਂਦੇ ਨੇ। Now here we come on the sealing of election papers. Cover containing AC of voter recorded in 17C, cover containing declarations of PRO, cover containing PRO diary, 16-point report, PS05,
ਵਿਜ਼ਟਰ ਸ਼ੀਟ ਐਂਡ ਪੇਪਰ ਅਕਾਊਂਟ ਸੀਲਸ। ਇਹ ਤੁਹਾਡੇ ਆਰਓ ਵੱਲੋਂ ਤੁਹਾਨੂੰ ਉਸ ਟਾਈਮ ਸਟੈਚੂਰੀ ਤੇ ਨੌਨ ਸਟੈਚੂਰੀ ਜਿਹੜੇ ਇਨਵੋਲਵਸ ਨੇ ਉਹਨਾਂ ਦੀ ਲਿਸਟ ਦਿੱਤੀ ਜਾਊਗੀ, ਜਿਸ ਦੇ ਅਕੋਰਡਿੰਗ ਪੀਆਰਓਜ਼ ਨੇ ਆਪਣੇ ਆਪਣੇ ਫਾਰਮ ਕੰਸਰਨਡ ਸੀਲ ਕਰਨੇ ਹੈ। So here we come on the statutory boxes, non-statutory covers. Any other document has to seal or will be provided as open. So ਆਪਾਂ ਇਹ ਸਾਰੀ ਉੱਪਰ ਗੱਲ ਕਰ ਚੁੱਕੇ ਹਾਂ ਜੀ, ਇਸ ਲਈ ਇਸ ਪਾਰਟ ਨੂੰ ਆਪਾਂ ਸਕਿਪ ਕਰ ਰਹੇ ਹਾਂ। ਪੈਕੇਟ 1 ਪੈਕੇਟ 2 ਦੀ ਜਿਹੜੀ ਡਿਟੇਲ ਹੈ ਤੁਹਾਨੂੰ ਤੁਹਾਡੇ ਆਰਓ ਸਾਹਿਬਾਨ ਵੱਲੋਂ ਇੱਕ ਦਿਨ ਪਹਿਲਾਂ ਜਾਂ ਸੇਮ ਡੇ ਤੁਹਾਨੂੰ ਮੁਹੱਈਆ ਕਰਾਈ ਜਾਊਗੀ। ਇਸ ਦੇ ਨਾਲ ਜਿੰਨਾ ਵੀ ਮਟੀਰੀਅਲ ਹੈਂਡਬੁੱਕ ਮਿਲੀ ਹੈ, ਹੋਰ ਸਮਾਨ ਮਿਲਿਆ ਹੈ, ਤੁਹਾਨੂੰ ਸਾਰਾ ਜਮ੍ਹਾਂ ਕਰਵਾਉਣਾ ਆਪਣੇ ਰਿਸੈਪਸ਼ਨ ਦੇ ਉੱਪਰ, ਬੂਥ ਦੇ ਉੱਪਰ ਜ਼ਰੂਰੀ ਹੋਏਗਾ। ਨਾਓ ਪੁਆਇੰਟਸ ਟੂ ਬੀ ਰਿਮੈਂਬਰ, ਤੁਸੀਂ ਆਪਣੀ ਹੈਂਡਬੁੱਕ, ਮੈਨੂਅਲ ਤੇ ਇੰਸਟਰਕਸ਼ਨਸ ਜੋ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਉਸ ਨੂੰ ਜ਼ਰੂਰ ਪੜੋ। ਆਪਣੇ ਪੋਲਿੰਗ ਸਟੇਸ਼ਨ ਦਾ ਜੋ ਪਰਸੈਂਟੇਜ ਹੈ ਉਸ ਨੂੰ ਨੋਟ ਕਰਕੇ ਰੱਖੋ। ਐਨਸ਼ੋਰ ਫ੍ਰੀ ਐਂਡ ਫੇਅਰ ਇਲੈਕਸ਼ਨ ਐਜ਼ ਅ ਡਿਪਿਊਟਡ ਇੰਪਲੋਈਜ਼ ਫॉर द ਇਲੈਕਸ਼ਨ ਡਿਊਟੀ। ਸਾਡੀ ਡਿਊਟੀ ਬਣਦੀ ਹੈ ਕਿ ਜਿਹੜੇ ਇਲੈਕਸ਼ਨਸ ਨੇ ਉਹ ਫ੍ਰੀ ਤੇ ਫੇਅਰ ਹੋਣ। ਮੇਨਟੇਨ ਕਲੋਜ਼ ਰਿਲੇਸ਼ਨ ਵਿਦ ਦ ਮੈਂਬਰ ਆਫ ਯੂਰ ਪੋਲਿੰਗ ਟੀਮਸ, ਕਿਉਂਕਿ ਉਸ ਟਾਈਮ ਐਜ਼ ਅ ਫੈਮਿਲੀ, ਐਜ਼ ਅ ਟੀਮ ਹੀ ਅਸੀਂ ਕੰਮ ਕਰਨਾ ਹੈ। ਅਲੱਗ-ਅਲੱਗ ਡਿਪਾਰਟਮੈਂਟਸ ਦੇ ਬੰਦੇ ਵੀ ਇਕੱਠੇ ਹੋ ਸਕਦੇ ਨੇ। ਮੇਨਟੇਨ ਗੁੱਡ ਰਿਲੇਸ਼ਨਸ ਵਿਦ ਦ ਪੋਲਿੰਗ ਏਜੰਟਸ। ਸਟਾਰਟ ਮੌਕ ਪੋਲ ਐਟਲੀਸਟ 60 ਮਿੰਟਸ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ ਕਮੈਂਸਮੈਂਟ ਤੋਂ, ਕਿਉਂਕਿ 50 ਵੋਟਾਂ ਪਾਉਣ ਨੂੰ ਵੀ ਟਾਈਮ ਲੱਗੇਗਾ। ਉਸ ਤੋਂ ਬਾਅਦ ਤੁਸੀਂ ਮਸ਼ੀਨ ਨੂੰ ਸੀਲ ਕਰਨਾ ਹੈ ਤੇ ਇਹ ਸਾਰੇ ਕੰਮ ਦੇ ਵਿੱਚ 60 ਮਿੰਟਸ ਤੁਹਾਡੇ ਲੱਗ ਜਾਣਗੇ, ਤਾਂ ਜੋ ਅਸੀਂ ਆਪਣਾ ਐਕਚੁਅਲ ਜੋ ਕਮੈਂਸਮੈਂਟ ਹੈ ਪੋਲ ਨੂੰ, ਉਸ ਨੂੰ ਅਪੁਆਇੰਟਡ ਆਰ ਦੇ ਵਿੱਚ ਸਹੀ ਟਾਈਮ ਦੇ ਉੱਪਰ ਸ਼ੁਰੂ ਕਰ ਸਕੀਏ। ਕਲੋਜ਼ ਆਫ ਪੋਲ ਦੇ ਉੱਪਰ ਲਾਸਟ ਵੋਟਰ ਦੇ ਵੋਟ ਪਾਉਣ ਤੋਂ ਬਾਅਦ ਯਾਦ ਰੱਖਣਾ ਹੈ ਕਿ ਅਸੀਂ ਅਨਾਉਂਸ ਕਰਨਾ ਹੈ ਕਿ ਇਸ ਬੂਥ ਦੇ ਉੱਪਰ ਕਲੋਜ਼ਿੰਗ ਜਿਹੜੀ ਹੈ ਪੋਲ ਦੀ ਹੋ ਚੁੱਕੀ ਹੈ। ਮੇਕ ਸ਼ੋਰ ਕਿ ਮੌਕ ਪੋਲ ਤੋਂ ਬਾਅਦ ਸੀਆਰਸੀ ਕੀਤੀ ਗਈ ਹੈ। ਵੀਵੀਪੈਟ ਦੀਆਂ ਸਲਿਪਸ ਨੂੰ ਕਸਟਡੀ ਵਿੱਚ ਸੇਫਲੀ ਰੱਖ ਦਿੱਤਾ ਗਿਆ ਹੈ। ਸਫੀਸ਼ੀਐਂਟ ਸਿਗਨੇਚਰਸ ਜਿਹੜੇ ਸੀ ਪੋਲਿੰਗ ਏਜੰਟਸ ਦੇ ਉਹ ਅਸੀਂ ਕਰਵਾ ਲਏ ਨੇ। ਕਲੋਜ਼ ਦਾ ਪੋਲ ਬਾय ਪ੍ਰੈਸਿੰਗ ਕਲੋਜ਼ ਬਟਨ ਆਫਟਰ ਸੀਯੂ। ਜਦੋਂ ਲਾਸਟ ਵੋਟਰ ਸਾਡਾ ਵੋਟ ਪਾ ਕੇ ਵਗ ਗਿਆ, ਇਹ ਸ਼ੋਰ ਕਰਨਾ ਹੈ ਜੀ ਕਿ ਕਲੋਜ਼ ਬਟਨ ਪ੍ਰੈਸ ਕੀਤਾ ਹੋਇਆ ਹੈ। ਵੀਵੀਪੈਟ ਦੇ ਵਿੱਚੋਂ ਬੈਟਰੀ ਨੂੰ ਰਿਮੂਵ ਕਰਨਾ ਹੈ ਬਿਫੋਰ ਸੀਲਿੰਗ ਵੀਵੀਪੈਟ। ਟੈਲੀ ਆਫ ਰਿਕਾਰਡਸ ਆਫ 17A ਵੋਟਰ ਸਲਿਪਸ, ਟੋਟਲ ਵੋਟਸ ਇਨ ਸੀਯੂ, ਇਹਦਾ ਮਿਲਾਨ ਅਸੀਂ ਜ਼ਰੂਰ ਕਰਨਾ ਹੈ। ਉਸ ਤੋਂ ਬਾਅਦ ਜਿਹੜੀ ਵੀ ਸਾਨੂੰ ਬੱਸ ਜਾਂ ਜਿਹੜਾ ਵੀ ਸਾਧਨ ਸਾਨੂੰ ਅਲਾਟ ਕੀਤਾ ਗਿਆ ਸੀ, ਉਸ ਦੇ ਰਾਹੀਂ ਅਸੀਂ ਆਪਣੇ ਕਲੈਕਸ਼ਨ ਸੈਂਟਰ, ਰਿਸਿਪ ਸੈਂਟਰ ਦੇ ਉੱਪਰ ਆਪਣੀ ਪਾਰਟੀ ਦੇ ਨਾਲ ਪਹੁੰਚਣਾ ਹੈ। ਕਿਸੇ ਵੀ ਕੰਡੀਸ਼ਨ ਦੇ ਵਿੱਚ ਆਪਣਾ ਓਨ ਵਹੀਕਲ ਜਾਂ ਕੋਈ ਵੀ ਹੋਰ ਵਹੀਕਲ ਜੋ ਤੁਹਾਨੂੰ ਅਲਾਟ ਨਹੀਂ ਕੀਤਾ ਗਿਆ ਉਸ ਦੀ ਵਰਤੋਂ ਨਹੀਂ ਕਰਨੀ ਹੈ। So now will I request Pankaj sir. ਥੈਂਕ ਯੂ ਆਲ ਆਫ ਯੂ। ਇਹ ਤੋਂ ਇਲਾਵਾ ਇੱਕ ਮੋਸਟ ਇੰਪੋਰਟੈਂਟ ਗੱਲ ਹੈ, ਇਹ ਸਾਰਾ ਪ੍ਰੋਸੈਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਵਾਰ ਇੱਕ ਨਵੀਂ ਗਾਈਡਲਾਈਨਸ ਦੇ ਅਧੀਨ ਵੀ ਨਾਲ ਸਾਨੂੰ ਡਾਇਰੈਕਟ ਕਰ ਰਿਹਾ ਹੈ ਡਿਊ ਟੂ ਕੋਵਿਡ ਪ੍ਰੋਟੋਕੋਲ। ਕੋਵਿਡ ਪ੍ਰੋਟੋਕੋਲ ਦੇ ਵਿੱਚ ਸਾਨੂੰ ਹਰ ਪੋਲਿੰਗ ਸਟੇਸ਼ਨ ਦੇ ਲਈ ਮਾਸਕ, ਸੈਨੀਟਾਈਜ਼ਰ, ਫੇਸ ਮਾਸਕ, ਇਹ ਸਾਰੀਆਂ ਚੀਜ਼ਾਂ ਸਾਨੂੰ ਨਾਲ ਮਿਲਣਗੀਆਂ, ਹਰ ਟੀਮ ਨੂੰ ਮਿਲਣਗੀਆਂ। ਅਸੀਂ ਕੋਵਿਡ ਪ੍ਰੋਟੋਕੋਲ ਦਾ ਬਿਲਕੁਲ ਅਸੀਂ ਪਾਲਣ ਕਰਦੇ ਹੋਏ ਇਹ ਸਾਰਾ ਇਲੈਕਸ਼ਨ ਪ੍ਰੋਸੈਸ ਨੂੰ ਅਸੀਂ ਅਮਲ ਦੇ ਵਿੱਚ ਲਿਆਵਾਂਗੇ। ਤਾਂ ਆਪਾਂ ਨੈਕਸਟ ਪ੍ਰੋਸੈਸ ਮੈਂ ਉਮੀਦ ਕਰਦਾ ਹਾਂ ਕਿ ਆਪਾਂ ਬੜੀ ਜਲਦੀ ਨੈਕਸਟ ਮਿਲਾਂਗੇ ਕਮਿਸ਼ਨਿੰਗ ਤੇ, ਕਿ ਆਪਾਂ ਆਪਣੇ ਬੂਥ ਦੇ ਲਈ ਆਪਣਾ ਮਸ਼ੀਨਾਂ ਦੀ ਕਮਿਸ਼ਨਿੰਗ ਕਿਵੇਂ ਕਰਾਂਗੇ, ਸੈਟਅਪ ਕਿਵੇਂ ਕਰਾਂਗੇ ਆਪਣੇ ਆਪਣੇ ਏਸੀਸ ਦੇ ਲਈ। ਤਾਂ ਇੱਕ ਵਾਰੀ ਫੇਰ ਮੈਂ ਸਾਰੇ ਮੈਂਬਰਸ ਔਰ ਵੱਖ-ਵੱਖ ਏਸੀਸ ਤੋਂ ਜਿਨ੍ਹਾਂ ਮੈਂਬਰਾਂ ਨੇ ਜੁਆਇਨ ਕੀਤਾ, ਮੈਂ ਉਹਨਾਂ ਸਾਰਿਆਂ ਦੇ ਆਰਓ ਸਾਹਿਬਾਨ ਦਾ, ਐਸਡੀਐਮ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਦੀ ਇਸ ਮਿਹਨਤ ਸਦਕਾ ਆਪਾਂ ਸਾਰੇ ਰੂਬਰੂ ਹੋਏ ਹਾਂ। ਸਾਰੇ ਏਸੀਸ ਦੇ ਰਿਟਰਨਿੰਗ ਆਫਿਸਰ ਕਮ ਐਸਡੀਐਮ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਆਲ ਆਫ ਯੂ। ਜਲਦੀ ਮਿਲਾਂਗੇ ਨੈਕਸਟ ਮੀਟਿੰਗ ਦੇ ਵਿੱਚ। ਸੋ ਨਾਈਸ ਆਫ ਯੂ।